मैं थोड़ी संस्था जी वारिस पंजाब दे है एक क्वेश्चन है मेरे मन च भी इसलिए अमृत छकना जरूरी है क्योंकि कुछ मैं फेसबुक पर देखे अपने सिंह बिना अमृतधारी हैं ਉੱਥੇ ਪਾਕਿਸਤਾਨ ਦੇ ਵਿੱਚ ਹੁਣ ਉੱਥੇ 295 ਸੀ ਨਾਂ ਦੀ ਧਾਰਾ ਬਲਾਸਫੈਮੀ ਦਾ ਲਾ ਹੈ ਜੇ ਪੈਗੰਬਰ ਮੁਹੰਮਦ ਨੂੰ ਕੋਈ ਮਾੜਾ ਸ਼ਬਦ ਬੋਲਦਾ ਤੇ ਉਹਨੂੰ ਵੀ ਫਾਂਸੀ ਸਜ਼ਾ ਇੱਥੇ ਸਾਡੇ ਗੁਰੂ ਨੂੰ ਉਹ ਲੀਰਾਂ ਲੀਰ ਕਰਕੇ ਗੜੀਆਂ ਖਿਲਾਰਦੇ ਨੇ ਸੋ ਇਸ ਕਰਕੇ ਉੱਥੇ ਹੁਣ ਮੁਸਲਮਾਨ ਪਹਿਰਾ ਨਾ ਵੀ ਦੇਣ ਕੋਈ ਗੱਲ ਨਹੀਂ ਕਾਨੂੰਨ ਨੇ ਆਪਣਾ ਕੰਮ ਕਰੀ ਜਾਣਾ ਕਾਨੂੰਨ ਦੀ ਨਿਗਾਹ ਤੋਂ ਕੌਣ ਬਚੂਗਾ एक गुरसिख ने यह भी कहने असीं बाहर जाना तो साढ़े दिल नहीं कोई धू पैंदी जो कोई नौजवान कहता असीं बाहर के कागज़ लाए हुए हैं तो ये वास्ते मैं कहना कि वधिया जिहा नौजवानों को वधिया जिहा प्रदेश दित्तो भी उन्होंने दिल की गल लंघ जाती कि सानू अपना किरदार सानू वही अज वही बस च सफ़र करो तो सानू अपने रूप नहीं दिखते वही अनसेफ्टी जी महसूस होंदी है भी इत्थों असीं चले जाइए छेती अपने घर पहुँच जाइए ਤੇ ਗੁਰੂ ਨੇ ਵੀ ਤੇ ਪਾਣੀ 'ਚ ਰਹਿਣ ਦੀ ਗੱਲ ਕੀਤੀ ਹੈ ਨਾ ਸਰੋਵਰ 'ਚ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ ਦਾਵਾ ਤੇ ਕੋਈ ਨਹੀਂ ਕਰਦਾ ਮਹਾਰਾਜ ਜਿੱਤੇ ਬਖਸ਼ਿਸ਼ ਕਰਨ ਉੱਤੇ ਹੀ ਹੁੰਦੀ ਹੈ ਇਹ ਤੇ ਮੁਰਦਾ ਖੜ ਕੇ ਉੱਥੇ ਕਹਿੰਦੇ ਅਸੀਂ ਜੀਣਾ ਕਰਦਾ ਅਸੀਂ ਚੈਲੰਜ ਕਰਦੇ ਹਾਂ ਵੀ ਕਰੋ ਜੀਂਦਾ ਮੁਰਦਾ ਅਸੀਂ ਦਿੰਦੇ ਸਵੇਰੇ ਲਾਸ਼ ਤੁਹਾਨੂੰ ਇਹ ਕਹਿੰਦੇ ਵੀ ਗਰੀਬ ਸਿੱਖਾਂ ਦਾ ਵਿਤਕਰਾ ਹੁੰਦਾ ਇਹਨਾਂ ਨੂੰ ਪੁੱਛੋ ਵੀ ਤੁਹਾਡਾ ਪੋਪ ਚਿੱਟਾ ਵਾਈਟ ਹੈ ਕਾਲੇ ਕਿਸੇ ਨੂੰ ਪੋਪ ਕਿਉਂ ਨਹੀਂ ਬਣਾਇਆ ਤੁਸੀਂ ਜੇ ਸੱਚੇ ਧਰਮ ਦੀ ਪਾਲਣਾ ਕਰ ਰਹੇ ਨੇ ਉਹ ਤੇ ਫਿਰ ਉਹਨਾਂ ਨੂੰ ਦਿਖਦਾ ਨਹੀਂ ਵੀ ਇੱਥੇ ਵਾਤਾਵਰਨ ਵੀ ਤਬਾਹ ਹੋ ਰਿਹਾ ਨੌਜਵਾਨ ਨਸ਼ਿਆਂ ਨਾਲ ਵੀ ਮਰ ਰਹੇ ਨੇ ਸਾਰਾ ਕੁਝ ਹੋ ਰਿਹਾ ਕਿਹੜੀ ਲੜਾਈ ਲੜ ਰਹੇ ਨੇ ਇੱਥੇ ਕਿਹੜਾ ਮੋਰਚਾ ਉਹਨਾਂ ਨੇ ਲਾਇਆ ਅੱਜ ਤੱਕ ਕਿਹੜੇ ਮੋਰਚੇ ਉਹਨਾਂ ਸ਼ਮੂਲੀਅਤ ਕੀਤੀ ਹੈ ਵੀ ਜੇ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਆਉਂਦਾ ਏ ਤੁਸੀਂ ਇਮਾਨਦਾਰ ਨਾਲ ਰਲ ਕੇ ਲੜੋਗੇ ਜਾਂ ਵੱਖਰਾ ਜਾਂ ਗੁਰੂ ਸਾਹਿਬ ਨੇ ਧਰਮ ਹਿੰਦੂ ਧਰਮ ਦੀ ਰਾਖੀ ਕਿਉਂ ਕੀਤੀ ਸੀ ਕਿਉਂਕਿ ਇੱਕ ਦੂਜਾ ਧਰਮ ਜਬਰੀ ਉਹਨਾਂ ਨੂੰ ਕਨਵਰਟ ਕਰ ਰਿਹਾ ਸੀ ਜ਼ਬਰਦਸਤੀ ਇਹ ਚੇਤਾ ਰੱਖੀਏ ਹੁਣ ਜ਼ਬਰਦਸਤੀ ਕੌਣ ਕਰ ਰਿਹਾ ਸਿੱਖ ਕਰ ਰਹੇ ਨੇ ਕਿ ਈਸਾਈ ਕਰ ਰਹੇ ਨੇ ਸੋ ਇਸ ਕਰਕੇ ਜ਼ਬਰਦਸਤੀ ਇਹ ਕਰ ਰਹੇ ਨੇ ਤੇ ਸਿੱਖ ਦਾ ਫਰਜ਼ ਬਣਦਾ ਵੀ ਇਹਨਾਂ ਨੂੰ ਰੋਕਣਾ ਜੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰਾਹ 'ਤੇ ਤੁਰਨਾ ਤੇ ਫਿਰ ਇਹਨਾਂ ਨੂੰ ਰੋਕਣਾ ਫਰਜ਼ ਸਾਡਾ ਅੱਜ ਕਿਹਨਾਂ ਲਈ ਸੀਸ ਦੇਣ ਦੀ ਲੋੜ ਹੈ ਅੱਜ ਸਿੱਖਾਂ ਨੂੰ ਸਿੱਖਾਂ ਵਾਸਤੇ ਸੀਸ ਦੇਣ ਦੀ ਲੋੜ ਹੈ ਇਹ ਸੀਗਾ ਵੀਰ ਜੀ ਨੇ ਕਿਹਾ ਸੀਗਾ ਵੀ ਜਿੰਨਾ ਚਿਰ ਅਸੀਂ ਸਟਰਕਚਰ ਚੇਂਜ ਨਹੀਂ ਕਰਦੇ ਜਿੱਦਾਂ ਵੀ ਬਾਬਾ ਜੀ ਨੇ ਇੱਕ ਸਵਾਲ ਕੀਤਾ ਸੀਗਾ ਵੀ ਉਹਦੇ ਵਿੱਚ ਅਸੀਂ ਮਤਲਬ ਉਹ ਛੋਟੀਆਂ ਲੜਾਈਆਂ ਤੋਂ ਚੰਗਾ ਵੀ ਅਸੀਂ ਬੜਾ ਕੋਈ ਮਤਲਬ ਮਸਲਾ ਛੇੜੀਏ ਤੇ ਵੀਰ ਜੀ ਨੇ ਕਿਹਾ ਸੀਗਾ ਵੀ ਅਸੀਂ ਸਟਰਕਚਰ ਚੇਂਜ ਕਰਨਾ ਮੇਰਾ ਸਵਾਲ ਇਹ ਆ ਵੀ ਕਿਆ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਭਾਰਤ ਦਾ ਸੰਵਿਧਾਨ ਜੋ ਅੰਬੇਦਕਰ ਨੇ ਦਿੱਤਾ ਹੈ ਕਿਆ ਉਹਦੇ ਮੁਤਾਬਕ ਸਿੱਖਾਂ ਦੇ ਮੁਤਾਬਕ ਕੋਈ ਸੰਵਿਧਾਨ ਦੇ ਵਿੱਚ ਗੱਲ ਹੋ ਸਕਦੀ ਆ ਉਹ ਸਟਰਕਚਰ ਸਾਡੇ ਮੁਤਾਬਕ ਆ ਸਕਦਾ ਜਿਹੜਾ ਕਿ ਅੱਜ ਤੱਕ ਸਾਨੂੰ ਜਲੀਲ ਕਰਦਾ ਆ ਰਿਹਾ ਅੱਧੇ ਘੰਟੇ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਾਨੂੰ ਮਤਲਬ ਜਰਾਇਮ ਪੇਸ਼ਾ ਸੌਰੀ ਕੌਮ ਕਹਿਤਾ ਸੀਗਾ ਉਹਨਾਂ ਨੇ ਹਾਂਜੀ ਦੇਖੋ ਮਸਲਾ ਇਹ ਹੈ ਵੀ ਤੁਸੀਂ ਕਿਹਾ ਵੀ ਸੰਵਿਧਾਨ ਦੇ ਵਿੱਚ ਕੁਝ ਹੋ ਸਕਦਾ ਕਿ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਾ ਕੋਈ ਆਸ ਰੱਖਣੀ ਚਾਹੀਦੀ ਹੈ ਪਰ ਕਈ ਵਾਰ ਜਿਵੇਂ ਹਿੰਦੁਸਤਾਨ ਬਣਨ ਤੋਂ ਪਹਿਲਾਂ ਇੱਕ ਅੰਗਰੇਜ਼ਾਂ ਦਾ ਕੌਂਸਟੀਟਿਊਸ਼ਨ ਸੀ ਇਹ ਵੀ ਕੌਂਸਟੀਟਿਊਸ਼ਨ ਉਹਦੀ ਲਗਭਗ ਕਾਪੀ ਹੈ ਹੁਣ ਜੇ ਜਿਹੜੇ ਲੜਾਈ ਲੜਨ ਲਈ ਦੋ ਤਿੰਨ ਧਿਰਾਂ ਹੁੰਦੀਆਂ ਨੇ ਇੱਕ ਕਹਿੰਦੀਆਂ ਵੀ ਅਸੀਂ ਇਹਨੂੰ ਮੰਨਣਾ ਨਹੀਂ ਉਹਨਾਂ ਦੀ ਵੀ ਲੜਾਈ ਠੀਕ ਹੈ ਇੱਕ ਕਹਿੰਦੀਆਂ ਵੀ ਅਸੀਂ ਇਹਦੇ ਚੱਲ ਕੇ ਇਹਦੇ ਵਿੱਚ ਹੀ ਕਿਤੇ ਨਾ ਕਿਤੇ ਆਪਣਾ ਰਾਹ ਬਣਾਵਾਂਗੇ ਤੇ ਵੇਟ ਕਰਾਂਗੇ ਜਦੋਂ ਹਾਲਾਤ ਬਣਨਗੇ ਆਜ਼ਾਦੀ 47 'ਚ ਕਿਉਂ ਮਿਲੀ ਹੈ ਇਹ ਨਹੀਂ ਵੀ ਇੱਥੇ ਬਹੁਤ ਵੱਡਾ ਸੰਘਰਸ਼ ਹੋਇਆ ਅੰਗੋਰੇ ਬਹੁਤ ਕਲੋਨੀਆਂ ਬੰਦ ਕਰਕੇ ਗਏ ਜਦੋਂ ਵਰਲਡ ਵਾਰ 2 ਲੱਗੀ ਹੈ ਤੇ ਹਿਟਲਰ ਨੇ ਜਦੋਂ ਲੜਾਈ ਲੜੀ ਹੈ ਚਰਚਲ ਉਦੋਂ ਹੈਗਾ ਸੀ ਪ੍ਰਧਾਨ ਮੰਤਰੀ ਇੰਗਲੈਂਡ ਦਾ ਇੰਗਲੈਂਡ ਆਰਥਿਕ ਪੱਖੋਂ ਇੰਨਾ ਕਮਜ਼ੋਰ ਹੋ ਚੁੱਕਾ ਸੀ ਵੀ ਉਹ ਕਲੋਨੀਆਂ ਮੈਨੇਜ ਨਹੀਂ ਸੀ ਕਰ ਸਕਦਾ ਉਹਨੂੰ ਛੱਡ ਕੇ ਜਾਣਾ ਪਿਆ ਸੋ ਕਈ ਵਾਰ ਜਦੋਂ ਤੁਸੀਂ ਗੁਲਾਮੀ 'ਚ ਹੋ ਦੋ ਚੀਜ਼ਾਂ ਕੰਮ ਆਉਂਦੀਆਂ ਪ੍ਰੈਪਰੇਸ਼ਨ ਤਿਆਰੀ ਤੇ ਦੂਜਾ ਇੰਤਜ਼ਾਰ ਸਹੀ ਮੌਕੇ ਦਾ ਜਦੋਂ ਦੋਨੇ ਚੀਜ਼ਾਂ ਮਿਲ ਜਾਂਦੀਆਂ ਜੇ ਸਹੀ ਮੌਕਾ ਜੇ ਤੁਸੀਂ ਤਿਆਰ ਨਾ ਹੋ ਤਾਂ ਵੀ ਕੁਝ ਨਹੀਂ ਬਣਦਾ ਜੋ ਸਿੱਖਾਂ ਨਾਲ ਹੋਇਆ ਮੌਕਾ ਆਇਆ ਸਿੱਖ ਤਿਆਰ ਨਹੀਂ ਸੀ ਹਿੰਦੂ ਆਪਣਾ ਰਾਜ ਲੈ ਕੇ ਮੁਸਲਮਾਨ ਆਪਣਾ ਰਾਜ ਲੈ ਕੇ ਸਿੱਖ ਛਿੱਤਰ ਖਾਂਦੇ ਰਹਿ ਗਏ ਬਾਅਦ 'ਚ ਜਿਹੜੀ ਕਿਨਾਂ ਲਈਦਾ ਵਾ ਜਦੋਂ ਤਿਆਰੀ ਹੋਵੇ ਤੇ ਮੌਕਾ ਨਾ ਹੋਵੇ ਉਦੋਂ ਫਿਰ ਨੁਕਸਾਨ ਹੁੰਦਾ ਸੋ ਆਪਾਂ ਕੀ ਕਰਨਾ ਹੈ ਆਪਾਂ ਤਿਆਰ ਹੋਣਾ ਮਾਨਸਿਕ ਪੱਖੋਂ ਵੀ ਤਿਆਰ ਹੋਣਾ ਗੁਰੂ ਸਾਹਿਬ ਦੀ ਬਾਣੀ ਨਾਲ ਵੀ ਜੁੜਨਾ ਕਿਉਂਕਿ ਬਾਣੀ ਤੁਹਾਨੂੰ ਭੈ ਮੁਕਤ ਵੀ ਕਰਦੀ ਹੈ ਮੋਹ ਤੋਂ ਮੁਕਤ ਵੀ ਕਰਦੀ ਹੈ ਵਿਕਾਰਾਂ ਤੋਂ ਵੀ ਮੁਕਤ ਕਰ ਦਿੰਦੀ ਹੈ ਸੋ ਉਹੋ ਹੀ ਬੰਦੇ ਸੰਘਰਸ਼ ਕਰ ਸਕਦੇ ਆ ਜਿਹੜੇ ਬੰਦੇ ਇਹਨਾਂ ਚੀਜ਼ਾਂ ਤੋਂ ਮੁਕਤ ਨੇ ਨਹੀਂ ਤੇ ਆਪਣੇ ਬੰਦੇ ਵੇਖਿਆ ਤੁਸੀਂ ਕਿਹੜੇ ਵੱਡੇ ਸੰਘਰਸ਼ ਆ ਉਹਨਾਂ ਦੇ ਕੁਝ ਦੁਨਿਆਵੀ ਕਰਜ਼ਾਂ ਪਿੱਛੇ ਉਹ ਰੋਲ ਕੇ ਰੱਖ ਦਿੱਤੇ ਬਰਗਾੜੀ ਦਾ ਕਿੱਡਾ ਵੱਡਾ ਸੰਘਰਸ਼ ਸੀ ਹੈ ਉਸ ਤੋਂ ਬਾਅਦ ਦਿੱਲੀ ਦਾ ਕਿੱਡਾ ਸੰਘਰਸ਼ ਸੀ ਮਤਲਬ ਇਹ ਆ ਵੀ ਵੇਟ ਕਰਨੀ ਜ਼ਰੂਰੀ ਹੈ
ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਵੀ ਸਵੇਰੇ ਦੁਕਾਨ ਤੇ ਪਈ ਹੋਵੇ ਤੈਨੂੰ ਖਰੀਦ ਲਈ ਅਸੀਂ। ਆਜ਼ਾਦੀ ਕੋਈ ਇਹੋ ਜਿਹੀ ਸ਼ੈ ਨਹੀਂ ਹੈਗੀ। ਸੰਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ, ਪਰ ਜੇ ਸੰਵਿਧਾਨ ਜਿੱਥੇ ਸਾਡੇ ਕੰਮ ਆਉਂਦਾ ਉਹਨੂੰ ਵਰਤੋ। ਜੇ ਸਾਡਾ ਕੋਈ ਬੰਦਾ ਜੇਲ੍ਹ 'ਚ ਚਲ ਗਿਆ ਤੇ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜਾਏ ਤੇ ਵਰਤ ਲਓ, ਉਹਨੂੰ ਕੱਢੋ ਬਾਹਰ। ਕਿਉਂ ਅਸੀਂ ਗਰੀਲਾ ਵਾਰਫੇਅਰ ਲੜ ਰਹੇ? ਗਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਿਸ ਵੀ ਹਕੂਮਤ ਦੇ ਵਰਤਣੇ। ਉੱਥੇ ਐਥਿਕਸ ਤੇ ਮੋਰਾਲਸ ਦੀ ਜਿਹੜੀ ਜਗ੍ਹਾ ਹੈ ਨਾ, ਉਹ ਸਾਡੇ ਤੇ ਲਾਗੂ ਨਹੀਂ ਹੁੰਦੀ। ਕੋਈ ਸਾਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਜਦੋਂ ਸਿੰਘ ਅਬਦਾਲੀ ਨੂੰ ਲੁੱਟ ਕੇ ਜਾਂਦੇ ਸੀ, ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ, ਪਰ ਸਿੰਘ ਅਬਦਾਲੀ ਨੂੰ ਲੁੱਟ ਕੇ ਜੰਗਲਾਂ 'ਚ ਲੁਕ ਜਾਂਦੇ ਸੀ। ਅਬਦਾਲੀ ਪਿੱਛੋਂ ਕਹੇ ਵੀ ਸਿੰਘ ਤੇ ਭੱਜਦੇ ਨਹੀਂ, ਤੁਸੀਂ ਭੱਜਦੇ ਕਿਉਂ ਜੋ? ਮੌਕੇ ਦੇ ਹਾਲਾਤਾਂ ਮੁਤਾਬਕ ਜਿਹੜੀ ਲੜਾਈ ਹੈ ਉਹਦੇ ਰੁੱਖ ਬਦਲਣੇ ਪੈਂਦੇ ਨੇ। ਸੰਵਿਧਾਨ 'ਚ ਸਾਡਾ ਕੋਈ ਯਕੀਨ ਨਹੀਂ ਹੈਗਾ, ਪਰ ਜਿੱਥੇ ਸੰਵਿਧਾਨ ਦੀ ਵਰਤੋਂ ਕੀਤੀ ਜਾ ਸਕਦੀ ਕਰਨੀ ਚਾਹੀਦੀ ਹੈ। ਇਹਦੇ 'ਚ ਕੋਈ ਅਸੀਂ ਗੁਲਾਮ ਕੌਮ ਹੈ, ਸਾਡੇ ਕੋਲ ਕੋਈ ਬਣੇ ਬਣਾਏ ਢਾਂਚੇ ਨਹੀਂ ਹੈਗੇ ਵੀ ਜਿਹੜੇ ਅਸੀਂ ਵੇਟ ਕਰਦੇ ਰਹੀਏ ਵੀ ਕੋਈ ਸਹੀ ਮੌਕਾ ਉਹਦੇ ਅਸੀਂ ਕਰਾਂਗੇ ਕੰਮ। ਠੀਕ ਹੈ ਜੀ। ਇਹੀ ਸੀਗਾ ਵੀ ਅੱਜ ਕਲਮ ਦੀ ਲੜਾਈ ਦਾ ਨਹੀਂ, ਕਲਮ ਦੀ ਲੜਾਈ ਦੇਖੋ, ਲੜਾਈ ਕਦੇ ਵੀ ਨਾ ਇਕੱਲੀ ਕਲਮ ਦੀ ਹੋਈ ਹੈ ਤੇ ਨਾ ਇਕੱਲੇ ਹਥਿਆਰਾਂ ਦੀ ਹੋਈ ਹੈ। ਕਲਮ ਕੀ ਹੈ? ਕਲਮ ਇਹ ਆ ਵੀ ਇੱਕ ਸਟੇਟ ਕੋਲ ਕਲਮ ਹੈ ਜਿਹੜੀ ਉਹਨੇ ਚਲਾਈ ਤੇ ਇੱਕ ਨੈਰੇਟਿਵ ਖੜਾ ਕਰ ਦਿੱਤਾ ਸਿੱਖਾਂ ਦੇ ਖਿਲਾਫ। ਸਾਡਾ ਕਤਲੇਆਮ ਕੀਤਾ ਤੇ ਸਾਨੂੰ ਹੀ ਉਹਦਾ ਦੋਸ਼ੀ ਬਣਾਤਾ। ਇਹ ਕਹਿੰਦੇ ਨਾ ਵੀ ਤੁਸੀਂ ਆਹ ਕੰਮ ਨਾ ਕਰਦੇ, ਤੁਹਾਡੇ ਨਾਲ ਇਹ ਕੰਮ ਨੇ। ਇਹ ਵਿਕਟਮ ਮੈਂਟੈਲਿਟੀ ਸਾਡੇ 'ਚ ਖੜੀ ਹੋ ਗਈ, ਗਿਲਟੀ ਹੋ ਗਏ ਅਸੀਂ ਹਰ ਚੀਜ਼ ਦੇ ਲਈ। ਹੁਣ ਜਿਹੜੀ ਉਹ ਸਾਡੇ 'ਚ ਗਿਲਟ ਆ ਗਈ ਹੈ ਏਡੀ ਵੱਡੀ, ਉਹ ਸਟੇਟ ਨੇ ਕਲਮ ਦੇ ਨਾਲ ਹੀ ਪਾਈ ਹੈ। ਇਹੋ ਜਿਹੇ ਲਿਖਾਰੀ ਪੈਦਾ ਕੀਤੇ, ਇਹੋ ਜਿਹੇ ਕਾਮਰੇਡ ਲਿਖਾਰੀ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਦਾ ਦੋਸ਼। ਇਹ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਕੌਮ ਦੀ ਨਸਲਕੁਸ਼ੀ ਹੋਈ ਹੈ ਤੇ ਉਹਦਾ ਦੋਸ਼ ਵੀ ਉਹਦੇ ਸਿਰ ਤੇ ਮੜਿਆ ਗਿਆ। ਇਹ ਦੁਨੀਆ 'ਚ ਕਿਤੇ ਨਹੀਂ ਵਾਪਰਦਾ। ਜਿੱਥੇ ਜਿੱਥੇ ਵਾਪਰਿਆ ਕੌਮਾਂ ਨੇ ਉਹਦਾ ਬਹੁਤ ਵੱਡੇ ਪੱਧਰ 'ਤੇ ਰਿਐਕਸ਼ਨ ਦਿੱਤਾ। ਸੋ ਇਸ ਕਰਕੇ ਕਲਮ ਦੀ ਲੜਾਈ ਜ਼ਰੂਰੀ ਹੈ, ਪਰ ਕੱਲੀ ਕਲਮ ਦੀ ਲੜਾਈ ਨਾਲ ਕੁਝ ਨਹੀਂ ਹੋਣਾ। ਕਲਮ ਕੀ ਹੈ? ਇੱਕ ਗਿਆਨ 'ਚ ਉਪਜੀ ਹੋਈ ਅਸੀਂ ਕੋਈ ਗੱਲ ਲਿਖ ਦਿੱਤੀ, ਕੱਲਾ ਗਿਆਨ ਜਿਹੜਾ ਉਹ ਵੀ ਹਉਮੈ ਦੀ ਜਗ੍ਹਾ ਬਣ ਜਾਂਦਾ। ਸਾਨੂੰ ਇਹ ਲੜਾਈ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਲੜਨੀ ਪੈਣੀ ਹੈ। ਗੁਰੂ ਸਾਹਿਬ ਹੀ ਗਿਆਨ ਦੀ ਬਖਸ਼ਿਸ਼ ਕਰਦੇ ਆ, ਗੁਰੂ ਸਾਹਿਬ ਹੀ ਧਿਆਨ ਦੀ, ਗੁਰੂ ਸਾਹਿਬ ਨੇ ਹੀ ਸਾਰੀ ਬਖਸ਼ਿਸ਼ ਕਰਨੀ। ਸੋ ਪਹਿਲਾਂ ਜਿਹੜੀ ਹੁਣ ਕਈਆਂ ਨੂੰ ਲੱਗੂਗਾ ਵੀ ਇੱਕ ਮੋਨਾ ਬੰਦਾ ਕਹਿ ਸਕਦਾ ਵੀ ਮੈਂ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਪਰ ਮਸਲਾ ਕੁਰਬਾਨੀ ਕੀ ਹੈ? ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਆਪਾਂ ਸਿਰ ਦੇਣ ਦੀ ਗੱਲ ਕੀਤੀ ਹੈ ਤੇ ਸਿਰ ਕਿਹਨੂੰ ਦੇਣਾ? ਗੁਰੂ ਨੂੰ ਦੇਣਾ ਨਾ। ਹਕੂਮਤ ਨੂੰ ਸਿਰ ਕਾਹਤੋਂ ਦੇਣਾ? ਅਸੀਂ ਦਿੱਲੀ ਦੀ ਹਕੂਮਤ ਨੂੰ ਅਸੀਂ ਆਪਣਾ ਸਿਰ ਕਿਉਂ ਦਈਏ? ਉਹਦੇ ਧੱਕੇ ਨਾਲ ਵੱਢ ਲਵੇ ਵੱਢ ਲਵੇ। ਸਿਰ ਪਹਿਲਾਂ ਤੇ ਗੁਰੂ ਦੇ ਚਰਨਾਂ 'ਚ ਭੇਟ ਕਰ ਲਵੇ। ਸੋ ਇੰਨੀ ਕੀ ਬੇਨਤੀ ਹੈ ਮੇਰੀ ਇਸ ਗੱਲ ਦੇ ਉੱਤੇ। ਪਿੱਛਾ ਕਰੋ ਵੀ ਮੌਕਾ ਹੁੰਦਾ। ਹਾਂਜੀ ਹਾਂਜੀ, ਉਹ ਪਿੱਛੇ ਉਹ ਸਿੰਘ ਤੁਹਾਡਾ ਕਰਦੇ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡੀ ਸੰਸਥਾ ਜਿਹੜੀ ਵਾਰਿਸ ਪੰਜਾਬ ਦੇ ਹੈ, ਇੱਕ ਕੁਐਸਚਨ ਹੈ ਮੇਰੇ ਮਨ 'ਚ ਵੀ ਇਸ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ? ਕਿਉਂਕਿ ਕੁਛ ਮੈਂ ਫੇਸਬੁੱਕ ਪਰ ਦੇਖੇ ਆਪਣੇ ਸਿੰਘ ਬਿਨਾਂ ਅੰਮ੍ਰਿਤਧਾਰੀ ਹੈ। ਸਿਰਫ ਮੇਰਾ ਡਾਊਟ ਹੈ। ਦੇਖੋ, ਜਿਹੜਾ ਤੁਹਾਡਾ ਸਵਾਲ ਹੈ ਇਹ ਵਾਜਬ ਵੀ ਹੈ ਤੇ ਜ਼ਰੂਰੀ ਵੀ ਹੈ। ਜ਼ਰੂਰੀ ਨਹੀਂ ਹੁੰਦਾ ਕੁਝ ਵੀ। ਜੇ ਤੁਸੀਂ ਵੈਸੇ ਪੁੱਛੋ ਵੀ ਜ਼ਰੂਰੀ ਹੈ, ਮੈਂ ਕਹੂੰਗਾ ਵੀ ਹੁਕਮ ਹੈ। ਹੁਣ ਹੁਕਮ ਕਿਹਦਾ ਹੈ? ਗੁਰੂ ਸਾਹਿਬ ਦਾ। ਹੁਣ ਗੁਰੂ ਦਾ ਹੁਕਮ ਜ਼ਰੂਰੀ ਹੈਗਾ ਕਿ ਨਹੀਂ ਹੈਗਾ, ਤੁਸੀਂ ਆਪੇ ਹਿਸਾਬ ਲਾ ਲਓ, ਇਹਦਾ ਮੈਂ ਨਹੀਂ ਜਵਾਬ ਦੇਣਾ ਕਿ। ਪਰ ਜਿਹੜੇ ਨਹੀਂ ਹੈਗੇ ਧੱਕੇ ਨਾਲ ਤਾਂ ਅੰਮ੍ਰਿਤ ਛਕਾਇਆ ਨਹੀਂ ਜਾ ਸਕਦਾ ਕਿਸੇ ਨੂੰ। ਮੈਂ ਹੁਣ ਫੜ ਕੇ ਕਿਸੇ ਨੂੰ ਕਹਾਂ ਵੀ ਆ ਕੇ ਮੇਰੇ ਨਾਲ ਅੰਮ੍ਰਿਤ ਛਕ, ਇਹ ਗੱਲ ਨਹੀਂ ਬਣਨੀ। ਮੈਂ ਸਿਰਫ ਇਹ ਕਹਿਣਾ ਹੈ ਵੀ ਤੁਸੀਂ ਘੱਟੋ ਘੱਟ ਆਪਣੇ ਮਨ 'ਚ ਖਿਆਲ ਲੈ ਕੇ ਆਓ ਵੀ ਅਸੀਂ ਜਿਹੜੇ ਰਾਹ 'ਤੇ ਤੁਰੇ ਹਾਂ, ਕੀ ਅਸੀਂ ਜਦੋਂ ਐਡੀ ਵੱਡੀ ਕੁਰਬਾਨੀ ਕਰਨ ਦਾ ਦਾਅਵਾ ਕਰਦੇ ਹਾਂ, ਕੀ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ? ਮੇਰਾ ਸਵਾਲ ਹੈ। ਮੇਰੇ ਨਾਲ ਵੀ ਸਿੰਘ ਹੈਗੇ ਨੇ ਜਿਹੜੇ ਜਿਨ੍ਹਾਂ ਨੇ ਕੇਸ ਵੀ ਕਤਲ ਨੇ, ਅਜੇ ਨਹੀਂ। ਪਰ ਕਦੇ ਵੀ ਆਪਣੇ ਆਪ ਨੂੰ ਇਸ ਗੱਲ 'ਤੇ ਜਸਟੀਫਾਈ ਨਾ ਕਰਿਓ ਵੀ ਅਸੀਂ ਠੀਕ ਹਾਂ, ਕਿਉਂਕਿ ਜਦੋਂ ਮਨੁੱਖ ਆਪਣ ਗਲਤ ਹੋਣ ਦੇ ਬਾਵਜੂਦ ਜਸਟੀਫਿਕੇਸ਼ਨ ਦੇਣ ਲੱਗ ਪੈਂਦਾ, ਉਹ ਕਦੀ ਬਦਲ ਨਹੀਂ ਸਕਦਾ। ਜੇ ਕੋਈ ਸ਼ਰਾਬੀ ਬੰਦਾ ਇਹ ਦਾਅਵਾ ਕਰਕੇ ਬੈਠ ਜਾਏ ਤੇ ਬੜੇ ਮਨ ਨਾਲ ਸਲਾਹ ਕਰ ਲਏ ਵੀ ਸ਼ਰਾਬ ਚੰਗੀ ਚੀਜ਼ ਹੈ, ਕੋਈ ਮਾੜੀ ਨਹੀਂ, ਉਹ ਕਦੇ ਸ਼ਰਾਬ ਨਹੀਂ ਛੱਡ ਸਕਦਾ। ਸੋ ਅਸੀਂ ਜਿਹੜੀ ਗੱਲ ਕੀਤੀ ਆ, ਅਸੀਂ ਲੋਕਾਂ ਨੂੰ ਇਨਕਰੇਜ ਕਰਨਾ, ਨੌਜਵਾਨਾਂ ਨੂੰ ਅਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ, ਅਸੀਂ ਨੌਜਵਾਨਾਂ ਨੂੰ ਧੱਕਾ ਨਹੀਂ ਕਰਨਾ। ਇਹ ਧੱਕੇ ਵਾਲੀ ਤਾਂ ਕੋਈ ਖੇਡ ਹੀ ਨਹੀਂ। ਮਹਾਰਾਜ ਨੇ ਜਿਹਨੂੰ ਬੁਲਾਉਣਾ ਉਹਨੇ ਹੀ ਆਉਣਾ। ਜਿਹੜਾ ਬੰਦਾ, ਮੈਂ ਤਾਂ ਇਹ ਸਵਾਲ ਕੀਤਾ ਹੈ ਵੀ ਜਦੋਂ ਆਪਾਂ ਦਾਅਵਾ ਕਰਨਾ ਹੈ ਵੀ ਅਸੀਂ ਮਰਨ ਤੋਂ ਨਹੀਂ ਡਰਦੇ, ਪੰਜਾਬ ਲਈ ਕਿਸੇ ਵੀ ਕੁਰਬਾਨੀ ਨੂੰ ਕਰਨ ਨੂੰ ਤਿਆਰ ਹਾਂ, ਤੇ ਇਹ ਤਾਂ ਮਹਾਰਾਜ ਨੇ ਤੁਹਾਨੂੰ ਭੈ ਤੋਂ ਹੀ ਮੁਕਤ ਕਰਨਾ ਨਾ। ਉਸ ਕੁਰਬਾਨੀ ਲਈ ਇਹ ਤੋਂ ਵੱਡੀ ਤਿਆਰੀ ਕੀ ਹੋ ਸਕਦੀ ਹੈ? ਸੋ ਬੇਸ਼ੱਕ ਇਹ ਕੋਈ ਪਾਬੰਦੀ ਨਹੀਂ ਹੈਗੀ ਕਿਸੇ ਬੰਦੇ 'ਤੇ ਵੀ ਕੋਈ ਲਾਗੇ ਮੇਰੇ ਸਿੰਘ ਬੈਠੇ ਹੋਣਗੇ ਵੀ ਇਹਨਾਂ ਨਹੀਂ ਛਕਿਆ ਤੇ ਇਹਨਾਂ ਨੂੰ ਮੈਂ ਫੜ ਕੇ ਲੈ ਕੇ ਜਾਵਾਂ ਵੀ ਤੁਸੀਂ ਵੀ ਛਕੋ, ਜਾਂ ਕੋਈ ਦਿਖਾਵੇ ਵਾਸਤੇ ਕੋਈ ਮਸਲਾ ਨਹੀਂ ਹੈਗਾ। ਵਾਰਿਸ ਪੰਜਾਬ ਦੀ ਜਿੱਥੇ ਮਰਜ਼ੀ ਤੁਸੀਂ ਕੰਮ ਕਰ ਸਕਦੇ ਜੋ, ਬਿਨਾਂ ਛਕੇ ਵੀ ਅੰਮ੍ਰਿਤ ਕੰਮ ਕਰ ਸਕਦੇ ਜੋ। ਪਰ ਪੈਰ ਤੇ ਅਸੀਂ ਤਾਂ ਤੁਹਾਨੂੰ ਇਹੋ ਸੁਣਾ ਦੇਣਾ ਵੀ ਇਹ ਜ਼ਰੂਰੀ ਹੈ। ਇਹ ਮਹਾਰਾਜ ਦਾ ਹੁਕਮ ਹੈ, ਹੁਕਮ ਵਜਾਉਣ ਵਾਲੀ ਗੱਲ ਹੈ ਸਾਡੇ ਵਾਸਤੇ, ਹੋਰ ਕੋਈ ਨਹੀਂ ਹੈਗਾ। ਪੰਜਾਬੀ ਲੋਕ ਮੈਂ ਅੰਮ੍ਰਿਤਧਾਰੀ ਨਹੀਂ ਹੈਗਾ। ਕ੍ਰਿਸਚੀਅਨ 'ਚ ਕਿਹਾ ਬਾਣੀ ਨਾਲ ਜੁੜੋ,
ਨਹੀਂ ਕੰਟਰਾਡਿਕਟਰੀ ਨਹੀਂ, ਮੈਂ ਤਿਆਰੀ ਕਰ ਰਿਹਾ। ਮੈਂ ਜਥੇ ਦੇ ਰੂਪ ਦੇ ਵਿੱਚ ਅੰਮ੍ਰਿਤ ਛਕਣਾ। ਮੈਂ ਨੌਜਵਾਨਾਂ ਨੂੰ ਤਾਂ ਸੁਨਾਹ ਦੇ ਰਿਹਾ ਵੀ ਅਸੀਂ ਜਿਹੜਾ ਅੰਮ੍ਰਿਤ ਛਕਣਾ ਉਹ ਇਹ ਅੰਮ੍ਰਿਤ ਨਹੀਂ ਹੈਗਾ ਵੀ ਛਕ ਲਿਆ ਤੇ ਬਾਅਦ 'ਚ ਉਹਦੀ ਗੱਲ ਖਣੋ ਕਿਤੇ ਮੀਟ ਆਂਡਾ ਖਾਣਾ ਹੋਇਆ ਤੇ ਕਿੱਲੀ ਤੇ ਲਾ ਕੇ ਗਾਤਰਾ ਟੰਗ ਦਿੱਤਾ, ਉਹ ਗੱਲ ਨਹੀਂ ਹੈਗੀ। ਇਹਦੇ 'ਚ 5 ਪਿਆਰਿਆਂ ਨੇ ਸਵਾਲ ਕਰਨਾ ਹੈ ਵੀ ਲੋੜ ਪਈ ਤੇ ਸਿਰ ਦਿਓਗੇ ਧਰਮ ਵਾਸਤੇ, ਤੇ ਆਪਾਂ ਕਹਿਣਾ ਹਾਂ, ਤੇ ਉਹ ਹਾਂ ਤੇ ਅਸਲੀਅਤ ਦੀ ਹਾਂ ਦੇ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ। ਸੋ ਇਹ ਤੇ ਆਪਾਂ ਮਰਜ਼ੀ ਵਿੜਿਆਂ ਦੀ ਫੌਜ ਦੀ ਜਿਹੜੀ ਗੱਲ ਕੀਤੀ ਹੈ, ਇਹ ਫੌਜ ਆਪ ਵੀ ਅੰਮ੍ਰਿਤ ਛਕਣਾ, ਇਹ ਨਹੀਂ ਵੀ ਮੈਂ ਤੁਰਿਆ ਫਿਰ ਇੱਦਾਂ ਤੇ ਉਹ ਕਾਹਦੀ ਗੱਲ ਹੋਈ। ਸੋ ਅਸੀਂ ਸੁਨਾਹ ਦੇ ਰਹੇ ਹਾਂ ਨੌਜਵਾਨਾਂ ਨੂੰ, ਜਿਹੜਾ ਆਊਗਾ ਅਸੀਂ ਜਥੇ ਦੇ ਰੂਪ 'ਚ ਅੰਮ੍ਰਿਤ ਛਕਣਾ, ਜਿਹੜਾ ਨਾਲ ਆਊਗਾ ਉਹ ਵੀ ਛਕੂ। ਜੀ ਤਰੀਕ ਛੇਤੀ ਅਨਾਉਂਸ ਕਰਾਂਗੇ ਮੀਡੀਆ ਦੇ ਵਿੱਚ। ਹਾਂਜੀ ਮਹਾਰਾਜ ਇਹ ਆਮ ਬੰਦਾ ਇਹਦੇ ਵਿੱਚ ਸੰਯੋਗ ਪਾਉਣਾ ਚਾਹੇ ਕਿੱਕਣਾ ਪਾ ਸਕਦਾ ਜੀ? ਇਹ ਆਮ ਬੰਦਾ ਜਿੱਦਾਂ ਮਤਲਬ ਕੋਈ ਮਾਤਰ ਸਾਥੀ ਹੋਵੇ ਉਹਦੇ ਵਿੱਚ ਸੰਯੋਗ ਪਾਉਣਾ ਚਾਹੇ ਤਾਂ ਉਹ ਕਿੱਕਣਾ ਪਾ ਸਕਦਾ ਜੀ? ਕਾਹਦੇ ਵਿੱਚ ਪਾਉਣਾ ਜੀ ਸਹਿਯੋਗ? ਇਹਨਾਂ ਦੇ ਜਥੇਬੰਦੀ ਦੇ ਵਿੱਚ। ਦੇਖੋ ਆਪਣੇ ਆਪ ਨੂੰ ਮਾਤਰ ਕਹਿਣਾ ਮੈਂ ਵਾਜਬ ਨਹੀਂ ਸਮਝਦਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਨੀ ਕੀ ਕਿਰਪਾ ਕੇ ਸਜੇ ਹਮ। ਸੋ ਜਿਹੜਾ ਬੰਦਾ ਗਰੀਬ ਹੈ ਉਹਦਾ ਮੋਹ ਘੱਟ ਚੀਜ਼ਾਂ ਨਾਲੋਂ, ਕੋ ਗਵਾਉਣ ਨੂੰ ਘੱਟ ਚੀਜ਼ਾਂ। ਸਾਡੀ ਤੇ ਤੁਸੀਂ ਮੇਰੀ ਗੱਲ ਮੰਨੋ, ਮੈਨੂੰ ਇਹਨਾਂ ਲੋਕਾਂ ਦੇ ਨਾਲ ਮਜ਼ਾ ਆਉਂਦਾ ਜਿਹੜੇ ਲੋਕ ਮੇਰੇ ਵਰਗੇ ਨੇ, ਜਿਨ੍ਹਾਂ ਨੂੰ ਮੋਹ ਨਹੀਂ ਚੀਜ਼ਾਂ ਦੇ ਨਾਲ। ਸੋ ਇਹ ਕਰਕੇ ਇਹ ਆਪਾਂ ਨਿਮਾਣੇ ਦੇ ਗੁਰੂ ਅੱਗੇ ਬਣਨਾ ਹੈ। ਇੱਥੇ ਆਪਣਾ ਜਿਹੜੀ ਤੁਸੀਂ ਜਿਹੜਾ ਸੰਘਰਸ਼ 'ਚ ਯੋਗਦਾਨ ਪਾਉਣਾ ਹੈ, ਤੁਹਾਡੇ ਕੋਲ ਸਰੀਰ ਹੈ, ਤੁਹਾਡਾ ਮਨ ਦ੍ਰਿੜ ਹੈ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। 2 ਚੀਜ਼ਾਂ ਨੇ, ਦੋਨੇ ਗੁਰੂ ਦੇ ਅੱਗੇ ਅਰਪਣ ਕਰਨੀਆਂ ਨੇ, ਇਹ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਕੋਈ ਨਹੀਂ, ਮਹਾਰਾਜ ਕਿਰਪਾ ਕਰਨ, ਤੁਸੀਂ ਨੌਜਵਾਨਾਂ ਨਾਲ ਸੰਪਰਕ ਕਰ ਲਓ, ਜਿੱਦਾਂ ਦੀ ਸੇਵਾ ਹੋਈ ਮਹਾਰਾਜ ਸੇਵਾ ਲੈਣਗੇ, ਉੱਦਾਂ ਦੀ ਸੇਵਾ ਤੁਸੀਂ ਕਰ ਲਿਓ। ਠੀਕ ਹੈ। ਸਰ ਇੱਕ ਸਵਾਲ ਇਹ ਸਾਡਾ ਵੀ ਜੇ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਆਉਂਦਾ ਏ, ਤੁਸੀਂ ਮਾਨਦਾਨ ਨਾਲ ਰਲ ਕੇ ਲੜੋਗੇ ਜਾਂ ਵੱਖਰਾ, ਜਾਂ ਕਿਵੇਂ ਵੀ ਉਹਦੇ ਸਿਮਰਨਜੀਤ ਮਾਨ ਸਾਹਿਬ ਦਾ ਇਲੈਕਸ਼ਨ ਜਦੋਂ ਸ਼੍ਰੋਮਣੀ ਕਮੇਟੀ ਦਾ ਆ ਰਿਹਾ, ਯਾਨੀ ਕਿ ਜਦੋਂ ਵੀ ਆਊਗਾ, ਇਹ ਤਾਂ ਕੋਈ ਮਿਹਨਤ ਨਹੀਂ, ਸਾਲ ਨੂੰ 2 ਸਾਲ ਨੂੰ, ਤੁਸੀਂ ਵੱਖਰਾ ਲੜੋਗੇ ਜਾਂ ਰਲ ਕੇ ਲੜੋਗੇ, ਇਹਦੇ ਬਾਰੇ ਪੁੱਛਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਅਮਰਤਪਾਲ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ, ਤੇ ਸਾਰੇ ਵੀਰਾਂ ਨੂੰ ਮੈਂ ਪੁੱਛਣਾ ਕਿ ਵੀਰ ਅਮਰਤਪਾਲ ਸਿੰਘ ਜੀ ਨੂੰ ਦਿਲੋਂ ਕੌਣ ਪਿਆਰ ਕਰਦਾ? ਜਿਹੜੇ ਵੀਰ ਨੂੰ ਦਿਲੋਂ ਪਿਆਰ ਕਰਦੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਚੌਪਾਈ ਸਾਹਿਬ ਦਾ ਪਾਠ ਇਹਨਾਂ ਦੀ ਰੱਖਿਆ ਵਾਸਤੇ ਆਪਣੇ ਰੋਜ਼ ਕਰਨ ਇਮਾਨਦਾਰੀ ਦੇ ਨਾਲ, ਕਿਉਂਕਿ ਕੌਮ ਨੂੰ ਬੜੇ ਚਿਰਾਂ ਬਾਅਦ ਸੱਚਾ ਸੁੱਚਾ ਜਿਹੜਾ ਪ੍ਰਚਾਰਕ ਮਿਲਿਆ, ਜਿਹਦੇ ਅੰਦਰੋਂ ਸੱਚ ਨਿਕਲ ਰਿਹਾ, ਤੇ ਸੱਚ ਅੱਜ ਦੇ ਟਾਈਮ ਤੇ ਕਿਸੇ ਕੋਲੋਂ ਨਿਕਲਦਾ। ਸੋ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਚੌਪਾਈ ਸਾਹਿਬ ਦਾ ਪਾਠ ਕਰਕੇ ਜ਼ਰੂਰ ਅਰਦਾਸ ਬੇਨਤੀ ਕਰਨੀ ਕਿ ਵੀਰ ਚੜ੍ਹਦੀ ਕਲਾ 'ਚ ਰਹਿਣ। ਤੁਸੀਂ ਰਿਪੀਟ ਕਰਦਿਆ ਕਰੋ ਜੀ। ਠੀਕ ਹੈ, ਨਹੀਂ ਮੈਂ ਸੁਣ ਗਿਆ। ਦੇਖੋ ਜਿਹੜੀ ਇਲੈਕਸ਼ਨ ਵਾਲਾ ਸਿਸਟਮ ਹੈ, ਵੋਟ ਰਾਜਨੀਤੀ, ਅਸੀਂ ਇਹ 'ਚ ਨਹੀਂ ਜਾਣਾ। ਮੈਂ ਪਰਸਨਲੀ ਤੌਰ ਤੇ ਕਦੇ ਵੀ ਨਹੀਂ ਜਾਣਾ, ਚਾਹੇ ਉਹ SGPC ਦੀ ਇਲੈਕਸ਼ਨ ਹੈ, ਚਾਹੇ ਉਹ MLA MP ਜਾਂ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਅਧੀਨ ਕੋਈ ਵੀ ਇਲੈਕਸ਼ਨ ਹੈ, ਜਾਂ ਕੋਈ ਸਟੂਡੈਂਟ ਪੋਲੀਟਿਕਸ ਹੈ। ਮੈਂ ਪਰਸਨਲੀ ਜਥੇਬੰਦੀ ਦਾ ਜੇ ਕੋਈ ਸਿੰਘ ਕਰਨਾ ਚਾਹੁੰਦਾ ਰਾਜਨੀਤੀ, ਉਹ ਸਾਡੇ ਵੱਲੋਂ ਇਮਾਨਦਾਰ 'ਚ ਚੱਲ ਜੇ, ਕਿਉਂਕਿ ਉਹ ਪੰਥਕ ਪਾਰਟੀ ਹੈ। ਅਸੀਂ ਮੌਜੂਦਾ ਰੂਪ 'ਚ ਉਹਨਾਂ ਨੂੰ ਪੂਰਨ ਹਮਾਇਤ ਦਿੱਤੀ ਹੋਈ ਹੈ। ਹਮਾਇਤ ਇਸ ਗੱਲ 'ਤੇ ਵੀ ਉਹ ਸਿੱਖ ਰਾਜ ਦੀ ਗੱਲ ਕਰਦੇ ਨੇ, ਉਹ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਅਤੇ ਉਹ ਇਹ ਕਹਿੰਦੇ ਨੇ ਵੀ ਅਸੀਂ ਜਿਵੇਂ 47 ਤੋਂ ਪਹਿਲਾਂ ਕੁਛ ਧਿਰਾਂ ਹਿੰਦੁਸਤਾਨ ਦੇ ਅੰਗਰੇਜ਼ਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਪਾਵਰ 'ਚ ਰਹੀਆਂ ਨੇ, ਉਵੇਂ ਅਸੀਂ ਪਾਵਰ 'ਚ ਆਵਾਂਗੇ ਅਤੇ ਸਿੱਖ ਸੋਵਰਨਟੀ ਦੀ ਗੱਲ ਨੂੰ ਅੱਗੇ ਲੈ ਕੇ ਜਾਵਾਂਗੇ। ਸੋ ਸਾਡੀ ਪੂਰਨ ਹਮਾਇਤ ਉਹਨਾਂ ਨੂੰ ਹੈ। ਪਰਸਨਲੀ ਤੌਰ 'ਤੇ ਨਾ ਤਾਂ ਇਲੈਕਟਰਲ ਸਿਸਟਮ 'ਚ ਅਸੀਂ ਜਾਣਾ ਅਤੇ ਨਾ ਕਦੇ ਵੀ ਇਰਾਦਾ ਬਣ ਸਕਦਾ। ਇਹ ਤੁਸੀਂ ਇੱਥੇ ਜ਼ਬਾਨ ਸਮਝ ਲਓ ਵੀ ਇਹ ਨਹੀਂ ਹੈਗਾ ਵੀ ਕੱਲ੍ਹ ਨੂੰ ਕੋਈ, ਕਿਉਂਕਿ ਕਈ ਵਾਰ ਕੀ ਹੁੰਦਾ ਨਾ, ਸਾਰਿਆਂ ਦੀ ਮਹਾਰਾਜ ਨੇ ਸੇਵਾ ਲਾਈ ਹੁੰਦੀ ਵੱਖਰੀ। ਸੋ ਸਾਨੂੰ ਇਹ ਲੱਗਦਾ ਵੀ ਸਾਡੀ ਮਹਾਰਾਜ ਨੇ ਇਸ ਪਾਸੇ ਕੋਈ ਸੇਵਾ ਨਹੀਂ ਹੈਗੀ। ਅਸੀਂ ਤਰਾਸਦੀ ਇਹ ਕਿ ਸਾਡੀ ਵਿਰੋਧੀ ਜਿਹੜਾ ਇਸ ਪਿੰਡ ਦੇ ਵਿੱਚ ਕਾਮਯਾਬ ਹੋ ਰਹੀ ਹੈ, ਜਿੱਦਾਂ ਕਨੇਡਨ ਬਾਦਲਾ ਖਾਲਸਾ ਸਾਹਿਬ ਤੇ ਕਬਜ਼ਾ ਕਰੀ ਬੈਠੇ ਆ, ਤੇ ਉਹਦੀ ਮਰਿਆਦਾ ਦਾ ਘਾਣ ਹੋ ਰਿਹਾ, ਤੇ ਉੱਥੋਂ ਇੱਕ ਜਥੇਬੰਦਕ ਨਿਸ਼ਾਨ ਸਾਹਿਬ ਵੱਲੋਂ ਆਵਾਜ਼ ਪੈਂਦੀ, ਸਾਰੀ ਕੌਮ ਇਕੱਠੀ ਹੋਈ, ਅੱਜ ਸਭ ਨੂੰ ਉਹਨੂੰ ਵੀ ਆਜ਼ਾਦ ਕਰਾਉਣ ਦੀ ਲੋੜ ਹੈ। ਜੇ ਅਸੀਂ ਉਹ ਪਿੰਡ ਖਾਲੀ ਛੱਡਦੇ ਹਾਂ ਤਾਂ ਸਾਨੂੰ ਸਾਡੀ ਨਹੀਂ ਪੇੜ ਖਾਲੀ ਕੌਣ ਛੱਡ ਰਿਹਾ? ਮੇਰੇ ਇੱਕ ਬੰਦੇ ਦੇ ਆਉਣ ਨਾਲ ਕੁਛ ਨਹੀਂ ਹੋਣਾ। ਇੱਕ ਗੱਲ ਸੁਣਿਓ, ਐਰਕਾਂ ਮਾਨ ਸਾਹਿਬ ਜਿੱਤੇ ਆ MP ਦੀ ਇਲੈਕਸ਼ਨ। ਉਹ ਕਿਉਂ ਜਿੱਤੇ ਆ? ਕਿਉਂਕਿ ਪੰਥਕ ਰਾਜਨੀਤੀ ਦਾ ਆਭਾਰ ਆਇਆ। ਪੰਥਕ ਰਾਜਨੀਤੀ ਮੇਰੇ ਇਕੱਲੇ, ਮੈਂ ਕੁਛ ਨਹੀਂ ਹੈਗਾ,
ਮਤਲਬ ਮੇਰੇ ਵਰਗੇ ਆਉਣ ਜਾਣ ਕੋਈ ਇੱਥੇ ਦੁਨੀਆ 'ਚ ਮੱਸਿਆ ਲੱਗਣ ਨਹੀਂ ਹਟ ਚੱਲੀ। ਪਰ ਸਵਾਲ ਇਹ ਹੈ ਵੀ ਜਿਹੜੇ ਲੋਕ ਰਾਜਨੀਤੀ ਕਰਦੇ ਆ ਉਹਨਾਂ ਦੀ ਕੁਝ ਲਿਮਿਟੇਸ਼ਨ ਹੁੰਦੀਆਂ। ਮੈਂ ਲਿਮਿਟੇਸ਼ਨ 'ਚ ਵੱਜ ਨਹੀਂ ਸਕਦਾ, ਮੈਂ ਪਾਬੰਦੀਆਂ 'ਚ ਨਹੀਂ ਰਹਿ ਸਕਦਾ, ਇਹ ਮੇਰੀ ਮਜਬੂਰੀ ਹੈ। ਮੈਂ ਜੋ ਬੋਲਣਾ ਸਿਆਸੀ ਨੁਕਸਾਨ ਹੁੰਦਾ ਹੋਵੇ ਹੋ ਜੇ ਜਾਂ ਕੁਛ ਹੁੰਦਾ ਹੋਵੇ ਹੋ ਜੇ। ਸੋ ਕਈ ਵਾਰ ਮੈਨੂੰ ਕੋਈ ਪਾਰਟੀ 'ਚ ਲੈ ਜਾਏ ਤਾਂ ਮੈਂ ਪਾਰਟੀ ਦਾ ਹੀ ਮਤਲਬ ਨੁਕਸਾਨ ਕਰਾ ਦਿਆਂ ਕੁਛ ਐਸਾ ਬੋਲ ਕੇ ਜਿਹੜਾ ਸੱਚ ਆ। ਰਾਜਨੀਤੀ ਦਾ ਅਰਥ ਇਹੋ ਹੀ ਆ ਨਾ ਵੀ ਤੁਸੀਂ ਨੀਤੀ ਬਣਾ ਕੇ ਤੁਰਨਾ। ਤੇ ਜਿਹੜੇ ਬੰਦੇ ਧਰਮ ਤੇ ਤੁਰਨ ਦੀ ਗੱਲ ਕਰਦੇ ਉਹਨਾਂ ਵਾਸਤੇ ਰਾਜਨੀਤੀ ਸੈਕੰਡਰੀ ਹੋ ਜਾਂਦੀ, ਧਰਮ ਉੱਪਰ ਹੋ ਜਾਂਦਾ ਹੈ ਨਾ। ਸੋ ਅਸੀਂ ਨਹੀਂ ਜਿੰਨੇ ਵੀ ਇਲੈਕਸ਼ਨ ਲੜਨੀ ਆ ਜੋ ਕੋਈ ਮਾਨ ਸਾਹਿਬ ਦੀ ਪਾਰਟੀ ਅੱਜ ਤੱਕ ਉਹ ਸਿਧਾਂਤਾਂ ਦੇ ਕਾਇਮ ਨੇ ਹੈ। ਠੀਕ ਆ, ਹਰ ਪਾਰਟੀ 'ਚ ਚੰਗੀਆਂ ਮਾੜੀਆਂ ਗੱਲਾਂ ਹੁੰਦੀਆਂ, ਆਪਾਂ ਨੂੰ ਪਰਫੈਕਟ ਕੁਛ ਨਹੀਂ ਮਿਲਣਾ ਅੱਜ ਦੇ ਸਮੇਂ 'ਚ। ਪਰਫੈਕਸ਼ਨ ਸ਼ਬਦ ਜਿਹੜਾ ਹੈ ਨਾ ਇਹ ਗੁਲਾਮ ਕੌਮਾਂ ਲਈ ਬਹੁਤ ਖਤਰਨਾਕ ਹੁੰਦਾ। ਅਸੀਂ ਜਿਹੜੇ ਸਾਡੇ ਕੋਲ ਹੈਗਾ ਉਹ 'ਤੇ ਕੰਮ ਚਲਾਉਣਾ ਹੈ, ਉਹਨਾਂ ਲੋਕਾਂ ਨੂੰ ਗਾਈਡ ਵੀ ਕਰਨਾ ਹੈ, ਜਿੱਥੇ ਉਹ ਭਟਕਦੇ ਇਹਨਾਂ ਨੂੰ ਰਾਹ 'ਤੇ ਵੀ ਪਾਉਣਾ ਹੈ। ਪਰ ਇਹ ਨਹੀਂ ਹੈਗਾ ਵੀ ਅਸੀਂ ਆਪਾ ਵਿਰੋਧੀ ਬਣ ਜਾਣਾ, ਕਿਉਂਕਿ ਹਿੰਦੂਆਂ ਦੀ ਵੋਟ ਇੱਕ ਪਾਸੇ ਭੁਗਤਦੀ ਹੈ ਪੂਰੀ ਦੀ ਪੂਰੀ, ਮੁਸਲਮਾਨਾਂ ਦੀ ਵੋਟ ਇੱਕ ਪਾਸੇ ਭੁਗਤਦੀ ਹੈ ਸਿੱਖਾਂ ਦੀ ਵੋਟ ਜਿਹੜੀ ਹੈ ਉਹ 4-5-10 ਥਾਵਾਂ 'ਤੇ ਜਾਂਦੀ ਹੈ। ਅਸੀਂ ਕੋਸ਼ਿਸ਼ ਕਰਨੀ ਆ ਵੀ ਬੰਦੇ ਸਾਡੇ ਆਪਣੇ ਮਾੜੇ ਹੋਣ ਜਿੰਨੇ ਮਰਜ਼ੀ ਇਹਨਾਂ ਨੂੰ ਹੀ ਵੋਟ ਪਾਉਣੀ ਹੈ। ਜਿੰਨਾ ਚਿਰ ਇਹ ਰਾਜ ਭਾਗ ਦੀ ਗੱਲ ਕਰਦੇ, ਜਿੱਦਣ ਇਹ ਰਾਜ ਭਾਗ ਤੋਂ ਭਗੌੜੇ ਹੋਣ ਕੋਈ ਵੀ ਬੰਦਾ, ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਇਹਨਾਂ ਦਾ ਵਿਰੋਧ ਕਰੂੰਗਾ। ਪਰ ਛੋਟੀਆਂ-ਮੋਟੀਆਂ ਗੱਲਾਂ 'ਤੇ ਵੀ ਫਲਾਣਾ ਬਿਆਨ ਦੇ ਦਿੱਤਾ ਜੀ ਤੁਸੀਂ ਉਸ ਗੱਲ ਨੂੰ ਲੈ ਕੇ ਤੁਰ ਪਾਓ, ਇੱਦਾਂ ਨਹੀਂ ਹੈ। ਗਾਂਧੀ ਹੋਣਾ ਨੇ ਕਿੰਨੇ ਬਿਆਨ ਦਿੱਤੇ ਆ, ਕਦੀ ਤੁਸੀਂ ਸੁਣਿਆ ਵੀ ਉਹਨਾਂ ਨੇ ਇੱਕ ਦੂਜੇ ਨਾਲ ਰੌਲਾ ਪਾਇਆ ਹੋਵੇ? ਅਡਵਾਨੀ ਦੀ ਕ੍ਰਿਸ਼ਨ ਅਡਵਾਨੀ ਦੀ ਉਹਨੂੰ ਪਾਰਟੀ 'ਚੋਂ ਕੱਢਿਆ ਗਿਆ ਇੱਕ ਕਿਸਮ ਦਾ, ਉਹਨੇ ਕਦੀ ਅੱਜ ਤੱਕ ਬਾਹਰ ਆਣ ਕੇ ਬਿਆਨ ਦਿੱਤਾ ਵੀ ਮੇਰੇ ਨਾਲ ਧੱਕਾ ਕੀਤਾ ਇਹਨਾਂ ਨੇ? ਸੋ ਸਾਡੇ 'ਚ ਰਾਜ ਦੇ ਪ੍ਰਤੀ ਇੰਨੀ ਸਿਰਤਾ ਹੋਣੀ ਚਾਹੀਦੀ, ਪਾਵਰ ਦੇ ਪ੍ਰਤੀ, ਵੀ ਇਹ ਪਾਵਰ ਹੀ ਆ। ਅਤੇ ਇੱਕ ਗੱਲ ਮੈਂ ਹੋਰ ਕਲੀਅਰ ਕਰਦਾ, ਪਾਵਰ ਦੀ ਇੱਛਾ ਸਾਨੂੰ ਨਹੀਂ ਹੈਗੀ। ਸਾਨੂੰ ਇਹ ਆ ਵੀ ਅਸੀਂ ਭਗਤੀ ਕਰਨੀ ਹੈ, ਅਤੇ ਗੁਲਾਮ ਬੰਦੇ ਭਗਤੀ ਵੀ ਨਹੀਂ ਕਰ ਸਕਦੇ। ਤੁਸੀਂ ਭਗਤੀ 'ਤੇ ਬੈਠੇ ਹੋ, ਕੋਈ ਆਣ ਕੇ ਤੁਹਾਡੇ ਚਾਰ ਚਪੇੜਾਂ ਮਾਰ ਦੇਵੇ, ਕਾਹਦੀ ਭਗਤੀ? ਸੋ ਰਾਜ ਦੀ ਲੋੜ ਤਾਂ ਆ ਵੀ ਅਸੀਂ ਆਪਣੇ ਧਰਮ ਦੀ ਪਾਲਣਾ ਕਰ ਸਕੀਏ। ਇਸ ਕਰਕੇ ਜਿਹੜੇ ਇਲੈਕਸ਼ਨ 'ਚ ਮੈਂ ਨਹੀਂ ਜਾਣਾ ਕਦੇ ਵੀ, ਪਰ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਬਾਹਰ ਰਹਿ ਕੇ ਵੀ ਕੋਈ ਨਾ ਕੋਈ ਬੰਦਾ ਤਾਂ ਚਾਹੀਦਾ ਨਾ, ਜਿਹੜਾ ਬੰਦਾ ਇਹ ਕਹੇ ਭਾਈ ਤੁਸੀਂ ਇੱਥੇ ਗਲਤ ਜੋ। ਜੇ ਵਿੱਚ ਵੜਾਂਗੇ ਫਿਰ ਉਹੋ ਜਿਹੇ ਹੋਵਾਂਗੇ ਅਸੀਂ। ਉਹ ਚੰਗੇ ਨੇ, ਬਹੁਤ ਵਧੀਆ ਨੇ, ਅੱਜ ਤੱਕ ਬਹੁਤ ਵਧੀਆ ਕੰਮ ਕਰ ਰਹੇ ਨੇ। 25-30 ਸਾਲ ਹੋ ਗਿਆ, ਸਾਡੇ ਸਾਹਮਣੇ ਹੀ ਸਾਰਾ ਕੁਝ ਹੈ। ਬੜੇ ਬੰਦੇ ਆਪਣੇ ਸਿਧਾਂਤਾਂ ਤੋਂ ਡੋਲ ਗਏ ਨੇ, ਉਹ ਨਹੀਂ ਡੋਲੇ, ਤੇ ਆਪਾਂ ਉਹਨਾਂ ਨੂੰ ਘੱਟੋ ਘੱਟ ਪਰਖੀਏ ਕੀ ਬਣਦਾ ਅੱਗੇ। ਪੰਜਾਬ ਦੀ ਜਥੇਬੰਦੀ ਜਿਹੜੀ ਕਿਸੇ ਨੇ ਸੰਪਰਕ ਕਰਨਾ ਜਾਂ ਲੜਨਾ ਹੋਵੇ ਆਪਣੀ ਜਥੇਬੰਦੀ 'ਚ, ਤੇ ਕਿੰਨੇ ਨਾਲ ਸੰਪਰਕ ਕਰਨਾ ਪਵੇਗਾ? ਪੇਜ ਵੀ ਹੈਗਾ, ਨੰਬਰ ਦੇ ਜਥੇਬੰਦੀ ਦਾ ਕੀ ਮੈਂ ਜਥੇਬੰਦੀ ਦਾ ਨੰਬਰ ਬੋਲ ਦਿੰਦਾ, ਤੁਸੀਂ ਉਹ 'ਤੇ ਵਟਸਐਪ ਕਰ ਦਿਓ ਜਾਂ ਲਿਖ ਲਓ ਉਹਨੂੰ। ਕਾਲ ਸਿੱਧੀ ਨਾ ਕਰਿਓ, ਅਤੇ ਕਿਉਂਕਿ ਕਾਲਾਂ ਚੱਕੀ ਨਹੀਂ ਜਾਂਦੀਆਂ ਹੁੰਦੀਆਂ ਬਾਅਦ 'ਚ। ਵਟਸਐਪ ਕਰਕੇ ਆਪਣੀ ਜਾਣਕਾਰੀ ਦੇ ਦਿਓ, ਉਹ ਬੰਦੇ ਸੰਪਰਕ ਕਰ ਲੈਣਗੇ ਵਾਪਸ, ਜੇ ਮੌਕੇ ਦੇ ਉੱਤੇ ਨਾ ਹੋਇਆ। ਜੇ ਤੁਹਾਡਾ ਕੋਈ ਕੰਸਰਨ ਹੋ ਸਿੱਧਾ ਲਿਖ ਕੇ ਭੇਜ ਦਿਓ, ਹੈ ਨਾ। ਇਹ ਹੈਗਾ ਨੰਬਰ 81-469 50-832 81-469 69 ਹਾਂ 50-832 50-832 86-469 50-832 81 ਤੁਹਾਡੀਆਂ ਗੱਲਾਂ ਤੋਂ ਬਾਅਦ ਬਹੁਤ ਨੌਜਵਾਨ ਪੋਜ਼ਿਟਿਵ ਹੁੰਦੇ ਆ ਜੀ। ਇੱਕ ਵੀਰ ਬਾਹਰ ਮੈਨੂੰ ਮਿਲਿਆ, ਉਹ ਕਹਿ ਰਿਹਾ ਸੀਗਾ ਵੀ ਬਾਈ ਜੀ ਮੈਂ ਇੱਥੋਂ ਪੋਜ਼ਿਟਿਵ ਹੋ ਕੇ, ਪਹਿਲਾਂ ਵੀ ਉਹ ਕੋਈ ਸਪੀਚ ਸੁਣ ਕੇ ਗਿਆ ਹੋਣਾ, ਵੀ ਮੈਨੂੰ ਮੈਂ ਪੋਸਟਰ ਲਾਉਣ ਲੱਗ ਗਿਆ ਜਾ ਕੇ ਆਪਣੇ ਸਿੱਖ ਧਰਮ ਦੇ। ਮੈਨੂੰ ਕਿਸੇ ਬੰਦੇ ਨੇ ਕਹਿ ਤਾ ਵੀ ਇਹ ਪੋਸਟਰ ਨਾ ਲਾ, ਬਾਅਦ 'ਚ ਕੋਈ ਨਹੀਂ ਖੜਦਾ ਹੈਗਾ ਨਾਲ, ਵੀਰ ਤੇਰਾ ਪਰਿਵਾਰ ਵੀ ਹੈਗਾ। ਫਿਰ ਉਹਨਾਂ ਨੂੰ ਜਿਹੜੇ ਨੈਗੇਟਿਵ ਕੀਤੇ ਜਾਂਦੇ ਨੇ ਲੋਕ, ਉਹ ਪੋਜ਼ਿਟਿਵ ਕਿਵੇਂ ਰਹਿਣ? ਨਹੀਂ, ਜੇ ਨਾ ਖੜੂਗੀ ਤਾਂ ਕੀ ਆਖਰ ਆ ਜੂਗੀ। ਮੇਰਾ ਸਵਾਲ ਇਹ ਆ ਵੀ ਆਪਾਂ ਕਿਹਦੇ ਲਈ ਕਰ ਰਹੇ ਹਾਂ ਸਾਰਾ ਕੁਝ। ਹੁਣ ਜੇ ਕਲਗੀਆਂ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਕਹੇ ਵੀ ਮੇਰੇ ਨਾਲ ਕੌਣ ਖੜਿਆ, ਇਹ ਖੜਨ ਖੜਾਉਣ ਵਾਲਾ ਮਸਲਾ ਕੀ ਹੈ? ਐਡਾ ਕੌਮ ਲਈ ਕੰਮ ਕਰਨਾ ਹੈ, ਕੌਮ ਲਈ ਕੰਮ ਕਰੀਏ ਕਿ ਨਹੀਂ ਖੜਦਾ। ਅਸੀਂ ਕੱਲ੍ਹ ਭਾਈ ਰਜਿੰਦਰ ਸਿੰਘ ਹੋਣਾ ਨਾਲ ਮੁਲਾਕਾਤ ਕੀਤੀ ਹੈ, ਸਿੱਖ ਦੋਖੀ ਨੂੰ ਸੋਧਣ ਲਈ ਇੰਗਲੈਂਡ 'ਚ 34 ਸਾਲ ਦੀ ਸਜ਼ਾ ਕੱਟ ਕੇ ਆਏ ਨੇ। ਉਹਨਾਂ ਨੂੰ ਜਾ ਕੇ ਮਿਲੋ, ਦਰਸ਼ਨ ਕਰੋ ਉਹਨਾਂ ਦੇ। ਜੇ ਤੁਹਾਨੂੰ ਉਹਨਾਂ ਦੇ ਚਿਹਰੇ 'ਤੇ ਰੰਜ ਵੀ ਦਿਖ ਪਏ ਇੱਕ ਛੋਟਾ ਜਿਹਾ ਵੀ ਇੰਨੇ ਸਾਲ ਮੈਂ ਸਜ਼ਾ ਕੱਟੀ, ਮੇਰੇ ਨਾਲ ਖੜਿਆ ਕੋਈ ਨਹੀਂ ਖੜਦਾ ਹੁੰਦਾ। ਇਹ ਲੜਾਈ ਖੜਨ ਵਾਲੇ ਬੰਦੇ ਤੇ ਆਪ ਉਲਝੇ ਫਿਰਦੇ ਆ। ਸੰਘਰਸ਼ ਦੇ ਮੌਕੇ 'ਤੇ ਪਤਾ ਕੀ ਹੁੰਦਾ ਹੈ? ਸੰਘਰਸ਼ ਇੱਕ ਐਸਾ ਰਾਹ ਵਾ ਜਿੱਥੇ ਇਕੱਲੇ ਕਾਰੇ ਲੜਨਾ ਪੈਂਦਾ। ਇਹ ਸੋਚ ਕੇ ਤੁਰੋ ਵੀ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ, ਫਿਰ ਖੜ ਜਾਵੇ ਤਾਂ ਠੀਕ ਹੈ, ਜੇ ਨਾ ਖੜੂ ਤਾਂ ਫਿਰ ਕੀ ਹੈ? ਮਤਲਬ ਸੁਣਿਆ ਹੁਣ ਇਹੀ ਆ ਵੀ ਜਿਹੜੇ ਸਿਰਫ ਉਹੀ ਆਇਓ ਜਿਹੜੇ ਚਾਹੁੰਦੇ, ਕਹਿੰਦੇ ਆ ਵੀ ਸਿਰ ਕਫਨ ਬੰਨ੍ਹ ਕੇ ਆਓ, ਤੇ ਜਿਹੜਾ ਬੰਦਾ ਮੌਤ ਨੂੰ ਸਵੀਕਾਰ ਕਰਕੇ ਬੈਠਾ ਉਹਨੂੰ ਕੀ ਲੋੜ ਹੈ ਵੀ ਕਵੇ ਵੀ ਮੇਰੇ? ਉਹ ਬੰਦੇ ਨਾ ਆਉਣ ਜਿਹੜੇ ਕਹਿੰਦੇ ਵੀ ਜੇ ਸਾਨੂੰ ਆਫਤ ਆ ਗਈ ਤਾਂ ਵਾਰਸ ਪੰਜਾਬ ਦੀ ਜਥੇਬੰਦੀ ਸਾਡੇ ਨਾਲ ਖੜੂਗੀ ਜਾਂ ਨਹੀਂ ਖੜੂਗੀ, ਅੰਮ੍ਰਿਤਪਾਲ ਜੀ ਖੜਨਗੇ ਜਾਂ ਨਹੀਂ ਖੜਨਗੇ। ਜਿਨ੍ਹਾਂ ਦੇ ਮਨ 'ਚ ਸ਼ੰਕਾ ਹੈ,
ਜਿਨ੍ਹਾਂ ਦੇ ਮਨ 'ਚ ਇਹ ਗੱਲ ਹੈ ਵੀ ਸਾਨੂੰ ਬਚਾਇਆ ਜਾਵੇ ਮਗਰੋਂ ਹੈ। ਦੇਖੋ ਮਹਾਰਾਜ ਨੇ ਬਚਨ ਕੀਤਾ ਹੈ, ਜਿਉਂ ਤੋਂ ਪ੍ਰੇਮ ਖੇਡਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੀਸ ਤੋਂ ਪਹਿਲਾਂ ਹੀ ਤਲੀ ਤੇ ਧਰਿਆ, ਪਿੱਛੇ ਕੀ ਪਾਈਦਾ। ਸੋ ਇਹ ਰਾਹ ਕੋਈ ਇੱਦਾਂ ਦਾ ਤਾਂ ਹੈ ਨਹੀਂ ਗਾ, ਨਾ ਇੱਥੇ ਵਜ਼ੀਰੀਆਂ ਮਿਲਣੀਆਂ ਵਾ। ਜੇ ਕਿਸੇ ਨੂੰ ਅਹੁਦਾ ਵੀ ਦੇਵਾਂਗੇ ਉਹਦੇ ਵੀ ਪੁੜੇ ਸਿਕਾਉਣ ਵਾਲੀ ਗੱਲ ਹੈ। ਜੇ ਕਿਸੇ ਨੂੰ ਇਹ ਅਹੁਦਾ ਫਰਜ਼ ਕਰੋ ਜਥੇਬੰਦੀ ਕਿਸੇ ਨੂੰ ਅਹੁਦਾ ਦਿੰਦੀ ਹੈ ਤੇ ਉਹ ਇਸ ਅਹੁਦੇ ਨੂੰ ਕਿਤੇ ਖੁਸ਼ੀ 'ਚ ਨਾ ਲੈ ਕੇ ਬਹਿ ਜਾਏ ਵੀ ਮੈਂ ਅਹੁਦੇਦਾਰ ਬਣ ਗਿਆ। ਇਹੋ ਸਿੰਘਾਂ ਦੀ ਰਿਹਾਈ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਨਹੀਂ, ਬੰਦੀ ਸਿੰਘ ਅਸੀਂ ਕਰਦੇ ਹਾਂ। ਹੁਣ ਬੰਦੀ ਸਿੰਘ ਤੇ ਨਹੀਂ ਸਾਨੂੰ ਕਹਿੰਦੇ ਵੀ ਕਰੋ ਸਾਡੀ ਗੱਲ। ਹੁਣ ਗੱਲ ਤੇ ਆਪਾਂ ਦੇਖੋ ਅਸੀਂ ਕਰਨੀ ਹੈ, ਸਾਡਾ ਫਰਜ਼ ਹੈ। ਸ਼ਹੀਦਾਂ ਦੀ ਵੀ ਗੱਲ ਕਰਨੀ, ਜਿਹੜੇ ਅੰਦਰ ਗਏ ਉਹਨਾਂ ਦੀ ਪੈਰਵਾਈ ਵੀ ਕਰਨੀ ਹੈ। ਪਰ ਜੇ ਕੋਈ ਬੰਦਾ ਪਹਿਲਾਂ ਹੀ ਕਹੀ ਜਾਵੇ ਵੀ ਸਾਡੇ ਪਿੱਛੇ ਕੋਈ ਨਹੀਂ ਖੜਦਾ, ਇਹ ਖੜਨ ਖੜਾਉਣ ਵਾਲਾ ਮਸਲਾ ਨਹੀਂ ਹੈਗਾ। ਆਪਾਂ ਜਿਨ੍ਹਾਂ ਹਾਲਾਤਾਂ 'ਚ ਹੈਗੇ ਆ ਉੱਥੇ ਤੇ ਸਵੀਕਾਰ ਕਰ ਲਈਏ, ਪਹਿਲਾਂ ਮਰਨ ਕਬੂਲ ਹੈ, ਜੀਵਨ ਕੀ ਛੜਿਆਸ, ਉਹ ਤੋਂ ਬਾਅਦ ਕੁਛ ਹੋ ਸਕਦਾ, ਉੱਦਾਂ ਨਹੀਂ ਕੁਛ ਹੋਣਾ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਦੇਖੋ ਜੀ, ਅਸੀਂ ਬਹੁਤ ਖੁਸ਼ ਹਾਂ ਜੀ। ਸਾਡੇ ਵਾਸਤੇ ਇੱਕ ਰੌਸ਼ਨੀ ਦਾ ਚਿਰਾਗ ਦੁਆਰੇ ਆਇਆ। ਜਿਵੇਂ ਪਹਿਲਾਂ ਦੀਪ ਬਾਈ ਸੀਗੇ, ਹੁਣ ਤੁਸੀਂ ਦੁਆਰਾ ਰੌਸ਼ਨੀ ਦਾ ਚਿਰਾਗ ਬਣ ਕੇ ਚੱਲਿਓ ਅਤੇ ਨੌਜਵਾਨ ਤੁਹਾਡੇ ਚਿਹਰਿਆਂ ਕਨੀ ਦੇਖ ਰਹੇ ਹੋ। ਅਸੀਂ ਚਾਹੁੰਦੇ ਕਿ ਵਧੀਆ ਜਿਹਾ ਸੁਨੇਹਾ ਦੇ ਦਿਓ। ਜਿਹੜੇ ਨੌਜਵਾਨ ਜਿਵੇਂ ਮੇਰੇ ਨਾਲ ਦੇ ਦੋ ਵੀਰ ਨੇ, ਇਹ ਗੁਰਸਿੱਖ ਨੇ, ਇਹ ਵੀ ਕਹਿੰਦੇ ਅਸੀਂ ਬਾਹਰ ਜਾਣਾ, ਅਤੇ ਸਾਡੇ ਦਿਲ ਨੂੰ ਇੱਕ ਧੂ ਪੈਂਦੀ ਜਦੋਂ ਕੋਈ ਨੌਜਵਾਨ ਕਹਿੰਦਾ ਅਸੀਂ ਬਾਹਰ ਦੇ ਕਾਗਜ਼ ਲਾਏ ਹੋਏ ਨੇ। ਅਤੇ ਇਹਦੇ ਵਾਸਤੇ ਮੈਂ ਕਹਿੰਦਾ ਕਿ ਵਧੀਆ ਜਿਹਾ ਅਸੀਂ ਨੌਜਵਾਨਾਂ ਨੂੰ ਵਧੀਆ ਜਿਹਾ ਉਪਦੇਸ਼ ਦਿੱਤੋ ਵੀ ਉਹਨਾਂ ਦੇ ਦਿਲ ਦੀ ਗੱਲ ਲੰਘ ਜਾਂਦੀ। ਤੁਸੀਂ ਦੇਖੋ, ਜੇ ਤੇ ਕਿਸੇ ਦੀ ਬਹੁਤੀ ਆਰਥਿਕ ਮਜਬੂਰੀ ਹੈ ਤਾਂ ਆਪਾਂ ਫੜ ਕੇ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਸਵਾਲ ਇਹ ਆ ਵੀ ਜੇ ਤੁਹਾਡਾ ਸਰਦਾ ਹੈ ਇੱਥੇ ਰਹਿ ਕੇ, ਮੈਂ ਸਟੇਜ ਤੋਂ ਇਹ ਗੱਲ ਕਹੀ ਸੀ ਵੀ ਜੰਗ ਦਾ ਮੈਦਾਨ ਜਦੋਂ ਭਖਿਆ ਹੋਵੇ ਉਦੋਂ ਛੱਡ ਕੇ ਜਾਣਾ ਸੂਰਮਗਤੀ ਨਹੀਂ ਹੈਗੀ। ਪਰ ਕਈ ਵਾਰ 100 ਮਜਬੂਰੀਆਂ ਹੁੰਦੀਆਂ ਬੰਦੇ ਦੀਆਂ, ਉਹਨਾਂ ਨੂੰ ਜਾਣਾ ਪੈਂਦਾ। ਪਰ ਜਿਹੜਾ ਅੱਜ ਦਾ ਰਿਵਾਜ ਬਣ ਗਿਆ ਵੀ ਅਸੀਂ ਜਾਣਾ ਹੀ ਜਾਣਾ, ਇੱਥੇ ਰਹਿਣਾ ਨਹੀਂ, ਇਹ ਗੱਲ ਮਾੜੀ ਹੈ। ਸੋ ਜੇ ਤੁਹਾਡਾ ਘਰ ਗੁਜ਼ਾਰਾ ਚੱਲਦਾ ਇੱਥੇ ਰਹਿ ਕੇ ਨਹੀਂ ਤੇ ਆਪਾਂ ਇਹ ਵੇਖੀਏ ਵੀ ਆਪਣੇ ਮਾਂ ਪਿਓ ਇੱਥੇ ਰਹੇ, ਉਹਨਾਂ ਦੇ ਬੱਚੇ ਵੀ ਵੱਧ ਸੀ, ਉਹਨਾਂ ਭੈਣ ਭਰਾ ਵੀ ਵੱਧ ਸੀ, ਗੁਜ਼ਾਰਾ ਹੋ ਗਿਆ ਰੋਟੀ ਪਾਣੀ ਤਾਂ। ਜਦੋਂ ਦੁਨਿਆਵੀ ਸ਼ਾਮਾਂ ਆਪਾਂ ਇੰਨੀਆਂ ਪਾਲ ਕੇ ਬੈਠੇ ਹਾਂ, ਸਾਨੂੰ ਲੱਗਦਾ ਵੀ ਬਹੁਤਿਆਂ ਦੀ ਹੋੜ ਤੇ ਇਹ ਆ ਵੀ ਫਲਾਣਾ ਚੱਲ ਗਿਆ ਤੇ ਮੈਂ ਜਾਣਾ, ਹੁਣ ਲੋੜ ਨਹੀਂ ਹੈਗੀ ਜਾਣ ਦੀ। ਸੋ ਇਹੋ ਹੀ ਬੇਨਤੀ ਹੈ ਵੀ ਆਪਾਂ ਇਹ ਵੇਖੀਏ ਵੀ ਮਹਾਰਾਜ ਦੀ ਪਵਿੱਤਰ ਧਰਤੀ ਹੈ ਜਿੱਥੇ ਮਹਾਰਾਜ ਨੇ ਚਰਨ ਪਾਏ ਨੇ। ਬਾਹਰ ਕੀ ਹੈ, ਕੁਛ ਵੀ ਨਹੀਂ ਹੈਗਾ, ਉੱਥੋਂ ਹੀ ਆਏ ਨਾ। ਦੁਨੀਆ ਉੱਥੇ ਦੇ ਲੋਕ ਇੰਨੇ ਮੋਹ ਤੋੜਨੇ ਇੱਕ ਦੂਜੇ ਦੇ ਨਾਲ, ਕੋਈ ਉਹਨਾਂ ਨੂੰ ਵਾਹ ਵਾਸਤਾ ਨਹੀਂ। ਗੁਆਂਢੀ ਤਾਂ ਨਹੀਂ ਪਤਾ ਲੱਗਦਾ 10 ਸਾਲ ਉੱਥੇ ਰਹਿੰਦੇ। ਸਾਡਾ ਕਿੱਡਾ ਸੋਹਣਾ ਢਾਂਚਾ ਬਣਿਆ ਪਿੰਡਾਂ ਦਾ, ਇੱਕ ਦੂਜੇ ਨੂੰ ਜਾਣਦੇ ਹਾਂ, ਇੱਕ ਦੂਜੇ ਦੀ ਦਰਦ 'ਚ ਪੀੜ 'ਚ ਖਲੋਨੇ ਆ, ਹੈ ਨਾ। ਇੱਥੇ ਮੇਲੇ ਮੱਸਿਆ ਲੱਗਦੇ ਨੇ, ਮਹਾਰਾਜ ਦਰਸ਼ਨ ਹੁੰਦੇ ਰਹਿੰਦੇ ਨੇ। ਸੋ ਇਹ ਆ ਵੀ ਜੇ ਤੁਹਾਡਾ ਨਹੀਂ ਜਾਇਆ ਸਰਦਾ ਤੇ ਮੇਰੀ ਇਹ ਬੇਨਤੀ ਆ ਵੀ ਸੰਘਰਸ਼ ਦੇ ਵਿੱਚ ਨੌਜਵਾਨਾਂ ਨੂੰ ਆਉਣਾ ਚਾਹੀਦਾ। ਜਿਹੜੇ ਖਾਸ ਕਰਕੇ ਜਿਹਨੇ ਖੰਡੇ ਬਾਟੀ ਦੀ ਪੌੜ ਲੈ ਲਈ ਉਹ ਤਾਂ ਮੁਕਤ ਹੈ ਨਾ ਦੁਨਿਆਵੀ ਚੀਜ਼ਾਂ ਤੋਂ। ਗ੍ਰਸਤ ਫਿਰ ਵੀ ਜ਼ਰੂਰੀ ਹੈ, ਘਰ ਦਾ ਖਰਚਾ ਚਲਾਉਣਾ, ਘਰਦਿਆਂ ਨੂੰ ਇਹ ਨਹੀਂ ਹੈ ਘਰਦਿਆਂ ਨੂੰ ਪਰ ਸੜਕ 'ਤੇ ਛੱਡ ਆਉਣਾ। ਜਿਹੜੇ ਮਾਂ-ਬਾਪ ਇਹ ਡਰ ਦੇ ਨਾਲ ਭੇਜ ਰਹੇ ਆ ਵੀ ਇੱਥੇ ਨਸ਼ੇ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਜਾਂ ਪਿੱਛੋਂ ਅੱਜ ਕੱਲ੍ਹ ਤਾਂ ਵੈਸੇ ਗੋਲੀ ਮਾਰ ਦਿੰਦੇ, ਉਹ ਨਹੀਂ। ਉੱਥੇ ਫਿਰ ਵੇਖੋ ਵੀ ਇੱਥੇ ਤੇ ਡਰ ਹੈ, ਅਤੇ ਜਦੋਂ ਤੁਸੀਂ ਬਾਹਰ ਜਾਂਦੇ ਜੋ, ਤੁਸੀਂ ਮੈਨੂੰ ਦਿਖਾ ਦਿਓ ਵੀ ਉੱਥੇ ਤੁਹਾਡੇ ਨਿਆਣੇ ਪੰਜਾਬੀ ਨਹੀਂ ਬੋਲਣ ਜੋਗੇ ਹੈਗੇ। ਉੱਥੇ ਜਾ ਕੇ ਜਿਹੜਾ ਕਲਚਰਲ ਇਨਫਲੂਐਂਸ ਹੈ ਤੁਹਾਡੇ 'ਤੇ ਪੈਂਦਾ, ਜਿਹੜਾ ਸੱਭਿਆਚਾਰ ਦਾ ਪ੍ਰਭਾਵ ਹੈ ਉੱਥੋਂ ਦਾ, ਕਿਉਂਕਿ ਨੈਚੁਰਲ ਜੀ ਗੱਲ ਹੈ ਨਾ ਵੀ ਉੱਥੇ ਇੱਕ ਸਿਸਟਮ ਖੜ੍ਹਾ ਹੈ। ਜਿਵੇਂ ਇੱਥੇ ਰਹਿ ਕੇ ਸਾਡੇ ਬੱਚਿਆਂ ਨੂੰ ਜੇ ਅਸੀਂ ਹਿੰਦੀ ਨਾ ਵੀ ਸਿਖਾਉਣੀ ਚਾਹੀਏ, ਹਿੰਦੀ ਸਿੱਖ ਜਾਂਦੇ ਨੇ, ਪੰਜਾਬੀ ਭੁੱਲਦੇ ਜਾਂਦੇ ਨੇ। ਉੱਥੇ ਅੰਗਰੇਜ਼ੀ ਦਾ ਬੋਲਬਾਲ ਹੈ ਜਾਂ ਕਿਸੇ ਹੋਰ ਮੁਲਕ 'ਚ ਹੋਰ ਭਾਸ਼ਾ ਦਾ ਕਲਚਰ ਵੀ ਉੱਥੇ ਉੱਦਾਂ ਦਾ। ਉਹਨਾਂ ਦੇ ਲਈ ਕੁਛ ਚੀਜ਼ਾਂ ਨਹੀਂ ਚੰਗੀਆਂ, ਮਾੜੀਆਂ, ਸਾਡੇ ਲਈ ਉਹ ਚੀਜ਼ਾਂ ਬਹੁਤ ਮਾੜੀਆਂ ਨੇ। ਸੋ ਜੇ ਤੇ ਉੱਥੇ ਜਾ ਕੇ ਤੁਹਾਡੀ ਨਸਲ ਨੂੰ ਕੋਈ ਖਤਰਾ ਨਹੀਂ, ਆਉਣ ਵਾਲੀ ਪੀੜ੍ਹੀ, ਕਿਉਂਕਿ ਅਸਲ ਅਸੀਂ ਤਾਂ ਅੱਜ ਤੋਂ 50 ਸਾਲ ਬਾਅਦ ਸੋਚਣਾ ਨਾ ਵੀ ਸਾਡੀ ਕੌਮ ਕਿੱਥੇ ਖੜੀ ਹੈ। ਜੇ ਤਾਂ ਕੌਮ ਪ੍ਰਸਤੀ ਹੈ, ਜੇ ਨਿੱਜ ਪ੍ਰਸਤੀ ਹੈ, ਫਿਰ ਉੱਥੇ ਚਲੇ ਜਾਓ, ਉੱਥੇ ਆਪਣੇ ਨਿਆਣੇ ਜੰਮਣ, ਉਹ ਗੋਰਿਆਂ ਨਾਲ ਵਿਆਹੇ ਜਾਣ, ਉਹ ਕਾਲਿਆਂ ਨਾਲ ਵਿਆਹੇ ਜਾਣ, ਕੋਈ ਫਰਕ ਨਹੀਂ ਪੈਂਦਾ। ਜੇ ਕੌਮ ਪ੍ਰਸਤੀ ਮਨਾਂ 'ਚ ਹੈਗੀ ਆ ਤੇ ਫਿਰ ਇਹ ਸੋਚੋ ਵੀ ਇੱਥੇ ਜੇ ਤੁਸੀਂ ਆਪਣੇ ਨਿਆਣਿਆਂ ਨੂੰ ਮਤਲਬ ਨਹੀਂ ਸਾਂਭ ਸਕੇ ਤਾਂ ਉੱਥੇ ਤਾਂ ਬਿਲਕੁਲ ਨਹੀਂ ਸਾਂਭ ਸਕਦੇ। ਉੱਥੇ ਕੈਨੇਡਾ ਦੇ ਵਿੱਚ 36-37 ਹਜ਼ਾਰ ਬੰਦਾ ਓਵਰਡੋਜ਼ ਨਾਲ ਮਰਿਆ ਡਰੱਗ ਦੀ 3-4 ਸਾਲਾਂ ਦੇ ਵਿੱਚ। ਉੱਥੇ ਕੋਈ ਸੁਖਾਲੇ ਹਾਲਾਤ ਨਹੀਂ ਹੈਗੇ। ਅਮਰੀਕਾ ਦੇ ਵਿੱਚ ਗਨ ਵਾਇਲੈਂਸ ਨਾਲ ਇੰਨੇ ਬੰਦੇ ਮਰ ਜਾਂਦੇ ਦਿਹਾੜੀ ਦੇ ਵਿੱਚ, ਸਾਲ ਦਾ ਨਹੀਂ 13-14 ਹਜ਼ਾਰ ਬੰਦਾ ਉੱਥੇ ਗੋਲੀਆਂ ਮਾਰ ਕੇ ਮਾਰ ਦਿੰਦੇ ਇੱਕ ਦੂਜੇ ਨੂੰ। ਸੇਫਟੀ ਸੂਫਟੀ ਕਿਤੇ ਨਹੀਂ, ਇਹ ਭਟਕਣਾ ਹੈ ਸਾਡੀ ਭਟਕਣਾ ਕੀ ਹੈ? ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ ਉਹਨਾਂ ਨੂੰ ਲੱਗਦਾ ਵੀ ਇੱਥੇ ਨਹੀਂ, ਉੱਥੇ ਸ਼ਾਇਦ ਠੀਕ ਹੋ ਜੂ ਕੰਮ, ਉੱਥੇ ਨਹੀਂ ਤਾਂ ਉੱਥੇ ਠੀਕ ਹੋ ਜੂਗਾ। ਉਸ ਕਰਕੇ ਅਸੀਂ ਜਦੋਂ ਭਟਕਦੇ ਰਹਿੰਦੇ ਹਾਂ ਤੇ ਖੁਆਰ ਹੋ ਕੇ ਫਿਰ ਮਿਲਣਾ ਪੈਂਦਾ ਬਾਅਦ 'ਚ। ਅਤੇ ਜੇ ਪਹਿਲਾਂ ਹੀ ਸਮਝ ਲੇ ਜੇ ਕੋਈ ਬੰਦਾ ਤਾਂ ਚੰਗੀ ਗੱਲ। ਸਤਿ ਸ਼੍ਰੀ ਅਕਾਲ ਬੇਟਾ। ਮੈਂ ਪਹਿਲੇ ਦੀ ਗੱਲ ਕਰਦੀ ਹਾਂ, ਅੱਜ ਤੋਂ 25 ਸਾਲ ਪਹਿਲਾਂ ਦੀ, ਜਦੋਂ ਅਸੀਂ ਆ ਰਹੇ ਸੀ ਉੱਤਰਾਖੰਡ ਤੋਂ, ਅਤੇ ਰਸਤੇ ਦੇ ਵਿੱਚ ਬੱਸ ਧਰਨਾ ਲੱਗਿਆ ਹੋਏ ਕਰਕੇ ਬੱਸ ਖਰਾਬ ਹੋ ਗਈ। ਤੋ
ਅਸੀਂ ਬੜੇ ਭਟਕਦੇ ਹੋਏ ਪੰਜਾਬ ਐਂਟਰ ਕੀਤਾ। ਤਾਂ ਜਦੋਂ ਪੰਜਾਬ ਐਂਟਰ ਕੀਤਾ ਤਾਂ ਲੱਗਿਆ ਕਿ ਹਾਂ ਕੁਛ ਚਿਹਰੇ ਸਿੱਖ ਦਿਖੇ, ਸਾਨੂੰ ਲੱਗਿਆ ਕਿ ਵੀ ਕਿਰਦਾਰ ਹੈਗੇ ਆ, ਇੱਕ ਸੇਫਟੀ ਜੀ ਮਹਿਸੂਸ ਹੋਈ। ਮੈਂ ਸਾਰੇ ਬੱਚਿਆਂ ਅੱਗੇ ਇਹੀ ਬੇਨਤੀ ਕਰਦੀ ਹਾਂ ਕਿ ਵੀ ਆਪਣੇ ਕਿਰਦਾਰ ਔਰ ਆਪਣਾ ਰੂਪ ਵਾਪਸ ਲਿਆਓ। ਜੇ ਕੋਈ ਬੇਟਾ ਇਸ ਰਸਤੇ 'ਤੇ ਤੁਰਿਆ, ਉਸਨੂੰ ਉਸ ਦੇ ਨਾਲ ਹੌਸਲਾ ਬਣ ਕੇ ਤੁਰੋ, ਸਮਝਦਾਰੀ ਨਾਲ ਤੁਰੋ। ਜੋ ਉਹਦੀਆਂ ਗੱਲਾਂ ਨੇ ਉਹਨਾਂ ਨੂੰ ਮੰਨੋ। ਇਹੀ ਹੈ ਕਿ ਇੱਕ ਆਸ ਹੈ। ਦੀਪ ਦੇ ਜਾਣ ਬਾਅਦ ਬੜਾ ਦੁੱਖ ਸੀਗਾ ਤਾਂ ਕਿ ਸਾਨੂੰ ਆਪਣਾ ਕਿਰਦਾਰ, ਸਾਨੂੰ ਉਹੀ ਅੱਜ ਉਹੀ ਬੱਸ 'ਚ ਸਫ਼ਰ ਕਰੋ ਤਾਂ ਸਾਨੂੰ ਆਪਣੇ ਰੂਪ ਨਹੀਂ ਦਿਖਦੇ, ਉਹੀ ਅਨਸੇਫਟੀ ਜੀ ਮਹਿਸੂਸ ਹੁੰਦੀ ਹੈ ਵੀ ਇੱਥੋਂ ਅਸੀਂ ਚਲੇ ਜਾਈਏ, ਛੇਤੀ ਆਪਣੇ ਘਰ ਪਹੁੰਚ ਜਾਈਏ। ਤਾਂ ਇੱਕ ਉਹ ਸੇਫਟੀ ਜਿਹੀ ਸੀ ਪੰਜਾਬ ਦੇ ਵਿੱਚ, ਉਹ ਸਾਨੂੰ ਹੁਣ ਇੱਕ ਮਹਿਸੂਸ ਨਹੀਂ ਹੁੰਦੀ। ਤਾਂ ਬਾਕੀ ਚੜ੍ਹਦੀ ਕਲਾ ਬੱਚੇ ਲਈ। ਅਰਦਾਸ ਕੀਤੀ ਜੀ ਤੁਹਾਡੇ ਲਈ ਔਰ ਜਿਹੜੇ ਹਾਲਾਤ। ਦੇਖੋ ਇੱਕ ਹੋਰ ਗੱਲ ਹੈ ਵੀ ਬਾਰ-ਬਾਰ ਆਪਾਂ ਨੂੰ ਗੁਲਾਮੀ ਦਾ ਜ਼ਿਕਰ ਕਰਨਾ ਪੈਂਦਾ, ਜਿਹੜੀ ਸਾਨੂੰ ਆਪਣੇ ਬਾਣੇ ਤੋਂ, ਆਪਣੇ ਪਹਿਰਾਵੇ ਤੋਂ ਇੱਕ ਨਫ਼ਰਤ ਹੋ ਗਈ ਹੈ। ਇਹਨੂੰ ਸਵੈ ਨਫ਼ਰਤ ਅੰਗਰੇਜ਼ੀ 'ਚ ਇਹਦੀ ਟਰਮ ਹੈ ਸੈਲਫ ਹੇਟ। ਕੌਮਾਂ ਨੂੰ ਆਪਣੀਆਂ ਹਰ ਚੀਜ਼ ਨਾਲ ਨਫ਼ਰਤ ਹੋ ਜਾਂਦੀ ਜਿਹੜੀਆਂ ਕੌਮਾਂ ਗੁਲਾਮ ਨੇ, ਕਿਉਂਕਿ ਸਾਨੂੰ ਲੱਗਦਾ ਵੀ ਜਿਹੜੀ ਸਾਨੂੰ ਕੁੱਟ ਪਈ ਇਹਨਾਂ ਕਰਕੇ ਪਈ ਹੈ। ਸਾਨੂੰ ਲੱਗਦਾ ਵੀ ਜਿਹੜੀ ਸਿਰ 'ਤੇ ਦਸਤਾਰ ਵੱਜੀ ਇਹਦਾ ਕਰਕੇ ਅਸੀਂ ਟਾਰਗੇਟ ਹੁੰਦੇ ਹਾਂ ਅਤੇ ਅਸੀਂ ਦਸਤਾਰ ਨੂੰ ਨਫ਼ਰਤ ਕਰਨ ਲੱਗ ਪਏ। ਅਸੀਂ ਵੀ ਉਹਨਾਂ 'ਚੋਂ ਹੀ ਹਾਂ। ਮੈਂ ਵੀ 6-7 ਮਹੀਨੇ ਪਹਿਲਾਂ ਦਸਤਾਰ ਬੰਨਣੀ ਸ਼ੁਰੂ ਕੀਤੀ, 8 ਮਹੀਨੇ ਪਹਿਲਾਂ ਕੇਸ ਰੱਖੇ। ਹੁਣ ਹਾਲਾਤ ਇਹ ਆ ਵੀ ਜਦੋਂ ਕੌਮਾਂ ਗੁਲਾਮ ਹੁੰਦੀਆਂ ਨਾ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀਆਂ ਚੀਜ਼ਾਂ ਨਾਲ ਨਫ਼ਰਤ ਹੋ ਜਾਂਦੀ। ਹੁਣ ਅੱਜ ਦੇ ਸਮੇਂ 'ਚ ਸਭ ਤੋਂ ਜ਼ਰੂਰੀ ਹੈ ਵੀ ਅਸੀਂ ਜਿਹੜੀ ਹਕੂਮਤ ਸਾਨੂੰ ਇਹਨਾਂ ਦਸਤਾਰਾਂ ਤੋਂ ਬਾਹਰ ਕਰਨਾ ਚਾਹੁੰਦੀ ਹੈ ਵੀ ਇਹ ਲਾ ਦਈਏ, ਸਾਨੂੰ ਇਹ ਬੰਨਣੀਆਂ ਚਾਹੀਦੀਆਂ। ਮੁੰਡੇ ਬੰਨ੍ਹਦੇ ਆ ਸ਼ੌਂਕ ਨੂੰ, ਪਰ ਜਿਹੜੀ ਦਸਤਾਰ ਬੰਨਣੀ ਉਹ ਸ਼ੌਂਕ ਨੂੰ ਨਹੀਂ ਬੰਨਣ ਵਾਲੀ ਗੱਲ ਹੈਗੀ। ਇਹ ਤੁਹਾਨੂੰ ਇਸ ਚੀਜ਼ ਤੋਂ ਮੁਕਤ ਕਰ ਦਿੰਦੀ ਹੈ ਵੀ ਤੁਸੀਂ ਕਿਵੇਂ ਦੇ ਲੱਗਦੇ ਜੋ ਦੁਨੀਆ ਨੂੰ, ਕਿਵੇਂ। ਜਿਵੇਂ ਬਾਈ ਦੀਪ ਦੀ ਗੱਲ ਹੈ, ਵੈਲੀਡੇਸ਼ਨ ਕਿਹਦੇ ਕੋਲ ਲੈਣੀ ਹੈ। ਬਹੁਤੇ ਮੁੰਡੇ ਇਸ ਕਰਕੇ ਕੇਸ ਕਤਲ ਕਰਾ ਦਿੰਦੇ ਵੀ ਅਸੀਂ ਸੋਹਣੇ ਨਹੀਂ ਲੱਗਦੇ। ਸ਼ਾਇਦ ਸੋਹਣੇ ਕਿਹਨੂੰ ਨਹੀਂ ਲੱਗਦੇ ਤੁਸੀਂ? ਗੁਰੂ ਨੂੰ ਤਾਂ ਇੱਦਾਂ ਹੀ ਸੋਹਣਾ ਲੱਗਦਾ ਬੰਦਾ। ਗੁਰੂ ਸਾਹਿਬ ਨੇ ਕਹਿਣਾ ਬਿਨ ਸ਼ਸਤਰ ਕੈਸਨ ਦਿਓ ਉਹਨਾਂ ਦੇ ਦਰ। ਹੁਣ ਕਿਹਨੂੰ ਸੋਹਣੇ ਨਹੀਂ ਲੱਗਦੇ? ਦੁਨੀਆ ਨੂੰ। ਅਤੇ ਜੇ ਦੁਨੀਆ ਨੂੰ ਤੋਂ ਵੈਲੀਡੇਸ਼ਨ ਲੈਣੀ ਹੈ ਫਿਰ ਤਾਂ ਤੁਸੀਂ ਪੂਰਤੀ ਕਰ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਨੇ ਤਾਂ ਕੋਈ ਨਾ ਕੋਈ ਕਮੀ ਕੱਢ ਦੇਣੀ ਤੁਹਾਡੇ 'ਚ। ਅਤੇ ਜਿਹੜੇ ਸੱਚੇ ਸਤਿਗੁਰ ਨੇ, ਅਕਾਲ ਪੁਰਖ ਰੂਪ ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਪੂਰੇ ਕੀਤਾ ਆਪਣਾ ਰੂਪ ਦੇ ਕੇ, ਉਹਨੂੰ ਤੁਸੀਂ ਮਾੜੇ ਲੱਗਦੇ ਜੋ। ਮਤਲਬ ਜਦੋਂ ਤੁਸੀਂ ਕੇਸ ਕਤਲ ਕਰਾਉਂਦੇ ਜੋ, ਉਹ ਤੁਸੀਂ ਪ੍ਰਵਾਨ ਕਰ ਲੈਂਦੇ ਆਪਾਂ ਸਾਰੇ ਜਾਣੇ ਵੀ ਠੀਕ ਹੈ ਜੀ, ਉਹ ਸਾਨੂੰ ਪ੍ਰਵਾਨ ਹੈ, ਉਹਦੀ ਕੋਈ ਪ੍ਰਵਾਹ ਨਹੀਂ। ਅਤੇ ਜਿਹੜੀ ਆ ਦੁਨੀਆ ਤੁਰੀ ਫਿਰਦੀ ਹੈ, ਜੱਗ ਜਹਾਨ ਤੁਰਿਆ ਫਿਰਦਾ, ਇਹਨਾਂ ਨੂੰ ਖੁਸ਼ ਕਰਨ ਵਾਸਤੇ ਅਸੀਂ ਕੀ ਕੁਛ ਕਰਦੇ। ਸੋ ਇਹ ਭਟਕਣਾ, ਜੇ ਤਾਂ ਤੁਸੀਂ ਦੱਸੋ ਵੀ ਦੁਨੀਆ ਨੇ ਕਿਤੇ ਅੰਤ ਲਾ ਲਿਆ ਹੋਵੇ ਅੱਜ ਤੱਕ, ਵੀ ਦੁਨੀਆ ਇਸ ਗੱਲ ਦੇ ਉੱਤੇ ਸੈਟਿਸਫਾਈ ਹੋ ਗਈ ਵੀ ਚਲੋ ਆਹ ਰੂਪ ਸਾਨੂੰ ਸੋਹਣਾ ਲੱਗਦਾ। ਪਿਛਲੇ 100 ਸਾਲ ਦਾ ਫੈਸ਼ਨ ਕੱਢ ਕੇ ਦੇਖ ਲਓ ਤੁਸੀਂ। 10 ਸਾਲ ਇੱਕ ਪੈਂਟ ਨਹੀਂ ਟਿਕਦੀ, ਕਦੀ ਪਹੁੰਚੇ ਖੁੱਲ੍ਹੇ ਹੋ ਜਾਂਦੇ, ਕਦੀ ਪਹੁੰਚੇ ਤੰਗ ਹੋ ਜਾਂਦੇ ਨੇ, ਕਦੀ ਕਮੀਜ਼ਾਂ ਖੁੱਲ੍ਹੀਆਂ ਹੋ ਜਾਂਦੀਆਂ, ਕਦੀ ਟਾਈਟ ਹੋ ਜਾਂਦੀਆਂ, ਕਦੀ ਹੇਅਰ ਸਟਾਈਲ ਐਂ ਨੂੰ ਚੱਲ ਜਾਂਦਾ, ਕਦੀ ਆਉਣ ਚੱਲ ਜਾਂਦਾ, ਕਦੀ ਦਾੜੀਆਂ ਆ ਜਾਂਦੀਆਂ, ਕਦੀ ਗਾਇਬ ਹੋ ਜਾਂਦੀਆਂ। ਇਹ ਅਕਾਲ ਦਾ ਵਰਤਾਰਾ ਤਾਂ ਨਹੀਂ ਨਾ, ਤੇ ਕਾਲ ਆ, ਸਮਾਂ ਬਦਲਿਆ, ਅਕਾਲ ਦੇ ਨਾਲ ਚੀਜ਼ਾਂ ਬਦਲ ਗਈਆਂ। ਅਕਾਲ ਤਾਂ ਬਦਲਦਾ ਨਹੀਂ ਬਿਲਕੁਲ ਵੀ। ਸੋ ਅਸੀਂ ਉਸ ਰੂਪ 'ਚ ਰਹਿਣਾ ਹੈ ਜਿਹੜਾ ਰੂਪ ਸਾਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਬਖਸ਼ਿਆ। ਉਹ ਕਦੀ ਆਊਟ ਆਫ ਫੈਸ਼ਨ ਨਹੀਂ ਹੋਣਾ, ਪਰ ਕਿਹਦੀਆਂ ਨਿਗਾਹ 'ਚ? ਗੁਰੂ ਦੀ ਨਿਗਾਹ 'ਚ। ਦੁਨੀਆ 'ਚ ਲੱਖ ਕਹਿੰਦੀ ਰਹੇ, ਹੁਣ ਦੁਨੀਆ ਨੂੰ ਤਾਂ ਆਹ ਵੀ ਸ਼ਸਤਰ ਵੀ ਮਾੜੇ ਲੱਗਦੇ ਨੇ। ਉਹ ਕਹਿੰਦੇ ਕਿਉਂ ਫੜੀ ਫਿਰਦੇ ਤੁਸੀਂ, ਇਹਨਾਂ ਦੀ ਕੀ ਲੋੜ ਹੈ? ਤੁਹਾਨੂੰ ਨੌਲੇਜ ਹੈ, ਇਹ ਤੁਸੀਂ 8 ਮਹੀਨੇ ਪਹਿਲਾਂ ਕੇਸ ਰੱਖੇ, ਪਰ ਜਿਹੜੀ ਇਹ ਨੌਲੇਜ ਹੈ ਕਾਫੀ ਪੁਰਾਣੀ ਲੱਗਦੀ ਹੈ ਜਿਸ ਹਿਸਾਬ ਨਾਲ ਤੁਹਾਡੀ ਨੌਲੇਜ ਅਸੀਂ ਦੇਖਦੇ ਹਾਂ। ਜਦੋਂ ਤੁਹਾਨੂੰ ਸਿੱਖੀ ਬਾਰੇ ਸਾਰਾ ਕੁਝ ਪਤਾ ਨਹੀਂ, ਫਿਰ ਤੁਸੀਂ 8 ਮਹੀਨੇ ਪਹਿਲਾਂ ਹੀ ਇੱਧਰ ਪਹੁੰਚੇ, ਉਸ ਤੋਂ ਪਹਿਲਾਂ? ਠੀਕ ਹੈ, ਇਹ ਸਵਾਲ ਮੈਨੂੰ ਅੱਗੇ ਵੀ ਕਈ ਵਾਰ ਆਇਆ। ਦੇਖੋ ਨੌਲੇਜ ਕੋਈ ਬਹੁਤ ਵੱਡਾ ਚੀਜ਼ ਨਹੀਂ ਹੈਗੀ, ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਨੌਲੇਜ ਸਭ ਤੋਂ ਵੱਡੀ ਚੀਜ਼ ਹੈ ਦ੍ਰਿੜਤਾ। ਉਹ ਕਹਿੰਦੇ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਕੈਂਸਰ ਸਪੈਸ਼ਲਿਸਟ ਹੈ ਨਾ, ਜਿਹੜੇ ਕੈਂਸਰ ਦਾ ਇਲਾਜ ਕਰਦੇ ਆ, ਉਹ ਸਮੋਕਿੰਗ ਨਹੀਂ ਛੱਡ ਸਕਦੇ, ਚੇਨ ਸਮੋਕਰ ਆ। ਉਹਨਾਂ ਨੂੰ ਪਤਾ ਹੈ ਕੈਂਸਰ ਨੁਕਸਾਨਦੇਹੀ ਹੈ, ਪਰ ਉਹਨਾਂ ਦਾ ਵਕਾਰ ਐਡਾ ਉਹਨਾਂ 'ਤੇ ਭਾਰੀ ਹੋ ਗਿਆ ਵੀ ਉਹ ਆਪ ਸਿਗਰਟਾਂ ਪੀਂਦੇ ਨੇ। ਸ਼ਰਾਬੀ ਨੂੰ ਪਤਾ ਹੁੰਦਾ ਸ਼ਰਾਬ ਮਾੜੀ, ਪਰ ਛੱਡ ਨਹੀਂ ਸਕਦਾ। ਅਸੀਂ ਵੀ ਵਕਾਰਾਂ 'ਚ ਹੀ ਫਸੇ ਸਾਂ, ਹੁਣ ਵੀ ਕਈ ਵਕਾਰ ਨੇ ਬੰਦੇ, ਕਿਉਂਕਿ ਇਹ ਲੜਾਈ ਤੁਹਾਡੀ ਰੋਜ਼ ਦੀ ਹੈ। ਤੁਸੀਂ ਇਹ ਮਤ ਸੋਚੋ ਵੀ ਅੱਜ ਤੁਸੀਂ ਬਾਣੀ ਨੂੰ ਪੜ੍ਹ ਲਿਆ, ਇਹਨੂੰ ਸਮਝ ਲਿਆ, ਇਹ ਕੋਈ ਘੋਟ ਕੇ ਪਾਉਣ ਵਾਲੀ ਚੀਜ਼ ਨਹੀਂ ਹੈਗੀ ਅੰਦਰ। ਇਹ ਅਰਦਾਸ ਹੈ ਅਤੇ ਰੋਜ਼ ਮਹਾਰਾਜ ਅੱਗੇ ਅਰਦਾਸ ਕਰਨੀ ਹੈ। ਜਿਵੇਂ ਇੱਕ ਐਥਲੀਟ ਹੈ, ਉਹ ਪ੍ਰੈਕਟਿਸ ਕਰਦਾ 100 ਮੀਟਰ ਰਨਿੰਗ ਦੀ, ਜੇ ਉਹ 3 ਮਹੀਨੇ ਪ੍ਰੈਕਟਿਸ ਛੱਡਦੇ ਤਾਂ 100 ਮੀਟਰ ਉਹ ਟਾਈਮ ਚੇਂਜ ਹੋ ਉਹਦਾ। ਉਹ ਕਿਉਂਕਿ ਸਰੀਰ ਵਿਗੜ ਜਾਂਦਾ ਪ੍ਰੈਕਟਿਸ ਤੋਂ ਬਿਨਾਂ, ਅਤੇ ਸਰੀਰ ਦੇ ਵਿਗੜਨ ਦੀ ਗਤੀ ਤਾਂ ਬਹੁਤ ਹੌਲੀ ਹੈ। ਮਨ ਇੰਨਾ ਚੰਚਲ ਹੈ, ਮਹਾਰਾਜ ਕਹਿੰਦੇ ਆ ਵੀ ਹੁਣੇ ਰੱਬ ਦੇ ਧਿਆਨ 'ਚ ਲੱਗਾ ਅਤੇ ਹੁਣੇ ਹੋ ਸਕਦਾ ਕਾਮ 'ਚ ਗ੍ਰਸਿਆ ਜਾਵੇ, ਕੋਈ ਖਿਆਲ ਹੀ ਐਸਾ ਮਨ 'ਚ ਆ ਜਾਵੇ। ਤਾਂ ਇਹਨੂੰ ਕਿੰਨੀ ਸਾਧਨਾ ਦੀ ਲੋੜ ਹੋਊਗੀ। ਜੇ ਸਰੀਰ ਨੂੰ ਸਾਧਨਾ ਦੀ ਲੋੜ ਹੈ ਜਿਹੜਾ ਹੌਲੀ ਹੌਲੀ ਵਿਗੜਦਾ,
ਤੇ ਮਨ ਜਿਹੜਾ ਇੰਨਾ ਚੰਚਲ ਆ ਵੀ ਅੱਜ ਇੱਥੇ ਆ ਤੇ ਹੁਣ ਕੋਹਾਂ ਹਜ਼ਾਰਾਂ ਮੀਲ ਦੂਰ ਕਿਸੇ ਹੋਰ ਚੀਜ਼ ਦਾ ਖਿਆਲ ਮਨ 'ਚ ਆ ਜਾਏ, ਕੋਈ ਦਰਿਆਵੀ ਸੰਸਾਧ ਹੁੰਦਾ, ਕੋਈ ਸੋਨੇ ਦਾ, ਕੋਈ ਹੀਰੇ ਦਾ। ਹਾਂ, ਹੁਣ ਉਹ ਮਨ ਨੂੰ ਸਾਧਨਾ ਲਈ ਲੋੜ ਹੈ। ਅੱਜ ਵੀ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਵੀ ਹੁਣ ਅਸੀਂ ਪਰਫੈਕਟ ਹੋ ਗਏ ਹਾਂ। ਰੋਜ਼ ਵਿਕਾਰਾਂ ਨਾਲ ਲੜਾਈ ਹੋਣੀ ਹੈ। 5-8 ਮਹੀਨੇ ਪਹਿਲਾਂ ਇਹ ਫੈਸਲਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ, ਉਹਨਾਂ ਨੂੰ ਅਰਦਾਸ ਬੇਨਤੀ ਕੀਤੀ ਵੀ ਮਹਾਰਾਜ ਇਹ ਨਿਭ ਜਾਵੇ ਸਾਡੇ ਕੋਲ, ਤੇ ਅੱਜ ਰੋਜ਼ ਹੀ ਅਰਦਾਸ ਬੇਨਤੀ ਇਹੋ ਹੀ ਹੈ। ਦੇਖੋ ਇਹ ਇਹਨਾਂ ਦੀ ਗੁਰੂ ਸਾਹਿਬ ਦੇ ਨਾਲ ਗੱਲਬਾਤ ਹੈ ਮੈਂ ਬੋਲ ਹੀ ਦਿੰਦਾ। ਮੈਂ ਵੈਸੇ 3-4 ਦਿਨ ਪਹਿਲਾਂ ਹੀ ਭਾਜੀ ਨੂੰ ਕਹਿ ਰਿਹਾ ਸੀਗਾ ਕਿ ਮੈਂ ਹਫ਼ਤੇ 10 ਦਿਨ ਵਿੱਚ ਹੀ ਇਹ ਅਨਾਊਂਸ ਕਰਨ ਵਾਲਾ ਕਿ ਪੱਗ ਤਾਂ ਮੈਂ ਪਰਮਾਨੈਂਟ ਬੰਨ੍ਹਣੀ ਸ਼ੁਰੂ ਕਰ ਦੇਣੀ ਹੈ। ਇਹ ਤਾਂ ਮੈਂ ਅਨਾਊਂਸ ਕਰ ਹੀ ਰਿਹਾ। ਕੁਝ ਫਿਲਮਾਂ ਹੈਗੀਆਂ ਜਿਹੜੀਆਂ ਪੈਂਡਿੰਗ ਹੈ, ਜਿਹੜੀਆਂ ਪੂਰੀਆਂ ਕਰਨੀਆਂ ਪੈਣੀਆਂ, ਉਹ ਪੂਰੀਆਂ ਕਰਕੇ ਫਿਰ ਅੰਮ੍ਰਿਤ ਵੀ ਛਕਾਂਗੇ ਨਾਲ ਹੀ। ਬੋਲੇ ਅੰਮ੍ਰਿਤ ਛਕਣ ਤੋਂ ਬਾਅਦ ਕੋਈ ਫਿਲਮਾਂ ਦੀ ਆਫਰ ਆ ਗਈ ਜੀ? ਫਿਰ ਨਹੀਂ, ਉੱਦਾਂ ਹੀ ਕਿਸੇ ਨੇ ਕਰਾਉਣਾ ਤੇ ਕਰਾ ਲੇ, ਫਿਰ ਤਾਂ ਫਿਰ ਉਸੇ ਰੂਪ 'ਚ ਹੀ ਹੋਏਗਾ। ਬਸ ਹਾਂਜੀ, ਉਹਨਾਂ ਦਾ ਕੋਈ ਸਵਾਲ? ਇੱਕ ਵੀਰ ਜੀ ਦਾ ਸੀਗਾ। ਹਾਂਜੀ, ਮੇਰਾ ਬੱਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਹੈਗਾ ਜੀ ਚਿੱਟੇ 'ਤੇ, ਵੀ ਜਦੋਂ ਸਰਕਾਰਾਂ ਵੀ ਫੇਲ ਹੋ ਗਈਆਂ, ਅਸੀਂ ਵੀ ਇਲਾਕੇ ਦੇ ਵਿੱਚ ਕੰਪਲੇਂਟਾਂ ਕਰਦੇ ਹਾਂ, ਅਸੀਂ ਬੁਰੇ ਪੈਂਦੇ ਹਾਂ ਜੀ, ਉਹਦੇ 'ਤੇ ਤੁਸੀਂ ਆਪਣਾ ਕੋਈ ਵਿਚਾਰ ਦਿਓ ਵੀ ਅਸੀਂ ਇਹ ਮਸਲਾ ਕਿਵੇਂ ਹੱਲ ਕਰੀਏ? ਦੇਖੋ, ਨਸ਼ੇ ਦੇ ਉੱਤੇ ਮੈਂ ਕਾਫੀ ਸਟੱਡੀ ਕੀਤੀ ਹੈ ਕਿ ਨਸ਼ਾ ਕੰਮ ਕਿਵੇਂ ਕਰਦਾ। ਜਿਹੜੇ ਨਸ਼ੇ ਦੀ ਸਰੀਰ 'ਤੇ ਅਫੈਕਸ਼ਨ ਹੈ, ਉਹਦੀ ਮਤਲਬ ਲਾ ਲਓ ਵੀ ਨਸ਼ਾ ਸਰੀਰ 'ਤੇ ਜਿਹੜਾ ਪ੍ਰਭਾਵ ਪਾਉਂਦਾ ਉਹ 1 ਹਫ਼ਤੇ ਤੋਂ 2 ਹਫ਼ਤੇ 'ਚ ਖਤਮ ਹੋ ਜਾਂਦਾ। ਸਰੀਰ ਤੁਹਾਡਾ ਨਸ਼ਾ ਨਹੀਂ ਮੰਗਦਾ ਬਾਅਦ 'ਚ। ਉਸ ਤੋਂ ਬਾਅਦ 'ਚ ਤੁਹਾਡੇ ਮਨ ਦੀ ਖੇਡ ਹੈ ਸਾਰੀ। ਪ੍ਰੋਬਲਮ ਕਿੱਥੇ ਆਉਂਦੀ ਹੈ? ਮੁਸ਼ਕਿਲ ਇਹ ਆ ਵੀ ਸਾਡੀ ਸੰਗਤ ਨਹੀਂ ਬਦਲਦੀ। ਜਿਹੜੇ ਨੌਜਵਾਨ ਨਸ਼ਾ ਛੱਡ ਜਾਂਦੇ ਨੇ, ਉਹਨਾਂ ਦੇ ਯਾਰ ਦੋਸਤ ਉਹ ਰਹਿੰਦੇ ਨੇ। ਉਹ ਜਦੋਂ ਉਹਨਾਂ ਵੱਲ ਵੇਖਦਾ ਹੈ, ਉਹਨੂੰ ਫਿਰ ਉਹ ਚੇਤਾ ਆ ਜਾਂਦਾ, ਫਿਰ ਉਹਦੇ ਦਿਮਾਗ ਦੇ ਉੱਤੇ ਬੋਝ ਪੈਂਦਾ, ਦਿਮਾਗ ਫਿਰ ਸਰੀਰ ਨੂੰ ਤੰਗ ਕਰਦਾ ਅਤੇ ਫਿਰ ਨਸ਼ੇ ਦੀ ਮੰਗ ਸ਼ੁਰੂ ਹੋ ਜਾਂਦੀ। ਫਿਰ ਉਹ ਬੰਦਾ ਉਸੇ ਰਾਹ 'ਤੇ ਤੁਰ ਪੈਂਦਾ। ਅਸੀਂ ਇਸ ਦੇ ਲਈ ਇੱਕ ਸ਼ੁਰੂ ਕਰਨੀ ਹੈ ਯੋਜਨਾ ਵੀ ਨੌਜਵਾਨਾਂ ਨੂੰ ਸੱਦਾ ਦੇਣਾ ਵੀ ਜਿਹੜੇ ਨੌਜਵਾਨ ਨਸ਼ੇ 'ਚ ਫਸੇ ਨੇ, ਇਹ ਵਿਕਟਮ ਨੇ, ਇਹਨਾਂ ਨੂੰ ਕ੍ਰਿਮੀਨਲ ਵਜੋਂ ਨਾ ਵੇਖਿਆ ਕਰੋ। ਇਹ ਨਾ ਕਹੋ ਵੀ ਇਹ ਕੋਈ ਪਾਪੀ ਲੋਕ ਨੇ, ਇਹ ਲੋਕ ਫਸੇ ਨੇ, ਹਿੰਦੁਸਤਾਨ ਹਕੂਮਤ ਦੋਸ਼ੀ ਹੈ। ਕਿਉਂਕਿ ਇਹ ਨੌਜਵਾਨ ਕਿਤੇ ਢਿੱਡੋਂ ਥੋੜ੍ਹੀ ਜੰਮੇ ਸੀ ਵੀ ਇਹਨਾਂ ਕੋਈ ਟੀਕੇ ਲਾਉਣੇ ਨੇ ਚਿੱਟੇ 'ਤੇ। ਇੱਥੇ ਜੇ ਹਕੂਮਤ ਸਹੀ ਹੁੰਦੀ ਤੇ ਇਹ ਨਾ ਨਸ਼ਾ ਵਿਕਦਾ ਤੇ ਨਾ ਇਹ ਕਰਦੇ। ਪਰ ਇਹਨਾਂ ਨੌਜਵਾਨਾਂ ਨੂੰ ਸੱਦਾ ਦੇਣਾ ਕਿ ਤੁਸੀਂ ਆਓ। ਜਿੱਥੇ ਨਸ਼ਾ ਛਡਾਊ ਕੇਂਦਰਾਂ ਦਾ ਅੱਜ ਕੱਲ੍ਹ ਦਾ ਤਾਂ ਕਾਰੋਬਾਰ ਹੈ, 30-30 40-40 ਹਜ਼ਾਰ 50-50 ਰੁਪਏ ਲੈਂਦੇ ਨੇ। ਉਹ ਕੁੱਟਦੇ ਮਾਰਦੇ ਨੌਜਵਾਨਾਂ ਨੂੰ। ਨੌਜਵਾਨ ਜਦੋਂ ਬਾਹਰ ਆਉਂਦਾ ਪਹਿਲਾਂ ਆਪਣੇ ਟੱਬਰ ਨੂੰ ਕੁੱਟਦਾ ਕਿ ਤੁਸੀਂ ਮੈਨੂੰ ਭੇਜਿਆ ਕਿਉਂ ਉੱਥੇ, ਅਤੇ ਫਿਰ ਮਤਲਬ ਉਹ ਫਿਰ ਉਸੇ ਰਾਹ 'ਤੇ ਤੁਰ ਪੈਂਦਾ। ਇਹਨੂੰ ਅਸੀਂ ਜਿਹਨੇ ਨਸ਼ਾ ਛੱਡਣਾ ਹੈ, ਉਹਨੂੰ ਇੱਕ ਵੱਡਾ ਨਸ਼ਾ ਲਾਉਣਾ ਪੈਣਾ, ਉਹ ਨਾਮ ਦਾ ਨਸ਼ਾ। ਨਸ਼ੇ ਨੂੰ ਨਸ਼ਾ ਕੱਟ ਸਕਦਾ, ਹੋਰ ਕੋਈ ਚੀਜ਼ ਨਹੀਂ ਕੱਟ ਸਕਦੀ। ਸੰਘਰਸ਼ ਦਾ ਨਸ਼ਾ ਲਾਉਣਾ। ਜਿਹੜਾ ਨੌਜਵਾਨ ਤੁਸੀਂ ਜਿਹੜੇ ਨਸ਼ੇ ਕਰਨ ਵਾਲੇ ਨੌਜਵਾਨ ਘਰਦਿਆਂ ਲਈ ਮਰੇ ਨੇ, ਰੋਜ਼ ਮਾਵਾਂ ਕਹਿੰਦੀਆਂ ਵੀ ਮਾਰੀ ਜਾ ਨੂੰ ਚੰਗਾ, ਕਹਿੰਦੀਆਂ ਨੇ ਨਾ। ਅਤੇ ਜੇ ਘਰਦਿਆਂ ਲਈ ਮਰੇ ਨੇ ਅਤੇ ਸਾਡੇ ਲਈ ਅਸੀਂ ਮਹਾਰਾਜ ਕਿਰਪਾ ਕਰਨ, ਅਤੇ ਜੇ ਸਾਨੂੰ ਕੋਈ 100-200 ਹੀ ਮਤਲਬ ਉਹਨਾਂ 'ਚੋਂ ਮਿਲ ਜੇ, ਜਿਹੜੇ ਜਿਨ੍ਹਾਂ ਦਾ ਪੁਨਰ ਜਨਮ ਹੋ ਜਾਏ, ਭਾਵ ਗੁਰੂ ਦੇ ਲੜ ਲੱਗ ਜਾਣ, ਅਤੇ ਉਸ ਤੋਂ ਬਾਅਦ 'ਚ ਉਹ ਸੰਘਰਸ਼ ਦੇ ਲੇਖੇ ਲੱਗਣ, ਕੌਮ ਦੇ ਲੇਖੇ ਲੱਗਣ। ਭਾਵੇਂ ਉਹ ਘਰਾਂ 'ਚ ਜਾਣ, ਭਾਵੇਂ ਨਾ ਜਾਣ, ਉਹਨਾਂ ਨੇ ਤਾਂ ਮਰੇ ਹੀ ਨੇ। ਸੋ ਇਹ ਬੇਨਤੀ ਆ ਵੀ ਅਸੀਂ ਕੋਈ ਐਸੀ ਜਗ੍ਹਾ ਤਿਆਰ ਕਰਨੀ ਹੈ ਜਿੱਥੇ ਨੌਜਵਾਨ ਆ ਸਕਣ, ਅਤੇ ਆਉਣ ਵੇਲੇ ਤੇ ਉਹਨਾਂ ਦੇ ਉੱਤੇ ਪਾਬੰਦੀ ਆ ਵੀ ਤੁਸੀਂ ਆਹ ਚੀਜ਼ਾਂ ਇੱਥੇ ਕਰਨੀਆਂ ਨੇ। ਜਾਣ ਤੇ ਕਿਸੇ ਨੂੰ ਨਹੀਂ ਰੋਕਣਾ। ਸੈਂਟਰ ਵਾਂਗੂ ਗੇਟ ਨਹੀਂ ਬੰਦ ਕਰਨੇ ਵੀ ਹੁਣ ਗੇਟ ਬੰਦ ਕਰਕੇ ਤਾਲਾ ਲਾ ਕੇ ਅੰਦਰ ਡੱਕਿਆ ਵਾ, ਉਹ ਕੰਮ ਨਹੀਂ ਕਰਨਾ। ਜਿਹੜਾ ਜਾਣਾ ਚਾਹੁੰਦਾ ਜਾ ਸਕਦਾ, ਕਿਉਂਕਿ ਇਹ ਜਿਹੜੀ ਬੰਦਸ਼ ਹੈ, ਬੰਦਸ਼ ਹਮੇਸ਼ਾ ਨਸ਼ਾ ਜਿਹੜਾ ਵਾ ਉਹਨੂੰ ਕਦੇ ਨਹੀਂ ਰੋਕ ਸਕਦੀ। ਸਰਕਾਰਾਂ ਵੀ 4 ਬੋਲਦੀਆਂ ਅਤੇ ਉਸ ਤੋਂ ਬਾਅਦ ਅਸੀਂ ਵੀ ਕੰਪਲੇਂਟ ਕਰਦੇ ਹਾਂ, ਅਸੀਂ ਬੋਲੇ ਉਹ ਰਲ ਕੇ ਸਾਨੂੰ ਵੀ ਨੁਕਸਾਨ ਪਹੁੰਚਾਉਂਦੇ ਆ। ਨਹੀਂ, ਇਹ ਦੇਖੋ ਵੀ ਤੁਸੀਂ ਇਹ ਸਮਝੋ ਵੀ ਇਹ ਧੰਦਾ ਹੈ ਸਰਕਾਰ ਦਾ। ਤੁਹਾਡੀ ਨਸਲਕੁਸ਼ੀ ਕਰਨ ਵਾਸਤੇ ਉਹਨਾਂ ਨੇ ਪਾਲਿਸੀ ਤਿਆਰ ਕੀਤੀ ਆ। ਬਹੁਤ ਸਿਆਣੇ ਤੇ ਸੂਝਵਾਨ ਬੰਦਿਆਂ ਨੇ ਬੈਠ ਕੇ, ਜਿਹੜੇ ਉਹਨਾਂ ਲਈ ਸਿਆਣੇ ਨੇ, ਸਾਡੇ ਲਈ ਨਹੀਂ ਸਿਆਣੇ। ਹੁਣ ਤੁਸੀਂ ਕਿਉਂ ਉਮੀਦ ਕਰਦੇ ਜੋ ਵੀ ਉਹਨਾਂ ਦਾ ਤੰਤਰ, ਉਹਨਾਂ ਦੀ ਪੁਲਿਸ ਤੁਹਾਡੀਆਂ ਕੰਪਲੇਨਾਂ ਦੇ ਉੱਤੇ ਕੰਮ ਕਰੂਗੀ? ਇਹ ਪ੍ਰਚਾਰ ਤੁਹਾਨੂੰ ਸਿੱਖੀ ਦਾ ਕਰਨਾ ਪੈਣਾ ਆ ਜਾ ਕੇ। ਹੋਰ ਕੋਈ ਹੱਲ ਨਹੀਂ ਹੈਗਾ ਇਸ ਨਸ਼ੇ ਦਾ, ਕਿਉਂਕਿ ਨਸ਼ਾ ਨਾ ਤਾਂ ਹਕੂਮਤ ਨੇ ਬੰਦ ਕਰਨਾ ਹੈ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ, ਨਾ ਇਹ ਬੰਦ ਹੋਣਾ ਹੈ। ਜਦੋਂ 16 ਸਾਲ ਦੇ ਨੌਜਵਾਨ ਜਿਹਨੂੰ ਸਮਝ ਨਹੀਂ ਪੂਰੀ 15 ਸਾਲ ਦੇ, ਉਹਦੇ ਗਾੜੀ ਨਸ਼ਾ ਪਿਆ ਤਾਂ ਉਹ ਇੱਕ ਵਾਰੀ ਕੋਸ਼ਿਸ਼ ਕਰਦਾ ਫਸ ਜੂ ਇਹਦੇ 'ਚ। ਸੋ ਅਸੀਂ ਇਸੇ ਆਜ਼ਾਦੀ ਦੀ ਲੜਾਈ ਹੋਰ ਆਪਾਂ ਕਾਹਤੋਂ ਲੜਦੇ ਹਾਂ? ਹੋਰ ਕੋਈ ਇਹੋ ਜਿਹੀ ਕੁਰਸੀ ਥੋੜ੍ਹੀ ਹੋਣੀ ਬੈਠੀ ਇੱਦਾਂ ਦੀ ਵੀ ਇੱਥੇ ਜਾ ਕੇ ਬਹਿਣ ਦਾ ਸ਼ੌਂਕ ਹੈ ਸਾਨੂੰ। ਆਜ਼ਾਦੀ ਇਹੋ ਹੀ ਹੈ ਵੀ ਸਾਡੀਆਂ ਨਸਲਾਂ ਨੂੰ ਇੱਕ ਮੌਕਾ ਮਿਲੇ ਸਿੱਖੀ ਨਾਲ ਜੁੜਨ ਦਾ।
ਧਰਮ ਦੇ ਰਾਹ ਦੇ ਉੱਤੇ ਤੁਰਨ ਦਾ। ਜਥੇਬੰਦੀ ਨੂੰ ਕਰਨਾ ਚਾਹੀਦਾ ਕੁਝ ਨੌਜਵਾਨਾਂ ਵਾਸਤੇ ਜਦ ਦਾ ਪਲਾਨ ਹੋਣਾ ਚਾਹੀਦਾ ਵੀ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਨੇ ਜੀ ਜੋਧੇ ਮਨ ਤੋਂ ਜੋਧੇ ਵੀ ਨਿਕਲ ਰਹੇ ਨੇ ਜੀ। ਬਿਲਕੁਲ ਸਰਕਾਰ ਦਾ ਇੱਕ ਪਲਾਨ ਆ ਉਹਨਾਂ ਨੇ ਜਾਣੀ ਕਿ ਨਸ਼ੇ ਦੇ ਲਾ ਕੇ ਉਹ ਜਿਹੜੇ ਆਵਾਜ਼ ਉਠਾ ਨਹੀਂ ਸਕਦੇ ਆਪਣੀ ਉਹਦੀ ਜਥੇਬੰਦੀ ਨੂੰ ਕਰਨਾ ਚਾਹੀਦਾ। ਸਾਨੂੰ ਐਕਸ਼ਨ ਦਾ ਰਿਐਕਸ਼ਨ ਵੀ ਕਰਨਾ ਚਾਹੀਦਾ ਜਿਵੇਂ ਲਖੀਮਪੁਰ ਖੀਰੀ ਹੋਇਆ ਨਹੀਂ ਜਿਹੜੇ ਦੇਖੋ ਜੀ ਗੱਡੀ ਚੜਾਤੀ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਉਹਦੇ ਗੋਲੀ ਸੱਚ ਲੱਗੀ ਤੇ ਉਹਨੇ ਸਰੀਆ ਕਰਕੇ ਇਹ ਸਰੀਆ ਲੱਗਿਆ ਹੋਇਆ ਇਹਦੇ ਉਹ ਪਤਾ ਸਭ ਨੂੰ ਪਤਾ ਵੀ ਉਹ ਗੋਲੀ ਲੱਗੀ ਹੋਈ ਆ ਤੇ ਉੱਥੇ ਕੀ ਹੋਇਆ ਉੱਥੇ ਮਤਲਬ ਪੈਸੇ ਦੇ ਕੇ ਚੁੱਪ ਕਰਾਤਾ ਜਾਂ ਕੁਝ ਵੀ ਕਰਾਤਾ ਚਲੋ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਤੇ ਉਹਦੇ ਵਾਸਤੇ ਹੁਣ ਜਥੇਬੰਦੀਆਂ ਪਿੱਛੇ ਜੇ ਕਹਿੰਦੀਆਂ ਸੀ ਅਸੀਂ ਉੱਥੇ ਜਾਵਾਂਗੇ ਐਂ ਕਰਾਂਗੇ ਉਹ ਤਾਂ ਸਿਰਫ ਗੱਲਾਂ ਨੇ ਜਾਂ ਤਾਂ ਫਿਰ ਐਕਸ਼ਨ ਦਾ ਰਿਐਕਸ਼ਨ ਹੋਣਾ ਚਾਹੀਦਾ ਜਿਵੇਂ ਸੰਤ ਭਿੰਡਰਾਂ ਵਾਲੇ ਕਰਦੇ ਸੀ ਜੇ ਨਿਰੰਕਾਰੀਆਂ ਨੇ ਕਾਂਡ ਕੀਤਾ ਸੀ ਤਾਂ ਫਿਰ ਉਹਨਾਂ ਦੇ ਬੰਦੇ ਮਾਰ ਕੇ ਫਿਰ ਐਕਸ਼ਨ ਦਾ ਰਿਐਕਸ਼ਨ ਹੋਇਆ ਫਿਰ ਨੌਜਵਾਨਾਂ ਨੂੰ ਵਿਸ਼ਵਾਸ ਜਾਂ ਹੋਊਗਾ ਜਿਹੜੇ ਘਰ ਦੇ ਕਹਿੰਦੇ ਨੇ ਵੀ ਤੁਸੀਂ ਉੱਥੇ ਨਹੀਂ ਜਾਣਾ ਤੁਸੀਂ ਐਂ ਨਹੀਂ ਕਰਨਾ ਜਾਂ ਆਮ ਗੱਲ ਕਹਿੰਦੇ ਨੇ ਬੰਦੇ ਕਹਿੰਦੇ ਨੇ ਅੱਗੇ ਨਾ ਜਾਇਓ ਤੁਹਾਡੇ ਮਗਰ ਕਿਸੇ ਨੇ ਨਹੀਂ ਖੜਨਾ ਵਿਸ਼ਵਾਸ ਹੋਣਾ ਇਹ ਖੜਨ ਵਾਲੀ ਗੱਲ ਦੀ ਵੀ ਮੈਂ ਅੱਗੇ ਗੱਲ ਜਵਾਬ ਦੇ ਚੁੱਕਾ। ਦੂਜੀ ਗੱਲ ਆਪਾਂ ਸੰਤ ਭਿੰਡਰਾਂ 'ਤੇ ਬਹੁਤ ਛੇਤੀ ਪਹੁੰਚ ਜਾਂਦੇ ਹਾਂ। ਆਪਾਂ ਇਹ ਵੇਖਿਆ ਵੀ ਉਹਨਾਂ ਦੀ ਸੰਘਰਸ਼ ਤੋਂ ਪਹਿਲਾਂ 84 ਤੋਂ ਪਹਿਲਾਂ ਕਿੰਨੀ ਘਾਲਣਾ ਹੈ ਪੰਜਾਬ ਦੇ ਵਿੱਚ। ਸੰਤ ਭਿੰਡਰਾਂ ਵਾਲਿਆਂ ਵਾਂਗੂ ਨੌਜਵਾਨਾਂ ਦੇ ਉੱਤੇ ਪ੍ਰਭਾਵ ਪਾਉਣ ਵਾਲੇ ਕੋਈ ਨਹੀਂ ਹੈਗਾ। ਅਸੀਂ ਤੇ ਉਹਨਾਂ ਦੀ ਜੁੱਤੀ 'ਤੇ ਲੱਗੀ ਧੂੜ ਦੇ ਬਰਾਬਰ ਵੀ ਨਹੀਂ ਹੈ। ਸੋ ਆਪਾਂ ਇਹ ਸੋਚੀਏ ਵੀ ਉਹਨਾਂ ਦਾ ਜਿਹੜਾ ਜਪ ਤਪ ਹੈ ਉਹਨਾਂ ਦੀ ਜਿਹੜੀ ਭਗਤੀ ਆ ਉਹ ਕਿੱਡੀ ਹੈ। ਉਹੋ ਜਿਹੇ ਮਹਾਂਪੁਰਖ ਕੌਮ ਨੂੰ ਮਿਲ ਜਾਣ ਸਾਡਾ ਤਾਂ ਪਰਦਾਰਾ ਹੋ ਜੇ। ਪਰ ਰੌਲਾ ਇਹ ਇਸ ਗੱਲ ਦਾ ਵੀ ਸਾਡੇ ਕੋਲ ਅੱਜ ਹੈ ਕੋਈ ਹੈ। ਦੂਜੀ ਗੱਲ ਇਹ ਆ ਵੀ ਤੁਸੀਂ ਗੱਲ ਕੀਤੀ ਵੀ ਕਰਨਾ ਕਿ ਜਥੇਬੰਦੀ ਨੂੰ ਕੀ ਕਰਨਾ ਚਾਹੀਦਾ। ਜਥੇਬੰਦੀ ਤਾਂ ਸਿਰਫ ਇੰਨਾ ਕੰਮ ਕਰ ਸਕਦੀ ਆ ਵੀ ਅਸੀਂ ਇੱਕ ਜਗ੍ਹਾ ਬਣਾ ਲਵਾਂਗੇ ਉਹਦੇ 'ਚ ਮਹਾਰਾਜ ਦਾ ਪ੍ਰਕਾਸ਼ ਕਰਾਂਗੇ ਹੈ। ਉੱਥੇ ਦੁਨਿਆਵੀ ਚੀਜ਼ਾਂ ਨੂੰ ਬਾਹਰ ਕਰ ਦਿਆਂਗੇ। ਫੋਨ ਬਾਹਰ ਹੋਣਗੇ ਸਾਰਾ ਕੁਝ ਬਾਹਰ ਹੋਊਗਾ ਨੌਜਵਾਨ ਅੰਦਰ ਜਾਣਗੇ ਬਾਣੀ ਦਾ ਪ੍ਰਵਾਹ ਚੱਲੂਗਾ ਉੱਥੇ ਬਾਣੀ ਦਾ ਨਾਮ ਬਾਣੀ ਦਾ। ਉੱਥੇ ਜੇ ਤੁਹਾਡਾ ਮਨ ਵੱਜ ਗਿਆ ਹੈ ਜੇ ਉੱਥੇ ਤੁਹਾਡਾ ਮਨ ਵੱਜ ਗਿਆ ਤਾਂ ਫਿਰ ਨਸ਼ਾ ਛੱਡ ਜਾਓਗੇ। ਜਿਹੜਾ ਉੱਥੇ ਵੀ ਨਹੀਂ ਛੱਡੂਗਾ ਤਾਂ ਫਿਰ ਉਹਦਾ ਕੀ ਉਹਨੇ ਤਾਂ ਮਰਨਾ ਤੈਅ ਕੀਤਾ ਉਹ ਕੋਈ ਲਿਖਾ ਕੇ ਆਇਆ ਪੁਰਾਣੇ ਕਰਮਾਂ ਦਾ ਅਸੀਂ ਉਹਨੂੰ ਕੀ ਕਰਾਂਗੇ। ਇਹ ਜਥੇਬੰਦੀ ਕਰਾਊਗੀ ਛੇਤੀ ਮਹਾਰਾਜ ਕਿਰਪਾ ਕਰਨਗੇ ਜਥੇਬੰਦੀ ਕਰੂਗੀ ਇਹਦਾ ਗੱਲ। ਮੇਰੇ ਆਪਣੇ ਬੱਚੇ ਨੇ 2 ਸਾਡੇ ਸਾਰੇ ਰਿਸ਼ਤੇਦਾਰ ਨਾਨਕੇ ਦਾਦਕੇ ਰਾਧਾ ਸਵਾਮੀ ਨੇ ਇਹ ਧਾਰੀ ਨੂੰ ਮੰਨਣਾ ਮੰਦਿਰ ਦੇਖ ਲਿਆ ਉੱਥੇ ਮੱਥਾ ਟੇਕ ਲਿਆ ਚਰਚ ਦੇਖ ਲਈ ਉੱਥੇ ਮੱਥਾ ਟੇਕ ਲਿਆ ਕੋਈ ਸਮਾਧ ਦੇਖ ਲਈ ਉੱਥੇ ਮੱਥਾ ਟੇਕ ਲਿਆ। ਪਰ ਮਹਾਰਾਜ ਤੇ ਮੇਰੇ ਤੇ ਕਿਰਪਾ ਹੋਈ ਆ। 2 ਮੇਰੇ ਭੁਜੰਗੀ ਨੇ ਅਸੀਂ ਨੇ ਇੰਨਾ ਕੁ ਧਿਆਨ ਰੱਖਿਆ ਨਸ਼ੇ ਦਾ ਦੌਰ ਚੱਲਦਾ ਮੈਂ ਆਪਣੇ ਦੋਨਾਂ ਭੁਜੰਗੀਆਂ ਨੂੰ ਆਪਣੀ ਗੜੀ ਤੋਂ ਬਾਹਰ ਹੀ ਨਿਕਲਣਾ ਜਦ ਤੱਕ ਮੈਚੁਰ ਨਹੀਂ ਹੋਵੇ। ਇਹ ਤਾਂ ਆਪ ਹੀ ਧਿਆਨ ਰੱਖਣਾ ਪਊਗਾ। ਕੋਈ ਜਥੇਬੰਦੀ ਉਹ ਕਿੱਥੇ ਬੈਠੇ ਨੇ ਵਿਚਾਰ ਕਿੱਥੋਂ ਤੁਰ ਕੇ ਆਉਣਗੇ ਯਾਰ ਠੀਕ ਹੈ ਨਾ। ਇਹ ਤਾਂ ਆਪਾਂ ਨੂੰ ਬਾਣੀ ਪੜ੍ਹਨੀ ਪੈਣੀ ਹੈ ਪਹਿਲਾਂ ਆਪਣੇ 'ਤੇ ਲਾਗੂ ਕਰਨਾ ਪੈਣਾ ਫਿਰ ਆਪਣੇ ਬੱਚਿਆਂ ਨੂੰ ਸੇਧ ਦੇਣੀ ਪੈਣੀ ਹੈ ਠੀਕ ਹੈ ਜੀ। ਤੇ ਇਸ ਕਰਕੇ ਵੀ ਮਤਲਬ ਕਿਸੇ ਦੇ ਮਤਲਬ ਆਪਾਂ ਬਹੁਤਾ ਉਹ ਨਾ ਕਰੀਏ ਆਪਣਾ ਫਰਜ਼ ਪਛਾਣੀਏ। ਇਹਦੇ 'ਚ ਮੈਂ ਇੱਕ ਗੱਲ ਦਾ ਜਵਾਬ ਤੁਹਾਡੀ ਗੱਲ 'ਚੋਂ ਮੈਨੂੰ ਗੱਲ ਚੇਤਾ ਆਈ ਹੈ। ਰਾਜ ਦੇ ਕਈ ਬੰਦੇ ਪੁੱਛਦੇ ਵੀ ਫਾਇਦੇ ਕੀ ਹੈ ਬਹੁਤੇ ਬੰਦੇ ਸਵਾਲ ਕਰਦੇ ਆ। ਹੁਣ ਇਹਨਾਂ ਨੇ ਤਾਂ ਸਮਾਂ ਕੱਢ ਕੇ ਆਪਣੇ ਬੱਚਿਆਂ ਦੀ ਦੇਖ ਰੇਖ ਕਰ ਲਈ ਇਹਨਾਂ ਦੇ ਬੱਚੇ ਬਚ ਕੇ। ਇਹ ਪੋਸੀਬਲ ਹੀ ਨਹੀਂ ਹੁੰਦਾ ਇਹ ਸੰਭਵ ਨਹੀਂਗਾ ਕਿਸੇ ਵੀ ਕੌਮ ਵਾਸਤੇ ਵੀ ਸਾਰੇ ਮਾਂ ਪਿਓ ਇਹਨਾਂ ਵਰਗੇ ਹੋ ਜਾਣ। ਸੋ ਉਹਦੇ 'ਚ ਕੀ ਹੁੰਦਾ ਵਾ ਵੀ ਜੇ ਤੁਹਾਡੇ ਬੱਚੇ ਨਹੀਂ ਉਹ ਇੱਕ ਪ੍ਰਜਾ ਦਾ ਵੀ ਹਿੱਸਾ ਨੇ ਤੇ ਉਹ ਜਿਹੜੀ ਤੁਹਾਡੀ ਪ੍ਰਜਾ ਜਿਹਨੂੰ ਚਲਾ ਰਹੇ ਨੇ ਕੋਈ ਰਾਜਾ ਹੋਊਗਾ ਕੋਈ ਡੈਮੋਕ੍ਰੇਸੀ ਹੋਊਗੀ ਉਹਦੀ ਵੀ ਜ਼ਿੰਮੇਵਾਰੀ ਬਣਦੀ ਉਹਨਾਂ ਬੱਚਿਆਂ ਨੂੰ ਸਾਂਭਣਾ। ਸਾਡੇ ਮਾਂ ਪਿਓ 100 ਕੋਸ਼ਿਸ਼ਾਂ ਕਰਨ ਤੁਸੀਂ ਤੇ ਗਲੀ 'ਚ ਬੰਦ ਕਰ ਲਿਆ ਬੱਚਿਆਂ ਨੂੰ। ਹੁਣ ਇਹਦੇ ਨਾਲ ਹੋਇਆ ਕੀ ਵੀ ਤੁਹਾਡੇ ਬੱਚਿਆਂ ਨੂੰ ਇੱਕ ਕਿਸਮ ਦਾ ਤੁਸੀਂ ਬਾਹਰ ਨਹੀਂ ਜਾਣ ਦਿੱਤਾ ਪਾਬੰਦੀ ਹੈ ਵੀ ਲਾਉਣੀ ਪਈ ਤੁਹਾਨੂੰ ਮਜਬੂਰੀ 'ਚ। ਨਹੀਂ ਮੈਂ ਇੱਕ ਗੱਲ ਕਰਦਾ ਬੱਚਿਆਂ ਦਾ ਫਰਜ਼ ਤੇ ਹੈਗਾ ਵੀ ਖੁੱਲ੍ਹੇ ਹੀ ਵਗਣ ਦੌੜਨ ਫਿਰਨ ਇਹ ਜ਼ਿੰਦਗੀ ਆ ਬੱਚਿਆਂ ਦੀ ਇੱਕੋ ਮਿਲਣੀ ਹੈ ਨਾ। ਕਿਉਂ ਨਹੀਂ ਕਰ ਪਾ ਰਹੇ ਕਿਉਂਕਿ ਅਸੀਂ ਗੁਲਾਮ ਹਾਂ। ਜੇ ਆਜ਼ਾਦ ਹੋਣ ਤੁਹਾਡੇ ਬੱਚੇ ਬਾਹਰ ਜਾਣ ਸਕੂਲਾਂ ਦੇ ਵਿੱਚ ਵੀ ਤੁਹਾਡੇ ਵਰਗੇ ਹੀ ਉਹਨਾਂ ਦਾ ਵੀ ਮਕਸਦ ਸਿੱਖੀ ਨਾਲ ਜੋੜਨਾ ਹੈ। ਕਿਤੇ ਹੋਰ ਜਾਣ ਬਾਹਰ ਤੁਰਿਆ ਫਿਰਦਾ ਸਿੱਖ ਵੀ ਤੁਰਿਆ ਫਿਰਦਾ ਤੇ ਉਹ ਵੀ ਪ੍ਰਚਾਰ ਕਰਦਾ ਵੀ ਸਿੱਖੀ ਦਾ। ਮੇਨ ਗੱਲ ਨਸ਼ਿਆਂ ਦਾ ਡਰ ਸੀ ਉਹ ਨਿਕਲ ਗਏ। ਉਹ ਇਹੋ ਹੀ ਗੱਲ ਜਿਹੜੀ ਮੈਂ ਰਾਜ ਦੀ ਗੱਲ ਕਰਦਾ ਨਾ ਰਾਜ ਦਾ ਅਰਥ ਇਹ ਹੈ ਵੀ ਜਦੋਂ ਤੁਹਾਡਾ ਤੰਤਰ ਹੈ ਫਿਰ ਤੁਸੀਂ ਇਕੱਲੇ ਮਾਂ ਪਿਓ ਨਹੀਂ ਰਾਜ ਵੀ ਬੱਚਿਆਂ ਦਾ ਮਾਂ ਪਿਓ ਹੈ ਉਹ ਸਿਸਟਮ ਵੀ ਮਾਂ ਪਿਓ ਹੈ ਉਹਨੇ ਵੀ ਬੱਚਿਆਂ ਨੂੰ ਸਿੱਖੀ ਨਾਲ ਹੀ ਜੋੜਨਾ। ਅੱਜ ਬਹੁਤੀ ਕੋਸ਼ਿਸ਼ ਕਰਕੇ ਮਾਂ ਪਿਓ ਬਹੁਤ ਔਖੇ ਕਿਤੇ ਨੂੰ ਬਚਾ ਲੈਣਗੇ ਨਹੀਂ ਤੇ ਨਹੀਂ ਬਚਦੇ ਬੱਚੇ ਉਹਨਾਂ ਦੇ ਨਸ਼ੇ ਤੋਂ। ਜਿਹੜਾ ਰੌਲਾ ਰੱਪਾ ਕਲਚਰਲ ਟੀਵੀ ਘਰ 'ਚ ਲੱਗੇ ਜੇ ਘਰ 'ਚ ਰੱਖ ਲਓ ਬੱਚਿਆਂ ਨੂੰ ਤੇ ਘਰ 'ਚ ਟੀਵੀ ਹੈ। ਦੇਖੋ ਜੀ ਗੱਲ ਇਹ ਹੈ ਮੈਂ ਜਿਹੜੀ ਆਪਣੀ ਲਾਈਫ ਦੇ ਵਿੱਚ ਇਹ ਸਟਰਗਲ ਜ਼ਰੂਰ ਕੀਤਾ ਮੈਂ ਆਪਣਾ ਮਨ ਬਹੁਤ ਮਾਰਿਆ। ਮੇਰੇ ਬੱਚੇ ਦੇ ਦਾੜੀ ਆ ਗਈ ਮਤਲਬ 20 ਸਾਲ ਦਾ ਡਾਇਰੈਕਟਰ ਸੈੱਟ ਦਾ ਪੜ੍ਹਦਾ ਤਰੀਵੇਰ ਤੇ ਗਿਆ ਤੇ ਮੈਂ ਪਹਿਲੀ ਗੱਲ ਤਾਂ ਮੈਨੂੰ ਤਾਂ ਵੱਖ ਨਹੀਂ ਪਾਇਆ ਕਦੇ। ਅਸੀਂ ਮੀਆਂ ਬੀਬੀ ਕਦੇ ਇਕੱਠੇ ਨਹੀਂ ਪਏ ਉਹਨਾਂ ਬੱਚੇ ਨੂੰ ਲੱਗ ਨਹੀਂ ਪਾਇਆ ਮੈਨੂੰ ਇਹ ਸੀ ਕਦੇ ਮੋਬਾਈਲ ਨਹੀਂ ਉਹਨੇ ਆਈਲੈਟਸ ਕਰ ਲਈ ਬਾਹਰ ਜਾਣ ਲਈ ਦਰਖਾਸਤ ਆ ਰਹੇਗਾ ਅਸੀਂ ਫੇਰ ਉਹਨੂੰ ਮੋਬਾਈਲ ਲੈ ਕੇ ਦਿੱਤਾ ਮੈਂ ਕਦੇ ਮੋਬਾਈਲ ਨਹੀਂ ਦਿੱਤੀ ਬਹੁਤ ਮਤਲਬ ਧਿਆਨ ਰੱਖਿਆ ਠੀਕ ਹੈ ਜੀ।
ਜਿਹੜੇ ਬੱਚੇ ਦੇ ਦੋਸਤ ਵੀ ਉਹਨਾਂ ਦਾ ਵੀ ਧਿਆਨ ਰੱਖਿਆ। ਮੈਂ ਉਹਨੂੰ ਜਾਣ ਨਹੀਂ ਪਤਾ ਜਿਹੜੇ ਤੇਰੇ ਦੋਸਤ ਨੇ ਉਹ ਇੱਥੇ ਤੇਰੇ ਕੋਲ ਆ ਕੇ ਜੋ ਵੀ ਮਤਲਬ ਖੇਡਣਾ, ਸਾਡੇ ਕੋਲ ਗਰਾਊਂਡ ਸੀਗਾ ਨਾਲ, ਉੱਥੇ ਖੇਡਣ, ਜੋ ਵੀ ਕਰਨਾ ਇੱਥੇ ਹੀ ਕਰੋ, ਪਰ ਤੁਸੀਂ ਬਾਹਰ ਨਹੀਂ ਜਾਣਾ। ਕਿਉਂਕਿ ਇੱਕ ਵਾਰੀ ਬੱਚਾ ਸੜਕ ਗਿਆ ਜੀ, ਬੱਤ ਨਿਕਲ ਗਈ ਆ ਤੇ ਮੁੜ ਕੇ ਨਹੀਂ ਆਉਣੀ। ਇੱਕ ਵਾਰੀ ਨਸ਼ਿਆਂ 'ਚ ਪੈ ਗਿਆ, ਮੈਂ ਮਰਦੇ ਦੇਖੇ ਲੋਕਾਂ ਦੇ ਬੱਚੇ, ਤੁਸੀਂ ਵੀ ਦੇਖੇ ਹੋਣੇ। ਉਹ ਚੀਜ਼ ਨੂੰ ਸਾਂਭਣ ਵਾਸਤੇ ਆਪਾਂ ਨੂੰ ਆਪਣਾ ਆਪ ਵੀ ਤਿਆਰ ਕਰਨਾ, ਆਪਣੇ ਆਪ ਨੂੰ ਪਹਿਲਾਂ ਬਦਲਣਾ ਪੈਣਾ, ਫਿਰ ਬੱਚਾ। ਸਾਡੇ ਘਰੇ ਟੀਵੀ ਹੈਗਾ ਜੀ, 7 ਸਾਲ ਹੋ ਗਏ ਅਲਮਾਰੀ 'ਚ ਬੰਦ ਪਏ। ਇਹਦੇ 'ਚ ਨਾ ਹੁਣ ਗੱਲ ਪਤਾ ਕੀ ਹੈ, ਹੁਣ ਇਹ ਹੈਗੀ ਆ ਰੇਅਰ ਪੋਸੀਬਿਲਿਟੀ ਵੀ ਕਿਤੇ ਕਿਤੇ ਇਹ ਗੱਲ ਹੋ ਚੱਲ ਸਕਦੀ ਹੈ, ਬਹੁਤੀਆਂ ਥਾਵਾਂ 'ਤੇ ਨਹੀਂ ਚੱਲ ਸਕਦੀ। ਬਹੁਤੀ ਤੇ ਮਜਬੂਰੀ ਆ ਵੀ ਮਾਂ ਪਿਓ ਨੂੰ ਕੰਮਾਂ 'ਤੇ ਵੀ ਜਾਣਾ ਪੈਂਦਾ ਹੈ। ਉਹਨਾਂ ਨੂੰ ਬੱਚਿਆਂ ਨੂੰ ਟੀਵੀ ਵੀ ਜ਼ਰੂਰੀ ਹੈ ਇੱਕ ਕਿਸਮ ਦਾ, ਕਿਉਂਕਿ ਇਹ ਨਹੀਂ, ਇਹਦੇ 'ਚ ਇਹ ਨਾ ਸੋਚੋ ਦੁਨੀਆਵੀ ਕੋਈ ਵੀ ਚੀਜ਼ ਹੈ ਨਾ, ਜੇ ਤੇ ਤੁਹਾਡੇ ਹੱਕ 'ਚ ਭੁਗਤੇ ਤੇ ਬਹੁਤ ਜ਼ਰੂਰੀ ਹੈ। ਇਹਦੇ 'ਤੇ ਕੋਈ ਭਾਈ ਖਾਲੜਾ ਜੀ ਦੀ ਹੋਰ ਚੀਜ਼ਾਂ ਦੀ ਜਾਣਕਾਰੀ ਆਪਾਂ ਨੂੰ ਟੀਵੀ ਥਰੂ ਮਿਲ ਹੀ ਸਕਦੀ ਹੈ ਨਾ, ਜੇ ਆਪਾਂ ਚਾਹੀਏ ਤੇ। ਹੁਣ ਨਹੀਂ, ਇਹਦੇ 'ਚ ਆਪਾਂ ਆਰਗੂਮੈਂਟ ਨਹੀਂ ਕਰਨਾ, ਇੱਕ ਮਿੰਟ ਗੱਲ ਸੁਣ ਲਾ। ਜਿਹੜਾ ਰਾਜ ਦੇ ਸਟਰਕਚਰ ਦੀ ਮੈਂ ਗੱਲ ਕਰ ਰਿਹਾ ਨਾ, ਤੁਸੀਂ ਆਪਣੇ ਘਰ 'ਚ ਕਿੱਦਾਂ ਮੈਨੇਜ ਕਰ ਲਿਆ, ਇਹ ਤੁਸੀਂ ਕਰ ਲਿਆ ਜ਼ੋਰ ਲਾ ਕੇ। ਇੱਥੇ ਜਿੰਨੇ ਬੰਦੇ ਖੜੇ ਉਹ ਜ਼ਰੂਰੀ ਨਹੀਂ ਪਿਓ ਕਰ ਸਕਣ। ਮੈਂ ਜਿਹੜਾ ਤੁਹਾਡੀ ਗੱਲ ਦਾ ਆਨਸਰ ਕੀਤਾ, ਤੁਹਾਡਾ ਸਵਾਲ ਨਹੀਂ ਸੀ, ਤੁਸੀਂ ਗੱਲ ਦੱਸੀ। ਹਾਂ ਠੀਕ ਹੈ। ਹੁਣ ਉਹਦੇ 'ਚ ਰਾਜ ਦੀ ਗੱਲ ਜਿਹੜੀ ਹੈ ਨਾ, ਰਾਜ ਤਾਂ ਜ਼ਰੂਰੀ ਹੈ ਵੀ ਜੇ ਕਿਸੇ ਦੇ ਮਾਂ ਪਿਓ ਵੀ ਚੰਗੇ ਨਾ ਹੋਣ ਤੇ ਬੱਚੇ ਨੂੰ ਇੱਕ ਮੌਕਾ ਮਿਲ ਜਾਵੇ, ਸੁਸਾਇਟੀ ਚੰਗੀ ਹੋਵੇ, ਸਮਾਜ ਚੰਗਾ ਹੋਵੇ, ਕਾਨੂੰਨ ਚੰਗਾ ਹੋਵੇ, ਤਾਂ ਜੋ ਉਹ ਇੱਕ ਚੰਗਾ ਸਿੱਖ ਬਣ ਸਕੇ। ਇਹ ਇਸ ਕਰਕੇ ਜ਼ਰੂਰੀ ਹੈ। ਹਾਂਜੀ, ਰਾਜ ਤਾਂ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਕੁਝ ਕੁ ਸਾਲਾਂ ਤੋਂ ਜਿਹੜੀਆਂ ਬੇਅਦਬੀਆਂ ਸ਼ੁਰੂ ਹੋਈਆਂ ਆਪਣੇ ਮਹਾਰਾਜ ਜੀ ਦੇ ਗ੍ਰੰਥ ਸਾਹਿਬ ਦੀਆਂ, ਤੇ ਜੇ ਆਪਣੀਆਂ SGPC ਭੇਡਾਂ ਨਹੀਂ ਕਾਬੂ ਕਰਦੀਆਂ ਤੇ ਸਾਡੀ ਜਿਹੜੀ ਆਪਣੀ ਜਥੇਬੰਦੀ ਇਹਦੇ ਵੱਲੋਂ ਕੀ ਉਪਰਾਲਾ ਹੋਊਗਾ ਵੀ ਜੇ ਸਾਡੇ ਗੁਰੂ ਸਾਹਿਬ ਜੀ ਜਿਹੜੀਆਂ ਬੇਅਦਬੀਆਂ ਉਹ ਘੱਟ ਹੋ ਜਾਣ, ਤੇ ਜਿਹੜੇ ਬੱਚਿਆਂ ਨੂੰ ਜਾਂ ਅੱਗੇ ਜਿਹੜਾ ਯੂਥ ਹੈ ਉਹਨਾਂ ਦੇ ਮਨ 'ਚ ਸ਼ੰਕਾ ਹੁੰਦੀ ਕਿ ਵੀ ਸਾਡੇ ਗੁਰੂ ਮਹਾਰਾਜ ਜੀ ਦੀ ਬੇਅਦਬੀ ਹੋ ਗਈ, ਅੱਜ ਵੀ ਕੋਈ ਤੋੜ ਨਹੀਂ ਮਿਲਿਆ, ਵੀ ਹਾਂ ਨਾ ਕੈਦੀ ਨੂੰ ਸਜ਼ਾ ਹੋਈ ਅੱਜ ਤੱਕ, ਨਾ ਸਾਨੂੰ ਪਤਾ ਲੱਗਿਆ ਵੀ ਉਹ ਕੀ ਉਹਨੂੰ ਸਜ਼ਾ ਮਿਲੀ ਜਾਂ ਕੀ ਉਹਦੇ ਪਰਚਾ ਹੋਇਆ। SGPC ਭੇਡਾਂ 2-4 ਦਿਨ ਜਾਂ ਹਫ਼ਤਾ ਬਹਿ ਕੇ ਉੱਥੇ ਇਕੱਠ ਜਿਹਾ ਕਰਕੇ ਬਸ ਚੁੱਪ ਕਰਕੇ ਚੱਲ ਜਾਂਦੀਆਂ। ਜੇ ਆਪਣੀ ਜਥੇਬੰਦੀ ਉਹਨਾਂ ਬਾਰੇ ਕੀ ਕਹਿਣਗੇ? ਦੇਖੋ, ਇੱਕ ਤਾਂ ਆ ਵੀ ਗੁਰੂ ਮਹਾਰਾਜ ਇਕੱਲਾ SGPC ਦਾ ਨਹੀਂ, ਸਾਰਿਆਂ ਦਾ ਸਾਂਝਾ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਜਿੱਥੇ ਮਹਾਰਾਜ ਹੈ ਉੱਥੇ ਪਹਿਰਾ ਵੀ ਹੋਣਾ ਚਾਹੀਦਾ, ਕਿਉਂਕਿ ਗੁਰੂ ਗੋਬਿੰਦ ਪਾਤਸ਼ਾਹ ਜੀ ਅਕਾਲ ਪੁਰਖ ਰੂਪ ਸਨ, ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਸੀ ਜੰਮਿਆ, ਉਹਨਾਂ ਦੇ ਹੁਕਮ 'ਚ ਸਾਰਾ ਕੁਝ ਸੀ, ਪਰ ਉਹਨਾਂ ਦਾ ਵੀ ਪਹਿਰਾ ਹੁੰਦਾ ਸੀ। 2 ਨਹੀਂ 13 ਪਹਿਰਾ ਸੀ। ਗੁਰੂ ਸਾਡਾ ਜਗਤ ਗੁਰੂ ਹੈ, ਇਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਪਰ ਪਹਿਰਾ ਜ਼ਰੂਰੀ ਹੈ। ਪਹਿਰਾ ਇਸ ਕਰਕੇ ਹੁਣ ਨੌਜਵਾਨ ਨੇ ਪਿੰਡਾਂ ਦੇ ਵਿੱਚ, ਜਦੋਂ ਅਸੀਂ ਨੌਜਵਾਨਾਂ ਨੂੰ ਕਹਾਂਗੇ ਵੀ ਬਾਣੀ ਦੇ ਰਾਹ 'ਤੇ ਤੁਰੋ, ਹੈ ਲਾਜ਼ਮ ਜੀ ਗੱਲ ਹੈ ਗੁਰਦੁਆਰਿਆਂ ਤੋਂ ਹੀ ਗੱਲ ਸ਼ੁਰੂ ਹੋਊਗੀ। ਗੁਰਦੁਆਰਿਆਂ 'ਚ ਨੌਜਵਾਨਾਂ ਦਾ ਆਉਣ ਜਾਣ ਵਧੂਗਾ। ਹੁਣ ਜਦੋਂ ਉੱਥੇ ਸੁੰਨ ਪਈ ਆ, ਬਜ਼ੁਰਗ ਬੰਦੇ ਬੈਠੇ ਆ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ, ਜੇ ਕੋਈ ਆਉਂਦਾ ਵੀ ਤਾਂ ਰੋਕਣ ਜੋਗੇ ਨਹੀਂ ਕਿਸੇ ਨੂੰ, ਹੈ। ਸੋ ਨੌਜਵਾਨਾਂ ਨੂੰ ਇਹ ਹੈ ਵੀ ਤਿਆਰ ਹੋਣਾ ਪੈਣਾ, ਗੁਰੂ ਘਰਾਂ ਦੇ ਵਿੱਚ ਪਹਿਰਾ ਲਾਉਣਾ ਪੈਣਾ, ਡਿਊਟੀ ਲਾ ਕੇ ਜਿਹੜਾ ਵਾ ਉਹ ਖੜਨ ਉੱਥੇ। ਇਹਨਾਂ ਅਸੀਂ ਇੱਥੇ ਵੀ ਕਹਿ ਦਿੰਦੇ ਹਾਂ ਮੀਡੀਆ ਦੇ ਵਿੱਚ ਵੀ ਜਿਹੜਾ ਗੁਰੂ ਦੀ ਬੇਅਦਬੀ ਕਰਨ ਦੀ ਮਨਸ਼ਾ ਨੂੰ ਉਹਦਾ ਝਟਕਾ ਦੇਣਾ ਚਾਹੀਦਾ, ਉਹਨੂੰ ਉਹਦੇ ਨਾਲ ਕੋਈ ਬਾਈ ਜੀ, ਆਪਾਂ ਕੁਝ ਕੁ ਦਿਨ ਤੋਂ ਆਪਣੇ ਡਿਸਟ੍ਰਿਕਟ ਦੇ ਵੱਖ-ਵੱਖ ਗੁਰਦੁਆਰਿਆਂ ਨੂੰ ਵਿਜ਼ਿਟ ਕੀਤਾ ਹੈ, ਤੇ ਆਪਾਂ ਨੇ ਉੱਥੇ ਇੱਕ ਚੀਜ਼ ਨੋਟ ਕੀਤੀ ਹੈ ਕਿ ਜਿਹੜਾ ਆਪਣਾ ਅਨੰਦਪੁਰ ਸਾਹਿਬ ਦਾ ਪਿੱਪਲ ਹੈ ਨਾ ਜੀ, ਉਹ ਗੁਰੂ ਘਰ ਦੇ ਬਹੁਤ ਕੋਲ ਹੈ। ਉੱਥੇ ਕੁਝ ਕੁ ਸ਼ਰਾਰਤੀ ਅਨਸਰ ਜਿਹੜੇ ਦਾਰੂ ਪੀ ਕੇ ਬੈਠੇ ਰਹਿੰਦੇ, ਜਿੱਦਾਂ ਕਿ ਹੁਣ ਆਪਣੇ ਜਿਹੜੇ ਭਚੰਗੀ ਨੇ ਇੱਕ ਕੁੱਟਿਆ ਵੀ ਸੀਗਾ ਉੱਥੇ, ਆਪਾਂ ਕਹਿੰਦੇ ਨਹੀਂ ਹਾਂ ਵੀ ਕੁੱਟਿਆ ਨਹੀਂ ਆ, ਕੁੱਟਿਆ ਆਪਾਂ 2-4 ਕੁੱਟੇ ਆ ਅਨੰਦਪੁਰ ਸਾਹਿਬ ਦੀ। ਰਾਤ ਦਾ ਵੇਲਾ ਸੀ, ਦਾਰੂ ਪੀ ਕੇ ਉੱਥੇ ਘੁੰਮਦੇ ਸੀ। ਕਿਉਂਕਿ ਇਹ ਆਪਾਂ ਬੇਅਦਬੀ ਤਾਂ ਹੁੰਦੀ ਜੇ ਆਪਾਂ ਨੂੰ ਜੇ ਆਪਾਂ ਪਹਿਲੇ ਖਤਮ ਕਰ ਦਈਏ, ਜਾਂ ਉੱਥੇ ਗੁਰੂ ਘਰ ਦੇ ਵਿੱਚ ਹਰ 15 ਮਿੰਟ ਜਾਂ 5 ਮਿੰਟ ਬਾਅਦ ਜਾਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੇ ਨੂੰ ਲਾਏ ਜੀ ਇੱਕ ਤਰ੍ਹਾਂ ਦਾ ਵੀ ਸਾਡੇ ਨਾਲ ਕੋਈ ਜੁੜੇ। ਇਹਦੇ 'ਚ ਨਾ ਦੇਖੋ ਇੱਕ ਗੱਲ ਹੈ, ਇਹ ਹੈਗੀਆਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ। ਹੁਣ ਬਾਰ-ਬਾਰ ਤੁਸੀਂ ਕਹਿਣਾ ਵੀ ਗੱਲ ਫਿਰ ਤੁਸੀਂ ਰਾਜ 'ਤੇ ਲੈ ਜਾਂਦੇ ਜੋ। ਹੁਣ ਇਹ ਚੀਜ਼ਾਂ ਕਰਨ ਦੀ ਸਾਨੂੰ ਲੋੜ ਨਹੀਂ ਹੋਣੀ ਚਾਹੀਦੀ ਜੇ ਰਾਜ ਢਾਂਚਾ ਕੰਮ ਕਰਦਾ ਹੋਵੇ। ਬੇਅਦਬੀਆਂ ਕਰਾਉਣ ਵਾਲੇ ਉਹ ਆਪ ਨੇ, ਹੈ। ਹੁਣ ਬੇਅਦਬੀਆਂ ਦਾ ਇੱਕ ਕਾਨੂੰਨ ਬਣ ਸਕਦਾ। ਪਾਕਿਸਤਾਨ ਮੁਸਲਮਾਨਾਂ ਨੂੰ ਆਪਣਾ ਮੁਲਕ ਮਿਲਿਆ, ਉਹਨਾਂ ਨੂੰ ਕੀ ਫਾਇਦਾ ਹੋਇਆ? ਕਹਿੰਦੇ ਵੀ ਗਰੀਬੀ ਆ ਜੀ, ਫਲਾਣੇ ਢੀਂਗ ਆ। ਕਰਾਉਣ ਦੀ ਬੇਅਦਬੀ ਸੁਣੀ ਤੁਸੀਂ ਉੱਥੇ ਪਾਕਿਸਤਾਨ ਦੇ ਵਿੱਚ? ਹੁਣ ਉੱਥੇ 295C ਨਾਂ ਦੀ ਧਾਰਾ ਹੈ, ਬਲਾਸਫੈਮੀ ਦਾ ਲਾ ਹੈ। ਜੇ ਪੈਗੰਬਰ ਮੁਹੰਮਦ ਨੂੰ ਕੋਈ ਮਾੜਾ ਸ਼ਬਦ ਬੋਲਦਾ ਤੇ ਉਹਨੂੰ ਵੀ ਫਾਂਸੀ ਸਜ਼ਾ। ਇੱਥੇ ਸਾਡੇ ਗੁਰੂ ਨੂੰ ਉਹ ਲੀਰ ਕਰਕੇ ਗਲੀਆਂ ਖਿਲਾਰਦੇ ਨੇ। ਸੋ ਇਸ ਕਰਕੇ ਉੱਥੇ ਹੁਣ ਮੁਸਲਮਾਨ ਪਹਿਰਾ ਨਾ ਵੀ ਦੇਣ ਕੋਈ ਗੱਲ ਨਹੀਂ।
ਕਾਨੂੰਨ ਨੇ ਆਪਣਾ ਕੰਮ ਕਰੀ ਜਾਣਾ, ਕਾਨੂੰਨ ਦੀ ਨਿਗਾਹ ਤੋਂ ਕੌਣ ਬਚੂਗਾ। ਸੋ ਇੱਥੇ ਅਸੀਂ ਇਹ ਸਮਝੀਏ ਵੀ ਇਹ ਕੰਮ ਕਰਨੇ ਆਪਾਂ ਸਾਰੇ, ਪਰ ਇਹਦਾ ਪਰਮਾਨੈਂਟ ਸੋਲਿਊਸ਼ਨ ਉਦਣ ਨਿਕਲਣਾ ਹੈ ਜਿੱਦਣ ਪਾਵਰ ਸਾਡੇ ਹੱਥ ਚਾਹੀਦੀ। ਪਾਵਰ ਇਹ ਨਹੀਂ ਵੀ ਅਸੀਂ ਕਿਸੇ ਸਟੇਟ ਦੇ ਮੁੱਖ ਮੰਤਰੀ ਬਣ ਜਾਈਏ ਤੈਨੂੰ ਪਾਵਰ ਮੰਨੀ ਫਿਰੀਏ, ਉਹ ਵੀ ਇੱਕ ਪਾਵਰ ਹੈ ਪਰ ਉਹ ਰਾਜ ਦੇ ਅਧੀਨ ਹੈ। ਅਸੀਂ ਉਹ ਪਾਵਰ ਲੈਣੀ ਹੈ ਜਿਹੜੀ ਸਾਨੂੰ ਸੋਵਰਨ ਬਣਾਏ। ਠੀਕ ਹੈ। ਹਾਲ ਹੀ ਇੱਕ ਬੇਅਦਬੀ ਹੋਈ ਸੀਗੀ ਆਪਣੇ ਜਨਮ ਪਲੇਸ ਤੇ ਅਨੰਦਪੁਰ ਸਾਹਿਬ ਤੇ ਉੱਥੇ ਹਫ਼ਤਾ ਕੁ ਚੱਲਦਾ ਰਿਹਾ ਵੀ ਹਾਂ ਵੀ ਆਪਾਂ ਮਾਰ ਦਾਂਗੇ ਜਿਹਨੇ ਕੀਤਾ, ਆਪਾਂ ਹੁਣ ਚੱਕ ਲਾਵਾਂਗੇ। ਬਾਈ ਜੀ ਅੱਜ ਦੇਖ ਲਓ ਉਹਨੂੰ ਬੇਅਦਬੀ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ, ਕਿੰਨਾ ਐਵੇਂ ਬੀਤ ਗਿਆ। ਕੋਈ ਕਮੇਟੀ ਨਹੀਂ ਬੋਲੀ, ਕਿਸੇ ਨੇ ਮੁੜ ਕੇ ਗੱਲ ਨਹੀਂ ਕੀਤੀ, ਕੋਈ ਮੈਂ ਐਸਾ ਦਾ ਬਿਆਨ ਨਹੀਂ ਦੇਖਿਆ ਜਾਂ ਕਿਸੇ ਸੋਸ਼ਲ ਮੀਡੀਆ ਨੇ ਕਿਸੇ ਨੇ ਚੱਕਿਆ ਹੋਵੇ ਵੀ ਹਾਂ ਵੀ ਇਹ ਬੇਅਦਬੀ ਹੋਈ ਆ, ਵੀ ਆਪਾਂ ਨੇ ਇਹਦਾ ਆਹ ਤੋੜ ਕੱਢਿਆ। ਬਾਈ ਜੀ ਉਹਦਾ ਤਾਂ ਇਹ ਨਹੀਂ ਪਤਾ ਲੱਗਿਆ ਬੰਦਾ ਉੱਥੇ ਉਹਨੂੰ ਸਜ਼ਾ ਹੋਈ ਵੀ ਹੈ ਕਿ ਨਹੀਂ ਹੋਈ ਵੀ ਹੈ। ਦੇਖੋ ਆਪਾਂ ਇਹ ਗੱਲ ਆਪਣੇ ਮਨ ਚੋਂ ਕੱਢ ਦਈਏ ਵੀ ਇਹ ਸਾਡੀ ਮਦਦ ਕਰਨਗੇ। ਜਦੋਂ ਆਪਾਂ ਆਸਵੰਦ ਹੁੰਦੇ, ਨਿਰਾਸ਼ਾ ਸਾਨੂੰ ਉਦੋਂ ਹੁੰਦੀ ਜਦੋਂ ਅਸੀਂ ਆਸ ਰੱਖਦੇ ਹਾਂ। ਹੈਂ, ਆਸ ਨਾ ਰੱਖੋ, ਜਿੰਨਾ ਸਾਡੇ ਸ਼ਮਤਾ ਉਨਾ ਕੰਮ ਕਰੀਏ। ਠੀਕ ਹੈ। ਉਹ ਤੋਂ ਬਾਅਦ ਵੀ ਜੇ ਕੋਈ SGPC ਵਾਲੇ ਦੂਜੇ ਤੀਜੇ ਕੋਈ ਹੈਲਪ ਕਰਨਾ ਚਾਹੁੰਦੇ ਆ, ਸੰਸਥਾਵਾਂ ਜਿਹੜੇ ਕੰਮ ਕਰਨ ਦੀ ਇਹੋ ਜਿਹੇ, ਤੇ ਠੀਕ ਹੈ, ਵੈਲਕਮ ਕਰੋ ਉਹਨਾਂ ਦਾ ਵੀ। ਪਰ ਸਾਡੀ ਪ੍ਰੋਬਲਮ ਹੋ ਗਈ ਆ ਵੀ ਅਸੀਂ ਚੀਜ਼ਾਂ ਦਾ ਐਨਾਲਿਸਿਸ ਕਰਦੇ ਹਾਂ, ਕ੍ਰਿਟਿਸਿਜ਼ਮ ਵੀ ਕਰਦੇ ਹਾਂ, ਕਰਦੇ ਕੁਛ ਨਹੀਂ। ਸੋ ਇਹ ਠੀਕ ਆ, ਤੁਸੀਂ ਚੰਗੀ ਗੱਲ ਹੈ, ਤੁਸੀਂ ਪਹਿਰੇ ਤੋਂ ਜੇ ਤਿਆਰ ਬਰ ਤਿਆਰ ਫੌਜਾਂ ਜੋ ਤੁਸੀਂ ਪਹਿਰਾ ਦਿਓ ਮਹਾਰਾਜ ਦੇ। ਇੱਕ ਘੱਟੋ ਘੱਟ ਇੱਕ ਗੁਰਦੁਆਰੇ ਸਾਹਿਬ ਨੂੰ ਤੇ ਆਪਾਂ ਬੇਅਦਬੀ ਤੋਂ ਡਰ ਤੋਂ ਮੁਕਤ ਕਰ ਸਕਦੇ ਹਾਂ ਨਾ। ਠੀਕ। ਦੇਖੋ ਜੀ ਆਪਾਂ ਕੁਝ ਦਿਨ ਰਾਤ ਵੀ ਰਹੇ ਉੱਥੇ ਜੀ। ਨਹੀਂ ਦੇਖੋ ਇਹਦੀ ਆਪਾਂ ਨਾ ਸਵਾਲ ਸਾਰੇ ਲੈ ਲਈਏ, ਫਿਰ ਆਪਾਂ ਰਿਪੀਟੇਸ਼ਨ ਨਾ ਹੋਵੇ। ਮੈਂ ਬੇਨਤੀ ਕਰਦਾ ਆਪਣਾ ਸਵਾਲ ਘੁੰਮ ਕੇ ਫਿਰ ਉੱਥੇ ਆ ਜਾਓ। ਭਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਾਈ ਇਹ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹਨਾਂ ਨੇ ਸਵਾਲ ਬਹੁਤ ਕਰ ਰਹੇ ਨੇ ਅੰਮ੍ਰਿਤਪਾਲ ਜੀ ਨੂੰ। ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਇਹਨਾਂ ਨੂੰ ਮਿਲ ਕੇ ਆਇਆ, ਘੰਟਾ ਕਿ ਇਹਨਾਂ ਦੇ ਕੋਲੇ ਰਿਹਾ, ਪਰ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਪਹਿਲਾਂ ਬਾਣੇ ਦੇ ਲੜ ਲੱਗੋ। ਆਪਣੇ ਜਪਜੀ ਸਾਹਿਬ ਦੇ ਵਿੱਚ ਪੰਗਤੀ ਹੈ, ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋ ਜੇਵੜ ਆਪ ਜਾਣੇ ਆਪ। ਮਤਲਬ ਜਦੋਂ ਨਾ ਉਹਨਾਂ ਦੇ ਵਿੱਚ ਹੀ ਮੈਨੂੰ ਕੁਛ ਦਿਸ ਰਿਹਾ। ਮੈਂ ਉਸੇ ਦਿਨ ਜਾ ਕੇ ਆਪਣੇ ਗੁਰੂ ਘਰ, ਸਾਡੇ ਮਾਸਟਰ ਕਰਨੈਲ ਸਿੰਘ ਜੀ ਬੈਠੇ ਨੇ, ਜਾ ਕੇ ਅਰਦਾਸ ਕੀਤੀ ਹੈ। ਅਤੇ ਮੈਨੂੰ ਕੋਈ ਹਜੇ ਮਾਨ ਦਲ 'ਚ ਅਸੀਂ ਹੈਗੇ, ਸਾਨੂੰ ਉਹਦਾ ਵੀ ਦਿੱਤਾ ਪਿਆ। ਮੈਂ ਉਹਦੇ 'ਤੇ ਵੀ ਕੋਈ ਉਹ ਨਹੀਂ, ਨਾ ਕੋਈ ਚੇਅਰਮੈਨ ਨਹੀਂ ਲੈਣੀ ਹੈ। ਅਸੀਂ ਆਪਣਾ ਸਿਰ ਗੁਰੂ ਦੇ ਚਰਨਾਂ 'ਚ ਦੇਤਾ। ਮੈਂ ਵੀ ਜੇ ਕੋਈ ਹੁੰਦੀ ਆ ਗੱਲਬਾਤ ਤਾਂ ਇਹਨਾਂ ਨਾਲ ਮੋਢਾ ਜੋੜ ਕੇ ਖੜਾਂਗੇ। ਇਹੋ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਲੰਬੀ ਉਮਰ ਬਖਸ਼ੇ। ਦੀਪ ਸਿੱਧੂ ਦਾ ਵੀ ਰੌਲਾ ਪਿਆ ਜਦੋਂ, ਅਸੀਂ ਉਦੋਂ ਵੀ ਜਾਣ ਲਿਆ ਸੀ ਵੀ ਇਹ ਮੁੰਡੇ 'ਚ ਕੋਈ ਹੈ ਕਲਾ ਜਿਹਦੀਆਂ ਉਹਦੀਆਂ ਲੱਤਾਂ ਖਿੱਚੀਆਂ ਗਈਆਂ। ਇਹ ਸਾਡੇ ਇੱਕ ਨਾ ਜਿਹੜਾ ਗੈਰ ਵਿੱਚ ਹੈ, ਮੈਂ ਗੁੱਸਾ ਨਾ ਕਰਿਓ, ਗਾਤਰੇ ਵੀ ਪਾਏ ਹੋਏ ਨੇ, ਬਾਣੇ ਵੀ ਪਾਏ ਹੋਏ ਨੇ, ਪਰ ਉਹਨਾਂ ਦੀਆਂ ਤੁਸੀਂ ਗੱਲਾਂ ਸੁਣ ਲਿਓ। ਜਦੋਂ ਨਾ ਤੁਸੀਂ ਆਪ ਜੁੜੇ ਹੋਏ ਹੋ, ਤੁਹਾਨੂੰ ਵਾਈਬ੍ਰੇਸ਼ਨ ਦੱਸ ਦੂਗੀ ਸਾਹਮਣੇ ਵਾਲੇ ਦੀ ਵੀ ਇਹ ਕਿੱਥੇ ਆ, ਕੌਣ ਆ। ਬਈ ਇੰਨੀ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨਾਂ ਨਾਲ ਜੁੜੋ। ਹਰ ਕੋਈ ਆਪਾਂ ਨੌਜਵਾਨੀ ਦੀ, ਪੰਜਾਬ ਦੀ ਕੋਈ ਗੱਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਾਕੀ ਮਤਲਬ ਕਿਸੇ ਨੇ ਕਿਹਾ ਸੀ ਇੱਥੋਂ ਸੰਗਤ ਨੇ ਵੀ ਚੌਪੀ ਸਾਹਿਬ ਦੇ ਪਾਠ ਜ਼ਰੂਰ ਕਰਨ ਸਿੰਘ ਵਾਸਤੇ, ਪਰ ਮੈਂ ਜਾਣੀ ਜਦੋਂ ਦੀਪ ਸਿੱਧੂ ਜ਼ਿੰਦਗੀ ਵਿੱਚ ਸੀਗੇ ਸਰੀਰ ਕਰਕੇ, ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ, ਪਰ ਮੈਂ ਇੱਕ ਮੇਰੇ ਮਨ ਦੀ ਭਾਵਨਾ ਸੀ ਵੀ ਇਹਨਾਂ ਨੂੰ ਕੋਈ ਖਤਰਾ ਹੋ ਸਕਦਾ ਵੀ ਜਾ ਕੇ ਮੈਂ ਕੁਛ ਕਹਾਂ ਜਾਂ ਇਹਦੇ ਬਾਅਦ ਇਹਨਾਂ ਨੂੰ ਕਹਾਂ ਵੀ ਪਾਠ ਕਰੋ ਜਾਂ ਵੱਧ ਤੋਂ ਵੱਧ ਗੱਡੀਆਂ ਰੱਖੋ ਨਾਲ, ਪਰ ਉਹ ਮੇਰੀ ਮਨ ਦੇ ਵਿੱਚ ਹੀ ਰਹਿ ਗਈ। ਪਰ ਜ਼ਰੂਰੀ ਹੈ ਜੀ। ਮੇਰੀ ਅੰਮ੍ਰਿਤਪਾਲ ਜੀ ਨੂੰ ਬੇਨਤੀ ਹੈ, ਇੱਕ ਤਾਂ ਘੱਟੋ ਘੱਟ 5 ਗੱਡੀਆਂ ਤੁਹਾਡੇ ਨਾਲ ਹੋਣੀਆਂ ਜ਼ਰੂਰੀ ਨੇ ਜੀ। ਹੁੰਦੀਆਂ ਭਾਜੀ। ਠੀਕ ਹੈ ਜੀ। ਤੇ ਦੂਸਰਾ ਇਹ ਖੁਦ 11 ਪਾਠ ਚੌਪੀ ਸਾਹਿਬ ਦੇ ਖੁਦ ਕਰਨ, ਅਸੀਂ ਵੀ ਜ਼ਰੂਰ ਕਰਾਂਗੇ। ਠੀਕ ਹੈ ਜੀ। ਮੈਂ ਚੌਪੀ ਸਾਹਿਬ ਦੇ ਪਾਠਾਂ ਦੀ ਖੁਦ ਸ਼ਕਤੀ ਦੇਖੀ ਹੈ, ਮੈਂ ਪ੍ਰੈਕਟੀਕਲ ਕੀਤੇ ਹੋਏ ਨੇ ਜੀ। ਬਹੁਤ ਬਾਣੀ ਸ਼ਕਤੀ ਹੈ। ਤੇ ਸਾਰੇ ਪੰਥ ਨੂੰ ਵੀ ਜਿਹੜੇ ਸਿੰਘ ਤੁਸੀਂ ਮਤਲਬ ਸਾਰੇ ਸ਼ੁਭ ਚਿੰਤਕ ਹੋ, ਤੇ ਤੁਸੀਂ ਵੀ ਜ਼ਰੂਰ ਕਰੋ, ਆਪਣੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਹੋਵੇ। ਇਸ ਕਰਕੇ ਜ਼ਰੂਰੀ ਮੇਰੀ ਇਹੀ ਬੇਨਤੀ ਹੈ ਜੀ ਵੀ ਸਿੰਘ ਸਾਹਿਬ ਵਾਸਤੇ ਸਿੰਘ ਘੱਟ ਆ ਤੇ ਜ਼ਿਆਦਾ ਤੋਂ ਜ਼ਿਆਦਾ ਹੁਣ ਤਿਆਰ। ਹੁਣ ਬਹੁਤ ਲੋਕ, ਤੁਸੀਂ 11 ਪਾਠਾਂ ਦੀ ਗੱਲ ਕਰਤੀ, ਬਹੁਤ ਲੋਕਾਂ ਨੇ ਇਹ ਵੀ ਕਹਿਣਾ ਵੀ ਤੁਸੀਂ ਗਿਣਤੀ ਮਿਣਤੀਆਂ ਦੇ ਚੱਕਰਾਂ 'ਚ ਪੈ ਗਏ। ਨਹੀਂ ਜੀ, ਗਿਣਤੀ ਮਿਣਤੀਆਂ ਵਾਲੀ ਇਹ 'ਚ ਕੋਈ ਗੱਲ ਨਹੀਂ ਹੈਗੀ। ਇੱਕ ਹੁਣ ਮੇਰੇ ਆ ਪਾਈ ਹੋਈ ਹੈ, ਮਾਲਾ ਪਾਈ ਹੋਈ ਹੈ, ਇਹ 'ਚ 28 ਮਣਕੇ ਨੇ। ਜੇ ਮੈਂ ਹੱਥ 'ਚ ਫੜ ਲੈਣਾ ਵੈਸੇ ਹੀ ਵਾਹਿਗੁਰੂ ਵਾਹਿਗੁਰੂ ਹੋ ਜਾਂਦਾ, ਗਿਣਤੀ ਮਿਣਤੀ ਕੋਈ ਨਹੀਂ ਕਰਦਾ। 11 ਆਪਾਂ ਕਰ ਲਏ, ਵਹਿਮ ਲੋਕਾਂ ਨੂੰ ਵਹਿਮ ਹੈ ਜੀ ਗਿਣਤੀ ਮਿਣਤੀ, ਪਰ ਬਾਣੀ ਪੜ੍ਹ ਲਓ, ਘੱਟੋ ਘੱਟ 11 ਗਿਣ ਕੇ ਹੀ ਹੋਣੇ ਆ ਜੀ। ਉਹ ਗਿਣਨੇ ਪੈਣੇ ਹੀ ਆ, ਉਹ ਇੱਦਾਂ ਨਹੀਂ ਹੈਗਾ ਕੋਈ ਵਹਿਮ ਵਾਲੀ ਗੱਲ ਨਹੀਂ ਹੈਗੀ। ਉਹ ਗਿਣਤੀ ਮਿਣਤੀ ਕਰਨੀ ਵੀ ਪੈਣੀ ਆਪਾਂ, ਇਹੋ ਜਿਹੀ ਗੱਲ ਨਹੀਂ ਹੈ। ਦੇਖੋ ਜਿਹੜਾ ਗਿਣਤੀ ਮਿਣਤੀ ਵਾਲਾ ਮਸਲਾ ਹੈ, ਉਹਦੇ 'ਚ
ਜਿਹੜਾ ਨਾ ਸਾਡੇ ਕਈ ਬੰਦਿਆਂ ਨੇ ਸ਼ੰਕੇ ਖੜੇ ਕਰ ਕਰਕੇ ਲੋਕਾਂ ਨੂੰ ਬਾਣੀ ਤੋਂ ਦੂਰ ਕੀਤਾ ਹੈ। ਜੇ ਫਰਜ਼ ਕਰੋ ਕੋਈ ਗਿਣਤੀ ਕਰਕੇ ਕਰਦਾ ਹੈ ਪਾਠ ਤੇ ਗਲਤ ਕੀ ਹੈ? ਕਰਤੇ ਮਹਾਰਾਜ ਦੀ ਬਾਣੀ ਪੜ੍ਹ ਰਿਹਾ। ਮੈਂ ਇਸ ਕਰਕੇ ਕਹਿ ਰਿਹਾ ਜੀ ਕਿਉਂਕਿ ਹੁਣ ਜਿਹੜਾ ਈਸਾਈਅਤ ਨਾਲ ਜੀ ਪਿਆ ਹੋਇਆ ਨਾ ਜੀ ਰੌਲਾ, ਉਹਨਾਂ ਦੇ ਪਖੰਡਵਾਦ ਤੇ ਚੋਟ ਕੀਤੀ। ਉਹਨਾਂ ਨੇ ਇੱਕ ਗੱਲ ਕਹੀ ਹੈ ਜੀ, ਉਹ ਕਹਿੰਦੇ ਇੱਕ ਤਾਂ ਤੁਸੀਂ ਕਹਿੰਦੇ ਹੋ ਜੀ ਵੀ ਇੰਨੇ ਪਾਠ ਕਰ ਲਿਓ ਜੀ ਹੋ ਜਾਊਗਾ, ਭਾਵਨਾ ਹੋ ਸਕਦੀ ਆਪਾਂ ਨਹੀਂ ਕਹਿੰਦੇ ਜੀ, ਪਰ ਗੁਰਬਾਣੀ ਕੁਝ ਵੀ ਕਰ ਸਕਦੀ, ਇੱਕ ਪਾਠ ਵੀ ਬਹੁਤ ਕੁਝ ਕਰ ਸਕਦਾ ਦਿਲ। ਪਰ ਉਹ ਕਹਿੰਦੇ ਜੀ ਤੁਸੀਂ ਕਹਿ ਦਿੰਦੇ ਜੀ ਵੀ ਇੰਨੇ ਪਾਠ ਕਰ ਲਿਓ, ਦੂਜਾ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਓ ਜੀ। ਫਿਰ ਉਹਨਾਂ ਨੇ ਗੱਲ ਇੱਕ ਇਹ ਵੀ ਕੀਤੀ ਹੈ ਜੀ, ਜਿਹਦੇ ਬਾਰੇ ਮੈਂ ਤੁਹਾਡੇ ਨਾਲ ਸਪੈਸ਼ਲ ਇੰਟਰਵਿਊ ਕਰਨੀ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੀ 5 ਪਿਆਰੇ ਲਿਆਏ ਜੀ, ਇੱਕ ਪਿਆਰਾ ਝਟਕਾਏ ਗਏ ਫਿਰ ਜਿਉਂਦੇ ਕਰਤੇ ਜੀ। ਉਹ ਕਹਿੰਦੇ ਤੁਹਾਡੇ ਇਹਦੇ ਵਿੱਚ ਤੁਸੀਂ ਉਹ ਇਹਨੂੰ ਪਖੰਡ ਮੰਨ ਰਹੇ ਨੇ ਈਸਾਈ ਧਰਮ ਦੇ। ਦੇਖੋ ਇਹ ਫਰਕ ਹੈ, ਯੀਸ਼ੂ ਮਸੀਹ ਪੈਗੰਬਰ ਸਨ, ਮਤਲਬ ਅਕਾਲ ਪੁਰਖ ਦੇ ਭੇਜੇ ਹੋਏ ਪੈਗੰਬਰ ਤੋਂ ਭਾਵ ਹੈ ਵੀ ਸੁਨਾਹ ਲੈ ਕੇ ਆਉਣ ਵਾਲਾ, ਉਹਦੇ ਕੋਲ ਆਪਣਾ ਕੋਈ ਗਿਆਨ ਨਹੀਂ ਹੁੰਦਾ, ਉਹ ਪੈਗਾਮ ਲੈ ਕੇ, ਪੈਗੰਬਰ ਦਾ ਅਰਥ ਹੈ ਪੈਗਾਮ ਲੈ ਕੇ ਆਉਣ ਵਾਲਾ। ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਸਰੂਪ ਸਨ, ਉਹਨਾਂ ਧਰਤੀ 'ਤੇ ਪ੍ਰਕਾਸ਼ ਤਾਰਿਆ। ਅਸੀਂ ਗੁਰੂ ਸਾਹਿਬ ਦਾ ਜਨਮ ਦਿਨ ਨਹੀਂ ਮਨਾਉਂਦੇ, ਪ੍ਰਕਾਸ਼ ਪੁਰਬ ਦਾ ਅਰਥ ਹੁੰਦਾ ਵੀ ਪਹਿਲਾਂ ਵੀ ਉੱਥੇ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ ਗੁਰੂ ਨਾਨਕ ਸਨ, ਹੁਣ ਵੀ ਨੇ। ਪ੍ਰਕਾਸ਼ ਧਾਰਿਆ ਤੇ ਜੋਤੀ ਜੋਤ ਸਮਾ ਗਏ। ਅਸੀਂ ਜਨਮ ਮਰਨ ਦੇ ਗੇੜ 'ਚ ਗੁਰੂ ਨਹੀਂ ਰੱਖਦੇ। ਕਈ ਕਹਿੰਦੇ ਨੇ ਗੁਰੂ ਜੂਨ 'ਚ ਆਇਆ ਨਹੀਂ। ਸੋ ਇੱਕ ਪੈਗੰਬਰ ਹੈ ਜਿਹੜਾ ਸੁਨਾਹ ਲੈ ਕੇ ਆਇਆ, ਇੱਕ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਆਪ ਅਕਾਲ ਪੁਰਖ ਦਾ ਰੂਪ ਨੇ, ਉਹਨਾਂ ਨੇ ਜਿਹੜਾ ਹੁਕਮ ਸੁਣਾਇਆ ਉਹਦੇ ਨਾਲ ਤੇ ਪਾਰ ਉਤਾਰਾ ਹੋ ਸਕਦਾ। ਤੇ ਗੁਰੂ ਨੇ ਵੀ ਤੇ ਪਾਣੀ 'ਚ ਰਹਿਣ ਦੀ ਗੱਲ ਕੀਤੀ ਹੈ ਨਾ। ਸਰੋਵਰ 'ਚ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ, ਦਾਵਾ ਤੇ ਕੋਈ ਨਹੀਂ ਕਰਦਾ। ਮਹਾਰਾਜ ਜਿੱਤੇ ਬਖਸ਼ਿਸ਼ ਕਰਨ ਉੱਤੇ ਹੀ ਹੁੰਦੀ ਹੈ। ਇਹ ਤੇ ਮੁਰਦਾ ਖੜ ਕੇ ਉੱਥੇ ਕਹਿੰਦੇ ਅਸੀਂ ਜੀਣਾ ਕਰਦਾ, ਅਸੀਂ ਚੈਲੰਜ ਕਰਦੇ ਹਾਂ ਵੀ ਕਰੋ ਜਿੰਦਾ ਮੁਰਦਾ, ਅਸੀਂ ਦਿੰਦੇ ਸਵੇਰੇ ਲਾਸ਼ ਤੁਹਾਨੂੰ। ਸੋ ਜਿਹੜਾ ਪਖੰਡ ਹੈ, ਸਿੱਖਾਂ ਨੇ ਆਪਣੇ ਡੇਰੇਵਾਦ 'ਚੋਂ ਪਖੰਡ ਨਹੀਂ ਕੱਢਿਆ। ਇਹ ਕਹਿਣ ਵੀ ਸਾਡਾ ਈਸਾਈਅਤ ਦਾ ਵਿਰੋਧ ਹੈ। ਈਸਾਈਅਤ ਤੁਸੀਂ ਦੱਸੋ, ਇਹ ਕਹਿੰਦੇ ਵੀ ਗਰੀਬ ਸਿੱਖਾਂ ਨਾਲ ਵਿਤਕਰਾ ਹੁੰਦਾ। ਇਹਨਾਂ ਨੂੰ ਪੁੱਛੋ ਵੀ ਤੁਹਾਡਾ ਪੋਪ ਚਿੱਟਾ ਵਾਈਟ ਹੈ, ਕਾਲੇ ਕਿਸੇ ਨੂੰ ਪੋਪ ਕਿਉਂ ਨਹੀਂ ਬਣਾਇਆ ਤੁਸੀਂ? ਕਿਸੇ ਇੰਡੀਆ ਦੇ ਬੰਦੇ ਨੂੰ ਇੱਥੋਂ ਖੜ ਕੇ ਪੋਪ ਕਿਉਂ ਨਹੀਂ ਬਣਾਉਂਦੇ? ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਾਂ ਅਸੀਂ ਜਾਤ ਪਾਤ ਨਹੀਂ ਵੇਖੀ ਕਦੀ। ਬਣ ਜਾਂਦੇ ਨੇ ਜੋ ਵੀ ਮਹਾਰਾਜ ਦੀ ਕਿਰਪਾ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸਾਡੇ ਬਣਦੇ ਨੇ। ਅਸੀਂ ਤਾਂ ਜਾਤ ਪਾਤ ਦੀ ਗੱਲ ਹੀ ਨਹੀਂ ਕਰਦੇ। ਜੇ ਕੋਈ ਕਰਦਾ ਹੈ ਤਾਂ ਸਿੱਖ ਉਹਨੂੰ ਡਿਫੈਂਡ ਤਾਂ ਨਹੀਂ ਕਰਦੇ ਨਾ ਜਾ ਕੇ। ਇਹਨਾਂ ਦਾ ਤਾਂ ਤੁਸੀਂ ਦੱਸੋ ਵੀ ਅਗਲੇ 300 ਸਾਲ ਤੱਕ ਵੀ ਕੋਈ ਕਾਲਾ ਅਤੇ ਦੂਜਾ ਕੋਈ ਨੌਨ ਵਾਈਟ ਬੰਦਾ ਪੋਪ ਬਣ ਸਕਦਾ? ਨਹੀਂ ਬਣ ਸਕਦਾ। ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਦਾ ਜਿਹੜਾ ਪਖੰਡ ਹੈ ਈਸਾਈਅਤ ਦਾ, ਇਹ ਕਹਿੰਦੇ ਵੀ ਬਾਹਰ ਦੇ ਸਿੱਖਾਂ ਨੂੰ ਖਤਰਾ ਪੈਦਾ ਹੋ ਜਾਊਗਾ ਜੀ। ਪੋਪ 3 ਮਹੀਨੇ ਪਹਿਲਾਂ ਮਾਫੀ ਮੰਗ ਕੇ ਹਟਿਆ ਕਿ ਕੈਨੇਡਾ 'ਚ ਅਸੀਂ ਮੂਲ ਨਿਵਾਸੀ ਬੱਚਿਆਂ ਦਾ ਕਤਲੇਆਮ ਕੀਤਾ। ਜਿਹੜੀ ਕੌਮ ਨੇ ਐਡਾ ਵੱਡਾ ਕਤਲੇਆਮ ਕੀਤਾ ਹੋਵੇ, ਤੁਸੀਂ ਮਾਫੀ ਮੰਗੀ ਹੋਵੇ, ਉਹ ਸਾਨੂੰ ਦੱਸਣਗੇ ਵੀ ਧਰਮ ਕੀ ਹੁੰਦਾ? ਦੱਸੋ ਸਿੱਖਾਂ ਨੇ ਅੱਜ ਤੱਕ ਕਿਸੇ ਕੌਮ ਦਾ ਕਤਲੇਆਮ ਕੀਤਾ ਹੋਵੇ? ਕਿਸੇ ਦਾ ਕੋਈ ਨਜਾਇਜ਼ ਬੇਦੋਸ਼ਾ ਬੰਦਾ ਮਾਰਿਆ ਹੋਵੇ? 5 ਪਿਆਰਿਆਂ ਦੀ ਵੀ ਗੱਲ ਕਰਦੇ ਜੀ। ਨਹੀਂ 5 ਪਿਆਰੇ ਮੈਸੇਜ ਜਿਹੜਾ ਅਕਾਲ ਪੁਰਖ ਰੂਪ ਹੈ, ਅਕਾਲ ਪੁਰਖ ਹੀ ਹੈ ਨਾ। ਅਕਾਲ ਪੁਰਖ ਆਪਾਂ ਇਹ ਕਹਿੰਦੇ ਹਾਂ ਵੀ ਠੀਕ ਹੈ, ਲਾਅ ਨੇ, ਕੁਦਰਤ ਦੇ ਕੁਝ ਨਿਯਮ ਨੇ, ਕੁਦਰਤ ਦੇ ਨਿਯਮ ਨੇ। ਸਕੂਲ ਹੈ ਇੱਕ, ਉਹਦੇ ਇੱਕ ਨਿਯਮ ਨੇ, ਪ੍ਰਿੰਸੀਪਲ ਉਹਦਾ ਕੰਟਰੋਲ ਕਰਦਾ ਹੈ। ਹੁਣ ਬੱਚੇ ਤੇ ਰੂਲ ਨਹੀਂ ਬਦਲ ਸਕਦੇ, ਪ੍ਰਿੰਸੀਪਲ ਤੇ ਬਦਲ ਹੀ ਸਕਦਾ ਆ ਕੇ। ਅਕਾਲ ਪੁਰਖ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਪਾਤਸ਼ਾਹ ਕੁਝ ਵੀ ਕਰ ਸਕਦੇ ਨੇ। ਉਹਨਾਂ ਨੇ ਕੀਤਾ ਹੈ ਨਾ, ਗਿੱਦੜਾਂ ਤੋਂ ਸ਼ੇਰ ਨਹੀਂ ਬਣਾਏ। ਉਹਨਾਂ ਨੇ 40 ਸਿੱਖ 1.25 ਲੱਖ ਨਹੀਂ ਲੜਾਏ। 10 ਲੱਖ ਦੀ ਫੌਜ ਦੇ ਅੱਗੇ 4-4 ਸਿੰਘ ਨਹੀਂ ਅੜੇ। ਸੋ ਇਹ ਕਰਾਮਾਤਾਂ ਨਹੀਂ ਤੇ ਹੋਰ ਕੀ ਨੇ? ਕਰਾਮਾਤ ਦਾ ਅਸੀਂ ਵਿਰੋਧ ਨਹੀਂ ਕਰਦੇ। ਪਖੰਡ ਤੇ ਕਰਾਮਾਤ ਦੇ ਵਿੱਚ ਬਹੁਤ ਫਰਕ ਹੁੰਦਾ। ਇਹ ਪਾਸਟਰ ਕੀ ਨੇ? ਇਹਨਾਂ ਨੂੰ ਕਹੋ ਵੀ ਤੁਹਾਨੂੰ ਨਹੀਂ ਪਤਾ ਲੱਗਾ ਨਿਹੰਗ ਸਿੰਘ ਆ ਰਹੇ ਜੇ ਆ ਗਏ ਤਾਂ ਫਿਰ ਗਾੜੀਆਂ ਹੱਥ ਕੱਢ ਕੇ ਕਿਉਂ ਭੱਜੇ ਜੋ? ਕਰਾਮਾਤ ਨੂੰ ਤਾਂ ਕਹਿਰ ਦਾ ਰੂਪ ਕਿਹਾ ਜੀ। ਨਹੀਂ, ਕਰਾਮਾਤ ਨੂੰ ਕਹਿਰ ਦਾ ਰੂਪ ਕਿਹਾ ਗਿਆ ਵੀ ਜੇ ਉਹ ਨਿਜਤਾ ਵਾਸਤੇ ਵਰਤੀ ਜਾਵੇ। ਨਿਜ ਵਾਸਤੇ ਕਰਾਮਾਤ ਨਹੀਂ ਕਰਨੀ ਕਦੇ ਵੀ। ਨਹੀਂ ਤੇ ਮਹਾਰਾਜ ਨੇ ਤੇ ਗੂੰਗੇ ਕੋਲੋਂ ਗੀਤਾ ਦੇ ਅਰਥ ਕਰਵਾਤੇ ਸਨ। ਸੋ ਇਸ ਕਰਕੇ ਅਸੀਂ ਇਹ ਸਮਝਣਾ ਗੁਰੂ ਤੇ ਜਿਹੜਾ ਅਟੁੱਟ ਭਰੋਸਾ ਹੈ ਸਾਡਾ, ਇਹ ਸਭ ਤੋਂ ਵੱਡਾ ਨੁਕਸਾਨ ਸਾਡਾ ਪਤਾ ਕਿਉਂ ਹੋਇਆ? ਅਸੀਂ ਗੁਰੂ ਤੇ ਭਰੋਸਾ ਨਹੀਂ ਕਰਦੇ, ਅਸੀਂ ਤਰਕ 'ਚ ਪੈ ਗਏ। ਜਿਹੜਾ ਤਰਕ ਹੈ, ਤਰਕ ਉੱਥੇ ਚੱਲਦਾ ਹੈ ਜਿੱਥੇ ਤੁਹਾਡੇ ਕੋਲ ਬਹੁਤ ਪਾਵਰ ਹੋਵੇ ਤੇ ਤਰਕ ਨਾਲ ਉਹਨੂੰ ਮੈਨੇਜ ਕਰਨਾ। ਜਿੱਥੇ ਸਾਡੇ ਕੋਲ ਹੈ ਹੀ ਕੁਛ ਨਹੀਂ, ਜੇ ਫਰਜ਼ ਕਰੋ ਵੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਤਰਕ ਕਰਦੇ ਵੀ ਅਸੀਂ ਖਨੀ ਆਖਰੀ ਸਿੱਖ ਹਾਂ ਤੇ ਜੇ ਅਸੀਂ ਇੱਥੇ ਖੜ ਕੇ ਤੇ ਸ਼ਹੀਦੀ ਪਾ ਕੇ ਤੇ ਮਗਰੋਂ ਬਚੂ ਕਿ ਨਹੀਂ ਬਚੂ ਕੋਈ, ਉੱਥੇ ਤਰਕ ਨਹੀਂ ਹੁੰਦੇ। ਜਦੋਂ ਤੁਸੀਂ ਪਾਵਰਲੈਸ ਹੋ ਉੱਥੇ ਫੇਥ ਕੰਮ ਆਉਂਦਾ, ਵਿਸ਼ਵਾਸ ਕੰਮ ਆਉਂਦਾ, ਤਰਕ ਨਹੀਂ ਕੰਮ ਆਉਂਦਾ। ਸੋ ਇਸ ਕਰਕੇ ਸਿੱਖ ਦਾ ਫਰਜ਼ ਆ ਵੀ ਗੁਰੂ ਤੇ ਤਰਕ ਤਾਂ ਕਰੀਏ ਜੇ ਗੁਰੂ ਦੀ ਕੋਈ ਪ੍ਰੀਖਿਆ ਨਾ ਲਈ ਹੋਵੇ ਸੀ। ਕਿਹੜੀ ਪ੍ਰੀਖਿਆ ਵਾ ਜਿਹੜੀ ਗੁਰੂ ਨੇ ਸਿੱਖਾਂ ਲਈ ਨਹੀਂ ਦਿੱਤੀ? ਆਪ ਵੀ ਸ਼ਹੀਦੀ ਦਿੱਤੀ ਹੈ, ਤਤੀ ਤਵੀ ਤੇ ਵੀ ਬੈਠੇ ਨੇ, ਸੀਸ ਵੀ ਕਟਾਇਆ ਹੈ, ਬੱਚਿਆਂ ਦੀ ਕੁਰਬਾਨੀ ਵੀ ਦਿੱਤੀ ਹੈ। ਦੁਨੀਆ 'ਚ ਕਈ ਵਾਰ ਕਹਿੰਦੇ ਨੇ ਵੀ ਬੰਦਾ ਆਪਣੀ ਜਾਨ ਵਾਰ ਸਕਦਾ ਬੱਚਿਆਂ ਤੋਂ। ਮਹਾਰਾਣਾ ਪ੍ਰਤਾਪ ਜਦੋਂ ਜੰਗ 'ਚ ਉਹਦੀ ਬੱਚੀ ਰੋਂਦੀ ਸੀ ਭੁੱਖ ਨਾਲ, ਤੇ ਉਹ ਵੇਖ ਕੇ ਰੋ ਪਿਆ ਤਾਂ ਮਾਰ ਕੇ। ਪਰਮਾਤਮਾ ਨੂੰ ਉਹਨੇ ਕਿਹਾ
ਜੀਸਸ ਕ੍ਰਾਈਸਟ ਨੂੰ ਜਦੋਂ ਸੂਲੀ ਤੇ ਟੰਗਿਆ ਗਿਆ ਉਹਨੇ ਕਿਹਾ ਗੋਡ ਵਾਈ ਹੈਵ ਯੂ ਫੋਰਸੇਕਨ ਮੀ, ਵੀ ਪਰਮਾਤਮਾ ਤੂੰ ਮੇਰਾ ਸਾਥ ਕਿਉਂ ਛੱਡ ਦਿੱਤਾ। ਜੀਸਸ ਕ੍ਰਾਈਸਟ ਨੇ ਪਰਮਾਤਮਾ ਨੂੰ ਕਿਹਾ ਵੀ ਤੂੰ ਮੇਰਾ ਸਾਥ ਕਿਉਂ ਛੱਡ ਦਿੱਤਾ। ਤੇ ਇੱਥੇ ਸਾਡੇ ਛੋਟੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਜਦੋਂ ਤਸ਼ੱਦਦ ਕਰਕੇ ਨੀਹਾਂ ਚੜਿਆ ਜਾ ਰਿਹਾ ਤੇ ਉਹਨਾਂ ਸਤਿਗੁਰੂ ਦਾ ਭਾਣਾ ਮੰਨਿਆ। ਸੋ ਅਸੀਂ ਤਾਂ ਕੰਪੈਰੀਜ਼ਨ ਕਰਦੇ ਨਹੀਂ, ਨਾ ਕਰਨਾ ਚਾਹੁੰਦੇ, ਪਰ ਸਵਾਲ ਇਹ ਹੈ ਵੀ ਜਦੋਂ ਤੁਸੀਂ ਸਾਡੇ ਮੂੰਹ 'ਚ ਗੱਲਾਂ ਪਾਓਗੇ ਫਿਰ ਕਰਨਾ ਪੈ ਜੂ। ਸਾਨੂੰ ਕਹਿੰਦੇ ਆ ਵੀ ਆ ਜਾਓ ਪਾਸਟਰਾਂ ਨੂੰ ਬੈਠ ਜਾਓ, ਅਸੀਂ ਤਾਂ ਬੈਠੇ ਆ ਵੀ ਬੈਠ ਜਾਣ ਆਣ ਕੇ ਸਾਡੇ ਨਾਲ। ਕਿਹੜਾ ਧਰਮ ਤੇ ਕਿਹੜੀ ਗੱਲ? ਜਿਸ ਧਰਮ ਨੇ ਅਫਰੀਕਾ ਦੇ ਵਿੱਚ ਐਡੇ ਵੱਡੇ ਕਤਲੇਆਮ ਕੀਤੇ ਹੋਣ, ਨਹੀਂ ਮੰਗੀ ਪੋਪ ਨੇ ਮਾਫੀ ਤੇ ਕਹਿ ਦੇਣਾ ਵੀ ਨਹੀਂ ਮੰਗੀ ਸਾਡੇ ਪੋਪ ਨੇ ਮਾਫੀ। ਉਹ ਜੇ ਫਰਜ਼ ਕਰੋ ਇਹ ਅੱਜ ਸਹੀ ਨੇ ਤੇ ਪਹਿਲਾਂ ਗਲਤ ਸਨ। ਜਿੰਨਾ ਇਹ ਦੇਖੋ ਜਿਹੜੀ ਵਾਈਟ ਰੇਸ ਹੈ ਕ੍ਰਿਸਚੈਨਿਟੀ, ਉਹਨੇ ਟੂਲ ਬਣਾਇਆ ਕ੍ਰਿਸਚੈਨਿਟੀ ਨੂੰ ਆਪਣਾ ਲੋਕਾਂ 'ਤੇ ਰੂਲ ਕਰਨ ਵਾਸਤੇ, ਲੋਕਾਂ ਨੂੰ ਪਾਵਰਲੈਸ ਕਰਨ ਵਾਸਤੇ, ਲੋਕਾਂ ਦਾ ਜੈਨੋਸਾਈਡ ਕਰਕੇ ਬਾਅਦ 'ਚ ਕਹਿਣਾ ਵੀ ਤੁਸੀਂ ਪਰਮਾਤਮਾ ਦੇ ਨਾਂ 'ਤੇ ਇਹਨਾਂ ਨੂੰ ਮਾਫ ਕਰ ਦਿਓ। ਮਹਾਰਾਜ ਨੇ ਕਿਹਾ ਵੀ ਜਿੰਨਾ ਚਿਰ ਇਨਸਾਫ ਨਹੀਂ ਹੁੰਦਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਸੋ ਅੱਜ ਜਿਹੜੇ ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ, ਪੰਜਾਬ, ਆਪਾਂ ਨੂੰ ਪਤਾ ਪੰਜਾਬ 'ਚ ਪ੍ਰੋਬਲਮ ਹੈ ਹੱਕਾਂ ਦੀ, ਸਾਨੂੰ ਹੱਕ ਨਹੀਂ ਮਿਲਦੇ। ਫਿਰ ਜਿਹੜੇ ਕ੍ਰਿਸਚੀਅਨਸ ਨੇ ਪੰਜਾਬ ਦੇ, ਉਹ ਪੰਜਾਬ ਦੀ ਕਿਹੜੀ ਲੜਾਈ ਲੜ ਰਹੇ ਨੇ ਅੱਜ ਦੇ ਸਮੇਂ 'ਚ? ਜੇ ਸੱਚੇ ਧਰਮ ਦੀ ਪਾਲਣਾ ਕਰ ਰਹੇ ਨੇ ਉਹ, ਤੇ ਫਿਰ ਉਹਨਾਂ ਨੂੰ ਦਿਖਦਾ ਨਹੀਂ ਵੀ ਇੱਥੇ ਵਾਤਾਵਰਨ ਵੀ ਤਬਾਹ ਹੋ ਰਿਹਾ, ਨੌਜਵਾਨ ਨਸ਼ਿਆਂ ਨੂੰ ਵੀ ਮਰ ਰਹੇ ਨੇ, ਸਾਰਾ ਕੁਝ ਹੋ ਰਿਹਾ। ਕਿਹੜੀ ਲੜਾਈ ਲੜ ਰਹੇ ਨੇ ਇੱਥੇ? ਕਿਹੜਾ ਮੋਰਚਾ ਉਹਨਾਂ ਨੇ ਲਾਇਆ ਅੱਜ ਤੱਕ? ਕਿਹੜੇ ਮੋਰਚੇ ਨਾਲ ਸ਼ਮੂਲੀਅਤ ਕੀਤੀ ਹੈ? ਜੇ ਕ੍ਰਿਸਚੀਅਨ ਬਣ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਛੱਡਣੀ ਤਾਂ ਫਿਰ ਫਾਇਦਾ ਕੀ ਹੈ? ਸੋ ਇਸ ਕਰਕੇ ਪੰਜਾਬ ਜਿਹੜਾ ਹੈ ਉਹ ਗੁਰਾਂ ਦੇ ਨਾਂ 'ਤੇ ਵਸਦਾ, ਇਹਨੇ ਗੁਰਾਂ ਦੇ ਨਾਂ 'ਤੇ ਹੀ ਵਸਣਾ। ਇਹਨੂੰ ਜੇ ਕੁਝ ਮਿਲਿਆ ਪੰਜਾਬ ਨੂੰ ਤੇ ਗੁਰੂਆਂ ਕਰਕੇ ਮਿਲਿਆ, ਗੁਰੂਆਂ ਦੀ ਬਖਸ਼ਿਸ਼ ਸਦਕਾ ਮਿਲਿਆ, ਇਹਦੇ ਕੋਲ ਕੁਝ ਨਹੀਂ ਹੈਗਾ ਹੋਰ। ਉਹ ਕਹਿੰਦੇ ਜੀ ਜਦੋਂ ਤੁਸੀਂ ਸਵਾਲ ਕਰਦੇ ਹੋ, ਬਹੁਤ ਸਵਾਲ ਸਾਡੇ ਧਰਮ 'ਤੇ ਖੜੇ ਕਰਦੇ ਹੋ, ਪਰ ਜਦੋਂ ਤੁਸੀਂ ਆਪਣੇ ਬੱਚੇ ਪੜ੍ਹਾਉਣੇ ਆ ਤਾਂ ਤੁਸੀਂ ਕਨਵੈਂਟ ਸਕੂਲ ਲੱਭਦੇ ਹੋ ਵੀ ਉਹਨਾਂ ਦੇ ਵਿੱਚ ਤਾਂ ਅਸੀਂ ਕਦੇ ਵੀ, ਤੁਸੀਂ ਸਾਨੂੰ ਦਿਖਾ ਦਿਓ ਵੀ ਤੁਹਾਡੇ ਬੱਚੇ ਨੂੰ ਕਦੇ ਪ੍ਰਚਾਰ, ਤੁਸੀਂ ਕਿਤੇ ਬਾਹਰ ਜਾਣਾ ਫੋਰਨ ਦੇ ਵਿੱਚ PR, ਤੁਸੀਂ ਕ੍ਰਿਸਚਨ ਦੇਸ਼ਾਂ ਦੀਆਂ ਲੱਭ। ਕੋਈ ਕ੍ਰਿਸਚਨ ਦੇਸ਼ ਨਹੀਂ ਹੈਗਾ ਬਾਹਰ। ਲੈਫਟ ਤੇ ਰਾਈਟ ਦੀ ਪੋਲਿਟਿਕਸ ਦੀ ਇਹਨਾਂ ਨੂੰ ਕਿਸੇ ਨੂੰ ਸਮਝ ਨਹੀਂ ਹੈਗੀ। ਇਹਨਾਂ ਨੂੰ ਕਹੋ ਬੈਠੋ ਸਾਡੇ ਨਾਲ। ਬਾਹਰ ਚਰਚਸ ਦੇ ਖਿਲਾਫ ਓਡੀ ਵੱਡੀ ਫੌਜ ਖੜੀ ਹੈ ਜਿਹੜੀ ਚਰਚਸ ਦੇ ਹੱਕ ਦੇ ਵਿੱਚ ਹੈ। ਸੋ ਇਹ ਕਹਿਣਾ ਵੀ ਬਾਹਰ ਕ੍ਰਿਸਚਨ ਦੇਸ਼ਾਂ ਦੀ PR, ਕੋਈ ਉਹ ਦੇਸ਼ ਗੋਰਿਆਂ ਦੇ ਕਿਵੇਂ ਹੋ ਗਏ? ਕੈਨੇਡਾ ਦਾ ਦੇਸ਼ ਕੈਨੇਡਾ ਦੇ ਮੂਲ ਨਿਵਾਸੀਆਂ ਦਾ ਕਿ ਗੋਰਿਆਂ ਦਾ? ਜਿਵੇਂ ਅਸੀਂ ਉੱਥੇ ਗਏ, ਅਸੀਂ ਤਾਂ ਜ਼ੁਲਮ ਕਰਕੇ ਨਹੀਂ ਰਾਜ ਨੱਪਿਆ ਉੱਥੇ, ਗੋਰਿਆਂ ਤੇ ਜ਼ੁਲਮ ਕਰਕੇ ਰਾਜ ਦੱਬਿਆ ਉੱਥੇ। ਸੋ ਉਹ ਦੇਸ਼ ਦੇ ਮੂਲ ਨਿਵਾਸੀਆਂ ਦਾ ਉਹ ਸਾਨੂੰ ਕਹਿਣ ਤੇ ਵੱਖਰੀ ਗੱਲ ਹੈ, ਇਹ ਸਾਨੂੰ ਕਿੱਦਾਂ ਕਹਿਣਗੇ? ਕ੍ਰਿਸਚਨ ਕਿਸੇ ਦੇਸ਼ ਦੀ ਅਸੀਂ PR ਨਹੀਂ ਲਈ, ਅਸੀਂ ਲਈ ਹੈ ਉੱਥੋਂ ਦਾ ਇੱਕ ਨਿਜ਼ਾਮ ਹੈ ਡੈਮੋਕ੍ਰੈਟਿਕ। ਡੈਮੋਕ੍ਰੇਸੀ ਕਿਹੜੇ, ਜੇ ਫਰਜ਼ ਕਰੋ ਡੈਮੋਕ੍ਰੇਸੀ ਕਿਸੇ ਧਰਮ ਦੀ ਹੁੰਦੀ ਹੈ ਸਪੈਸ਼ਲੀ। ਸੋ ਇਸ ਕਰਕੇ ਉਹਨਾਂ ਦਾ ਗਿਆਨ ਵੀ ਅਧੂਰਾ ਹੈ, ਪਤਾ ਕਿਸੇ ਨੂੰ ਕੱਖ ਨਹੀਂ ਹੈਗਾ। ਪੈਸੇ ਲੈ ਲੈ ਕੇ ਮਤਲਬ ਇਹ ਪ੍ਰਚਾਰ ਕਰਨ ਤੁਰ ਪੈਂਦੇ ਨੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਗੱਲ ਕੀ ਹੈ ਤੇ ਬਾਤ ਕੀ ਹੈ। ਇਹਨਾਂ ਨੂੰ ਕ੍ਰਿਸਚੈਨਿਟੀ ਬਾਰੇ ਵੀ ਨਹੀਂ ਪਤਾ ਵੀ ਕ੍ਰਿਸਚੈਨਿਟੀ ਹੈ ਕੀ। ਅਸੀਂ ਤੁਸੀਂ ਚੈਲੰਜ ਕਰਦੇ ਹੋ ਉਹਨਾਂ ਨੂੰ? ਮੈਂ ਕਹਿੰਦਾ ਵੀ ਬੈਠਣ ਜਿੱਥੇ ਬੈਠਣਾ। ਅਸੀਂ ਸਿੱਖ ਪ੍ਰਚਾਰਕ ਲੈ ਆਉਂਦੇ ਹਾਂ, ਇਹ ਬੈਠ ਜਾਣ। ਮਸਲਾ ਇਹ ਹੈ ਵੀ ਜਦੋਂ ਤੁਸੀਂ, ਪ੍ਰੋਬਲਮ ਕੀ ਹੈ ਵੀ ਬਾਣੀ ਦੇ ਤੁਕਾਂ ਨੂੰ ਮਿਸਕੋਟ ਕਰਦੇ ਕਿ ਨਹੀਂ ਕਰਦੇ? ਹੁਣ ਪ੍ਰਭੂ ਸ਼ਬਦ ਕਹਿੰਦੇ ਵੀ ਈਸਾ ਮਸੀਹ ਲਈ ਵਰਤਿਆ ਗਿਆ। ਦੱਸੋ ਬਾਈਬਲ 'ਚ ਕਿੱਥੇ ਪ੍ਰਭੂ ਲਿਖਿਆ? ਬਾਈਬਲ ਦੀ ਲੈਂਗੁਏਜ ਹੀ ਦੂਜੀ ਹੈ, ਅੰਗਰੇਜ਼ੀ 'ਚ ਵੀ ਨਹੀਂ ਹੈਗੀ। ਪਹਿਲਾਂ ਹੋਰ ਲੈਂਗੁਏਜ 'ਚ ਬਟ ਟ੍ਰਾਂਸਲੇਟ ਮੇਰੇ ਸ਼ਾਇਦ ਹਿਬਰੂ ਕੇ ਪਤਾ ਨਹੀਂ ਕਿਹੜੀ ਲੈਂਗੁਏਜ ਹੈ ਉਹਦੇ 'ਚ ਸੀ। ਸੋ ਇਹਦਾ ਮਤਲਬ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਸਾਡੇ 'ਤੇ ਹਮਲੇ ਕਿਉਂ ਹੋ ਰਹੇ ਆ ਬਾਰ-ਬਾਰ? ਫਿਰ ਗੱਲ ਘੁੰਮ ਕੇ ਉੱਥੇ ਆਉਣੀ। ਯੂਪੀ ਦੇ ਵਿੱਚ ਪਾਸਟਰਾਂ ਨੂੰ ਥਾਣਿਆਂ 'ਚ ਖੜ੍ਹ ਕੇ ਕਤਲ ਕਰਤਾ ਜਾਂਦਾ। ਇਹ ਘਟਨਾਵਾਂ ਵੀ ਵਾਪਰੀਆਂ। ਉੱਥੇ ਪਾਸਟਰ ਨੂੰ ਉਹਦੇ ਪਰਿਵਾਰ ਸਮੇਤ ਅੱਗ ਲਾ ਦਿੱਤੀ ਗਈ ਸੀ। ਇਹ ਕਿੱਥੇ ਮੇਰੇ ਖਿਆਲ ਨਾਲ ਉੜੀਸਾ ਦੇ ਵਿੱਚ ਇਹ ਘਟਨਾ ਵਾਪਰੀ ਸੀ। ਉੱਥੇ ਸਰਕਾਰਾਂ ਵੀ ਇਹਨਾਂ ਨੂੰ ਨਕੇਲ ਪਾਉਂਦੀਆਂ ਨੇ। ਉਹ ਨਾ ਘਟਨਾ ਮੈਨੂੰ ਜਾਇਜ਼ ਮੰਨਦੇ ਹੋ ਵੀ ਇਸ ਤਰ੍ਹਾਂ? ਨਹੀਂ, ਅਸੀਂ ਜਾਇਜ਼ ਨਹੀਂ ਮੰਨਦੇ। ਅਸੀਂ ਇਹ ਗੱਲ ਕਹਿੰਦੇ ਹਾਂ ਵੀ ਉੱਥੇ ਸਰਕਾਰਾਂ, ਉਹ ਜਿਹੜੇ ਬੰਦੇ ਨੇ ਅੱਗ ਲਾਈ ਸੀ ਉਹ ਬਣਿਆ ਬਾਅਦ 'ਚ MP ਬਣਿਆ ਨਾ। ਇਹਦਾ ਮਤਲਬ ਇਹ ਆ ਵੀ ਉੱਥੇ ਸਰਕਾਰੀ ਪਾਲਿਸੀ ਹੈ ਵੀ ਇਹਨਾਂ ਦਾ ਪ੍ਰਚਾਰ ਨਹੀਂ ਚੱਲਣ ਦੇਣਾ ਸੀ। ਪੰਜਾਬ ਦੇ ਵਿੱਚ ਉਲਟੀ ਪਾਲਿਸੀ ਹੈ ਵੀ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਕੇ ਪ੍ਰਚਾਰ ਕਰਾਉਣਾ। ਹੁਣ ਇਹ ਪਾਲਿਸੀ ਕਿਉਂ ਆ ਪੰਜਾਬ ਦੇ ਵਿੱਚ? ਕਿਉਂਕਿ ਸਿੱਖਾਂ ਨੂੰ ਸਿੱਧਾ ਹਿੰਦੂ ਨਹੀਂ ਬਣਾਇਆ ਜਾ ਸਕਦਾ। ਉਹ ਕਹਿੰਦੇ ਵੀ ਇਹਨਾਂ ਨੂੰ ਪਹਿਲਾਂ ਕ੍ਰਿਸਚਨ ਬਣਾ ਲਓ, ਬਾਅਦ 'ਚ ਇਹਨਾਂ ਨੂੰ ਬਣਾਉਣਾ ਸੌਖਾ, ਕਿਉਂਕਿ ਉਹਨਾਂ ਦੇ 'ਚ ਤੱਤ ਹੀ ਨਹੀਂ ਰਹਿੰਦਾ ਲੜਨ। ਸਿੱਖੀ ਤੋਂ ਬਿਨਾਂ ਤੱਤ ਹੀ ਨਹੀਂ ਹੈਗਾ ਲੜਨ ਵਾਲਾ। ਲੜ ਕੇ ਦਿਖਾ ਦੇਣ ਕਿਸੇ ਨਾਲ। ਜਿਹੜਾ ਭੈ ਤੋਂ ਮੁਕਤ ਹੋਣਾ ਹੈ, ਜਿਹੜਾ ਮੌਤ ਦੇ ਡਰ ਤੋਂ ਮੁਕਤ ਹੋ ਜਾਣਾ ਹੈ, ਮੋਹ ਤੋਂ, ਜਿਹੜਾ ਵਿਕਾਰਾਂ ਤੋਂ ਮੁਕਤ ਹੋ ਜਾਣਾ। ਹੁਣ ਆਪਾਂ ਹੈਵਨ ਦੀ ਗੱਲ ਕਰ ਲਈਏ। ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਾਂ ਉਹ ਵੀ ਬਚਾਏ ਆ, ਉਹਨਾਂ ਦਾ ਧਰਮ ਬਚਾਇਆ ਜੀ। ਚਾਹੇ ਉਹ ਗੁਰੂ ਸਾਹਿਬ ਇਹ ਵੀ ਕਹਿੰਦੇ ਵੀ ਚਾਹੇ ਪਖੰਡਵਾਦੀ ਹੋਵੇ, ਪਰ ਜੇ ਕੋਈ ਸਾਡੇ ਕੋਲ ਆਵੇ, ਜਦ ਸਾਨੂੰ ਦਿਖਦਾ ਵੀ ਕਿਤੇ ਅਤਿਆਚਾਰ ਹੋ ਰਿਹਾ, ਕਿਸੇ ਧਰਮ ਦੇ ਉੱਤੇ ਗਲਤ ਅਨਿਆਂ ਹੋ ਰਿਹਾ,
ਤਾਂ ਉਹਨਾਂ ਨੂੰ ਕਰੋ। ਜਿਵੇਂ ਹੁਣ ਤੁਸੀਂ ਯੂਪੀ ਦੀ ਗੱਲ ਕੀਤੀ ਹੈ, ਜਾਂ ਵੀ ਉਹਨਾਂ ਦੇ ਕਾਨੂੰਨ ਖਿਲਾਫ ਕੱਢਦਾ ਵੀ ਇੱਥੇ ਵੀ ਖਿਲਾਫ ਕੱਢਣਾ ਚਾਹੀਦਾ, ਪਰ ਇੱਥੇ ਤਾਂ ਸਾਨੂੰ ਪ੍ਰੋਟੈਕਸ਼ਨ ਨਹੀਂ, ਮਤਲਬ ਕਿ ਨਾਲ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਧਰਮ ਹਿੰਦੂ ਧਰਮ ਦੀ ਰਾਖੀ ਕਿਉਂ ਕੀਤੀ ਸੀ? ਕਿਉਂਕਿ ਇੱਕ ਦੂਜਾ ਧਰਮ ਜਬਰੀ ਉਹਨਾਂ ਨੂੰ ਕਨਵਰਟ ਕਰ ਰਿਹਾ ਸੀ, ਜ਼ਬਰਦਸਤੀ। ਇਹ ਚੇਤਾ ਰੱਖੀਏ। ਹੁਣ ਜ਼ਬਰਦਸਤੀ ਕੌਣ ਕਰ ਰਿਹਾ? ਸਿੱਖ ਕਰ ਰਹੇ ਨੇ ਕਿ ਈਸਾਈ ਕਰ ਰਹੇ ਨੇ? ਸੋ ਇਸ ਕਰਕੇ ਜ਼ਬਰਦਸਤੀ ਇਹ ਕਰ ਰਹੇ ਨੇ, ਤੇ ਸਿੱਖ ਦਾ ਫਰਜ਼ ਬਣਦਾ ਵੀ ਇਹਨਾਂ ਨੂੰ ਰੋਕਣਾ। ਜੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰਾਹ 'ਤੇ ਤੁਰਨਾ, ਤੇ ਫਿਰ ਇਹਨਾਂ ਨੂੰ ਰੋਕਣਾ ਫਰਜ਼ ਸਾਡਾ ਹੈ। ਅੱਜ ਕਿਹਨਾਂ ਲਈ ਸੀਸ ਦੇਣ ਦੀ ਲੋੜ ਹੈ? ਅੱਜ ਸਿੱਖਾਂ ਨੂੰ ਸਿੱਖਾਂ ਵਾਸਤੇ ਸੀਸ ਦੇਣ ਦੀ ਲੋੜ ਹੈ। ਅੱਜ ਅਸੀਂ ਦੂਜਿਆਂ ਵਾਸਤੇ ਵੀ ਦਿੱਤੇ ਨੇ, ਪਰ ਅੱਜ ਆਪਣੇ, ਕਿਉਂਕਿ ਜੇ ਆਪਣਾ, ਉਹ ਕਹਿੰਦੇ ਨਾ ਵੀ ਆਪਣੇ ਘਰ ਮਤਲਬ ਰੋਟੀ ਨਾ ਪੱਕਦੀ ਹੋਵੇ ਤੇ ਬੰਦਾ ਬਾਹਰ ਦਾਨੀ ਖਵਾਉਂਦਾ ਫਿਰਦੇ, ਇੱਕ ਚੰਗੀ ਗੱਲ ਥੋੜ੍ਹੀ ਹੈ। ਇਹ ਗਰੀਬ ਸਿੱਖਾਂ ਦੀ ਬਾਂਹ ਫੜਨ ਦੀ ਵੀ ਲੋੜ ਹੈ, ਪਰ ਗਰੀਬ ਸਿੱਖਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਵੀ ਦੁਨਿਆਵੀ ਲਾਲਚਾਂ 'ਚ ਆ ਕੇ ਇਹ ਕੰਮ ਨਹੀਂ ਕੀਤੇ ਜਾਂਦੇ। ਮਹਾਰਾਜੇ ਦਲੀਪ ਸਿੰਘ ਨੂੰ ਬਾਲ ਅਵਸਥਾ ਦੇ ਵਿੱਚ ਇੱਥੋਂ ਲੈ ਗਏ ਸੀ, ਕ੍ਰਿਸਚਨ ਬਣਾਇਆ, ਦੁਨੀਆ ਭਰ ਦੀਆਂ ਸਹੂਲਤਾਂ ਦਿੱਤੀਆਂ, ਰਾਜਾ ਬਣਾ ਕੇ ਰੱਖਿਆ, ਰਾਣੀਆਂ ਦਿੱਤੀਆਂ, ਮਹਿਲ ਦਿੱਤੇ, ਤੇ ਉਹਨੇ ਫਿਰ ਅਖੀਰ ਤੇ ਆਣ ਕੇ ਜਵਾਨੀ 'ਚ ਫੈਸਲਾ ਕੀਤਾ ਵੀ ਇਹ ਸਭ ਕੁਝ ਵਿਅਰਥ ਹੈ। ਇਹਨਾਂ ਗਰੀਬ ਸਿੱਖਾਂ ਨੂੰ ਇਹ ਸਹੂਲਤਾਂ ਦੇਣਗੇ? ਸਾਰੀਆਂ ਨਹੀਂ ਦੇ ਸਕਦੇ, ਉਹਨੀਆਂ ਤਾਂ ਪੋਸੀਬਲ ਨਹੀਂ। ਤੇ ਜੇ ਉਹਨੂੰ ਇੰਨੀਆਂ ਸਹੂਲਤਾਂ ਦੇ ਬਾਵਜੂਦ ਰਾਜਾ ਬਣ ਕੇ ਵੀ ਕ੍ਰਿਸਚੈਨਿਟੀ 'ਚੋਂ ਕੁਛ ਨਹੀਂ ਲੱਭਾ, ਤੇ ਇਹਨਾਂ ਨੂੰ ਕੀ ਲੱਭ ਜੂਗਾ? ਤੇ ਇਹ ਤਾਂ ਕ੍ਰਿਸਚੈਨਿਟੀ ਵੀ ਨਹੀਂ ਗਈ। ਜਦੋਂ ਇਹਨਾਂ ਦੀ ਵੈਟੀਕਨ ਸਿਟੀ ਕਹਿੰਦੀ ਹੈ ਵੀ ਇਹ ਪਖੰਡ ਨਹੀਂ ਅਸੀਂ ਸਪੋਰਟ ਕਰਦੇ, ਫਰਜ਼ ਕਰੋ ਕਿਸੇ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਹੋਇਆ ਹੋਵੇ ਵੀ ਆਹ ਪਖੰਡ ਹੈ ਸਿੱਖੀ 'ਚ, ਕੋਈ ਸਿੱਖਾਂ ਦਾ ਕੋਈ ਡੇਰਾ, ਉੱਥੇ ਕੋਈ ਸਿੱਖ ਬੈਠੀ ਹੋਣ ਭੇਖੀ, ਉਹ ਉੱਥੇ ਕੰਮ ਕਰਦੇ ਹੋਣ, ਤੇ ਉਹਨਾਂ ਨੂੰ ਕੋਈ ਹੋਰ ਆਣ ਕੇ ਕੁੱਟ ਜੇ, ਸਿੱਖ ਕਾਹਤੋਂ ਰੌਲਾ ਪਾਉਂਦੇ ਫਿਰਨ? ਸੋ ਇਹ ਕ੍ਰਿਸਚੈਨਿਟੀ ਵਰਸਸ ਸਿੱਖੀ ਮਸਲਾ ਨਹੀਂ ਹੈਗਾ, ਇਹ ਮਸਲਾ ਹੈਗਾ ਵਾ ਸਿੱਖ ਵਰਸਸ ਪਖੰਡ। ਇੰਨੀ ਹੀ ਗੱਲ ਕਰ ਲਓ ਕਿ ਤੁਸੀਂ ਮੁਰਦੇ ਜੀਂਦੇ ਕਰਨ ਦੇ ਵੀਡੀਓ ਮੌਜੂਦ ਨੇ ਨਾ, ਸਰਕਾਰ ਨੂੰ ਨਹੀਂ ਦਿਖਦੀਆਂ? ਮੈਜਿਕ ਐਕਟ ਦੇ ਅਧੀਨ ਹੈ ਵੀ ਇਹ ਸਭ ਕੁਝ ਪ੍ਰੋਹਿਬਿਟਡ ਆ, ਇਹਨਾਂ ਦੇ ਪਰਚੇ ਕਿਉਂ ਨਹੀਂ ਹੁੰਦੇ? ਸਿੱਖਾਂ ਤੇ ਉਸੇ ਵੇਲੇ 4 ਕੁਰਸੀਆਂ ਇੱਧਰ ਉੱਧਰ ਹੋਈਆਂ, ਪਰਚਾ ਹੋ ਗਿਆ। ਕਿਹੜਾ ਬੰਦਾ ਇੰਜਰਡ ਹੋਇਆ ਉੱਥੇ ਉਧਰ? ਔਰ ਉਸ ਇਲਾਕੇ 'ਚ ਜਾ ਕੇ ਪਤਾ ਕਰੋ, ਉੱਥੇ ਰਿਪੋਰਟ ਬਣਾਓ, ਬਕਾਇਦਾ ਇਨਵੈਸਟੀਗੇਟ ਕਰੋ, ਰਿਪੋਰਟ ਬਣਾਓ ਵੀ ਕਿੰਨੇ ਮਹੀਨਿਆਂ ਤੋਂ ਲੋਕ ਉੱਥੇ ਇਹਨਾਂ ਤੋਂ ਪਰੇਸ਼ਾਨ ਨੇ। ਫਿਰ ਸਿੱਖਾਂ ਨੂੰ ਤੇ 5 ਮਿੰਟ ਹੀ ਫੰਡਿੰਗ ਦਾ ਕੇਸ ਪਾ ਕੇ ਅੰਦਰ ਕਰਦੇ। ਇਹਨਾਂ ਨੂੰ ਪੁੱਛੋ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ? 30,000 ਰੁਪਈਆ 10 ਮਰਲੇ ਦੀ ਜਗ੍ਹਾ ਦਾ ਕਿਰਾਇਆ ਦਿੰਦੇ ਨੇ ਮਹੀਨੇ ਦਾ, ਕਿੱਥੋਂ ਆ ਰਿਹਾ ਪੈਸਾ? ਠੀਕ। ਪਹਿਲਾਂ ਕਹਿੰਦੇ ਵੀ ਤੁਸੀਂ ਕਿਸੇ ਦੇ ਦਬਾਅ ਹੇਠ ਤਾਂ ਨਹੀਂ ਆਏ। ਹਾਂਜੀ। ਜਦੋਂ ਅੰਮ੍ਰਿਤ ਛਕਾਉਂਦੇ ਆ 5 ਪਿਆਰੇ ਬਕਾਇਦਾ ਕਹਿੰਦੇ ਵੀ ਤੁਸੀਂ ਕਿਸੇ ਦੇ ਦਬਾਅ ਹੇਠ ਤਾਂ ਨਹੀਂ ਆਏ, ਜੇ ਕਿਸੇ ਦਬਾਅ ਹੇਠ ਤੁਸੀਂ ਜਾ ਸਕਦੇ ਆ। ਆਪਣੇ ਸਿੱਖ ਧਰਮ 'ਚ ਆਪਾਂ ਕਿਸੇ ਨਾਲ ਜ਼ਬਰਦਸਤੀ, ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਵੀ ਭੈ ਕਾਹੂ ਕੋ ਦੇ ਦੇਣਾ ਨਹਿ ਭੈ ਮਾਨ ਤਾਨ। ਅਸੀਂ ਕਿਸੇ ਨੂੰ ਜ਼ਬਰਦਸਤੀ ਸਿੱਖ ਨਹੀਂ ਬਣਾਉਂਦੇ ਹੈਗੇ, ਪਰ ਬਦਕਿਸਮਤੀ ਸਾਡੇ ਸਿੱਖ ਈਸਾਈ ਬਣਦੇ ਜਾ ਰਹੇ ਆ। ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਆਪਣੇ ਬੱਚੇ ਵਾਰਤੇ ਸਾਡੇ ਲਈ। ਤੇ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ, ਜੇ ਖਾਲਸਾ ਰਾਜ ਲੈਣਾ ਤਾਂ ਬਾਣੀ ਤੇ ਧਾਰਨੀ ਹੋਣਾ ਪੈਣਾ ਹੈ। ਪੁਰਾਤਨ ਸਿੱਖ ਬਾਣੀ ਪੜ੍ਹਦੇ ਸੀ, ਦੇਖੋ ਆਪਾਂ ਉਹਨਾਂ ਦੇ ਪੁਰਾਤਨ ਸਿੱਖਾਂ ਦੇ ਜੀਵਨ ਪੜ੍ਹੋ। ਪੁਰਾਤਨ ਕਿ ਮੌਜੂਦਾ ਸਿੱਖ ਭਾਈ ਜਗਤਾਰ ਸਿੰਘ ਹਵਾਰਾ, ਇਹਨਾਂ ਦਾ 20 ਘੰਟੇ ਦਾ ਨਿਤਨੇਮ ਸੀ। ਜਿੰਨੇ ਵੀ ਮੌਜੂਦਾ ਸਿੰਘ ਹੋਏ ਆ, ਅਸੀਂ ਇਹਨਾਂ 'ਚ ਵਿਚਰੇ ਆ, 20 ਘੰਟੇ ਦਾ ਨਿਤਨੇਮ ਸੀ ਇਹਨਾਂ ਦਾ। 4-4 ਘੰਟੇ ਇਹਨਾਂ ਨੇ ਰੈਸਟ ਕਰਨੀ ਤੇ ਬਾਣੀ ਪੜ੍ਹਨੀ। ਜੇ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆ, ਆਪਾਂ ਨੂੰ ਬਾਣੀ ਦੇ ਧਾਰਨੀ ਹੋਣਾ ਪੈਣਾ, ਤਾਂ ਆਪਾਂ ਖਾਲਸਾ ਰਾਜ ਲੈ ਸਕਦੇ ਆ। ਫਿਰ ਕਿਸੇ ਦੀ ਤਾਕਤ ਨਹੀਂ ਕੋਈ ਸਾਨੂੰ ਲੈਣ ਤੋਂ ਰੋਕ ਲਵੇ। ਮੈਂ ਵੀਰਾਂ ਨੂੰ ਇਹ ਬੇਨਤੀ ਕਰਨੀ, ਬੱਚਿਆਂ ਨੂੰ, ਕਿ ਆਪਾਂ ਪੱਛਮੀ ਪਹਿਰਾਵਾ ਛੱਡ ਕੇ ਆਪਾਂ ਆਪਣਾ ਗੁਰਮਤਿ ਦਾ ਬਾਣਾ ਧਾਰਨ ਕਰੀਏ। ਆਪਾਂ ਦੇ ਬੱਚਿਆਂ ਦੇ ਕਿੰਨੇ ਹਾਲਾਤ ਹੋਏ, ਕਿੱਦਾਂ ਦਾ ਸਾਡਾ ਪਹਿਰਾਵਾ ਹੋ ਗਿਆ। ਸਾਡਾ ਪਹਿਰਾਵਾ ਇਦਾਂ ਦਾ ਥੋੜ੍ਹੀ ਸੀ। ਤੇ ਆਪਣੇ ਬੱਚਿਆਂ ਨੂੰ, ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਆਪਾਂ ਪੰਜਾਬੀ ਪਹਿਰਾਵੇ ਵਿੱਚ ਲੈ ਕੇ ਆਈਏ, ਤਾਂ ਹੀ ਆਪਾਂ ਇੱਕ ਪੰਜਾਬੀ ਕਹਾਉਣ ਦੇ ਹੱਕਦਾਰ ਹੋਵਾਂਗੇ। ਨਹੀਂ ਇੱਥੇ ਹਿਮਾਚਲੀ ਬਿਹਾਰੀਆਂ ਨੇ ਆ ਕੇ ਰਾਜ ਕਰ ਲੈਣਾ, ਫਿਰ ਦੇਖਦੇ ਰਹਿ ਜਾਣਾ। ਉਦੋਂ ਤਾਂ ਫਿਰ ਇਦਾਂ ਦਾ ਮੌਕਾ ਆ ਜਾਣਾ ਵੀ ਇੱਕ ਸੁਣ ਦੇ ਕੇ ਅੱਖਾਂ 'ਚ ਰੋਣਾ ਪੈਣਾ ਸਾਨੂੰ। ਤੇ ਆਪਾਂ ਪੰਜਾਬੀ ਬੋਲੀਏ, ਪੰਜਾਬੀ ਲਈ ਅਸੀਂ ਕੋਈ ਲਹਿਰ ਨਹੀਂ ਖੜੀ ਕਰਦੇ। ਸਾਡੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ, ਸਕੂਲਾਂ 'ਚ ਜੁਰਮਾਨਾ ਹੋ ਜਾਂਦਾ। ਮੈਡਮਾਂ ਹਿੰਦੀ 'ਚ ਗੱਲ ਕਰਦੀਆਂ ਬੱਚਿਆਂ ਨਾਲ, ਕੋਈ ਪੇਰੈਂਟਸ ਨਹੀਂ ਜਾਗਦਾ, ਸੁੱਤੇ ਪਏ ਸਾਰੇ। ਸਾਨੂੰ ਸਾਰੇ ਪਾਸੇ ਤੋਂ ਅਵੇਅਰ ਹੋਣਾ ਪੈਣਾ ਹੈ, ਆਪਣੇ ਹੱਕਾਂ ਲਈ ਜਾਗਰੂਕ ਹੋਣਾ ਪੈਣਾ ਹੈ। ਤੇ ਆਪਾਂ ਵੀਰ ਅਮਰਤਪਾਲ ਸਿੰਘ ਦਾ ਸਾਥ ਦਈਏ। ਸਾਨੂੰ ਅੱਜ ਨੌਜਵਾਨ ਚਿਹਰਾ ਮਿਲਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ। ਕਹਿ ਲਓ ਵੀ ਪੰਜਾਬ ਵਾਸੀਆਂ ਦੇ ਘਰ ਚੰਗੇ ਕੋਈ ਨੌਜਵਾਨ ਚਿਹਰਾ ਅੱਗੇ ਆਇਆ ਏ, ਆਪਾਂ ਵੱਧ ਚੜ੍ਹ ਕੇ ਸਾਥ ਦਈਏ। ਜੇ ਆਪਾਂ ਕਹਿੰਦੇ ਹਾਂ ਨਾ ਵੀ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਸਾਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਣਾ ਪੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਬੇਨਤੀ ਕਰਨੀ ਹੈ। ਦੇਖੋ, ਮੈਂ ਅੱਗੇ ਵੀ ਸਟੇਜ ਤੋਂ ਵੀ ਕਿਹਾ ਸੀ ਤੇ ਹੁਣ ਫੇਰ ਕਹਿਣਾ, ਨੌਜਵਾਨ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੈ, ਅਮਰਤੀ ਦਾਤ ਪ੍ਰਾਪਤ ਕਰਨੀ ਹੈ ਮਹਾਰਾਜ ਪਾਸੋਂ, ਉਹ ਉੱਥੇ ਰਜਿਸਟਰ ਲੱਗਾ ਹੈ, ਨਾਂ ਲਿਖਾ ਦਿਓ। ਤੇ ਨਾ ਉਹ ਬੰਦਾ ਲਿਖਾਵੇ
ਜਿਹਨੇ ਵਾਕਿਆ ਸਿਰ ਦੇਣਾ, ਜਿਹਨੇ ਟਾਈਮ ਪਾਸ ਕਰਨਾ ਬੇਸ਼ੱਕ ਨਾ ਲਿਖਾਵੇ ਕੋਈ ਵੀ। ਜਿਹਨੇ ਸਿਰ ਦੇਣਾ ਉਹ ਨਾ ਲਿਖਾ ਦੇ, ਅਤੇ ਨਾ ਲਿਖਾਉਣ ਤੋਂ ਬਾਅਦ 'ਚ ਇਹ ਤੈਅ ਕਰ ਲਓ, ਨਿਸ਼ਚਿਤ ਕਰ ਲਓ ਵੀ ਨਾ ਤਾਂ ਹੁਣ ਘਰਾਂ ਦਾ ਮੋਹ ਹੈ, ਜ਼ਿੰਮੇਵਾਰੀਆਂ ਜ਼ਰੂਰ ਅਦਾ ਕਰਨੀਆਂ ਨੇ ਜਿਹੜੀਆਂ ਹੈਗੀਆਂ, ਅਤੇ ਇਸ ਸੰਘਰਸ਼ ਦੇ ਰਾਹ 'ਤੇ ਤੁਰਦਿਆਂ ਜਿਹੜੇ ਵੀ ਹਾਲਾਤ ਅੱਗੇ ਸਾਹਮਣੇ ਆਉਣ, ਸਤਿਗੁਰ ਸੱਚੇ ਪਾਤਸ਼ਾਹ ਜਿਹੋ ਜਿਹੇ ਵੀ ਹਾਲਾਤ ਪੈਦਾ ਕਰਨ, ਭਾਣੇ 'ਚ ਰਹਿ ਕੇ ਅਤੇ ਸ਼ਹੀਦੀ ਦੇਣ ਨੂੰ ਸਦਾ ਤਿਆਰ ਰਹਿਣਾ। ਇਹੋ ਗੱਲਾਂ ਕਰਨੀਆਂ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।